ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਪ੍ਰੀਤ ਚਾਹਲ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਚੈਨਲ। ਕਿਸਾਨੀ ਪੰਜਾਬ ਦੀ ਰੂਹ ਤੇ ਜਿੰਦ ਜਾਨ ਹੈ ਕਿਸਾਨੀ। ਲੇਕਿਨ ਪਿਛਲੇ ਕੁਝ ਸਮੇਂ ਦੇ ਵਿੱਚ ਕਿਸਾਨ ਦੀ ਆਰਥਿਕ ਹਾਲਤ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਦੇਖਣ ਨੂੰ ਆ ਰਿਹਾ ਹੈ, ਕਿਉਂਕਿ ਕਿਸਾਨਾਂ ਵੱਲੋਂ ਆਪਣੀ ਆਰਥਿਕ ਹਾਲਤ ਸੁਧਾਰਨ ਦੇ ਲਈ ਭਾਵੇਂ ਕਿ ਵੱਖ-ਵੱਖ ਰੂਪ ਦੇ ਵਿੱਚ ਕਿਸਾਨੀ ਨੂੰ ਨਵੇਂ-ਨਵੇਂ ਮੋੜ ਦਿੱਤੇ ਜਾ ਰਹੇ ਆ, ਫਸਲਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਅਪਣਾਇਆ ਜਾ ਰਿਹਾ, ਜਿਹਨੂੰ ਕਹਿ ਸਕਦੇ ਹਾਂ ਫਸਲਾਂ ਦੇ ਵਿੱਚ ਵਿਭਿੰਨਤਾ ਲਿਆਈ ਜਾ ਰਹੀ ਹੈ। ਲੇਕਿਨ ਕੁਝ ਸਿੱਟਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਤੁਸੀਂ ਮੇਰੇ ਪਿੱਛੇ ਬੋਰਡ ਲੱਗਿਆ ਹੋਇਆ ਪੜ੍ਹ ਰਹੇ ਹੋ, ਬਾਬਾ ਨਾਨਕ ਕੁਦਰਤੀ ਖੇਤੀ ਫਾਰਮ। ਕੁਦਰਤੀ ਖੇਤੀ ਦਾ ਮਤਲਬ ਨੈਚੁਰਲ ਖੇਤੀ ਆ। ਮੇਰੇ ਨਾਲ ਵਾਲੀਆ ਜੀ ਮੌਜੂਦ ਨੇ, ਵਾਲੀਆ ਜੀ ਨਾਲ ਗੱਲ ਕਰਦੇ ਹਾਂ। ਵਾਲੀਆ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੌਇਸ ਆਫ ਪੰਜਾਬ ਚੈਨਲ ਦੇ ਉੱਤੇ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਵੈਰੀ ਮਚ। ਬਾਬਾ ਨਾਨਕ ਜੀ ਦੇ ਨਾਮ ਦੇ ਉੱਤੇ ਤੁਸੀਂ ਸ਼ੁਰੂ ਕੀਤਾ ਹੈ, ਇਹ ਕੀ ਆ ਕਨਸੈਪਟ? ਕਿਉਂਕਿ ਜਿਹੜੀ ਖੇਤੀ ਆ ਕੋਈ ਬਹੁਤਾ ਲਾਹੇਵੰਦ ਸਿੱਟਾ ਨਹੀਂ ਕੱਢ ਰਹੀ ਜੇਕਰ ਗੱਲ ਕੀਤੀ ਜਾਵੇ ਆਰਥਿਕ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਮਾਰਜਨਲ ਫਾਰਮਿੰਗ ਆ, ਜਿਹਨੂੰ 2 ਤੋਂ 2.5 ਕਿੱਲੇ ਦੀ ਕਹਿ ਰਹੀ ਆ, ਉਹ ਤਾਂ ਵੈਸੇ ਹੀ ਬਹੁਤ ਆਰਥਿਕ ਬੋਝ ਸਹਿ ਰਹੇ ਇਸ ਵਕਤ। ਤੇ ਕਰੋਨਾ ਮਹਾਮਾਰੀ ਨੇ ਤਾਂ ਜਮਾਂ ਹੀ ਉਹਦੀ ਜਿਹੜੀ ਪਿੱਠਾ ਤੋੜ ਕੇ ਰੱਖ ਦਿੱਤੀ ਆ ਆਰਥਿਕ ਤੌਰ ਦੇ ਉੱਤੇ। ਤੇ ਤੁਸੀਂ ਕਹਿ ਰਹੇ ਵੀ 2-2.5 ਕਿੱਲੇ ਦੇ ਵਿੱਚ ਅਸੀਂ ਚੰਗੀ ਖੇਤੀ ਕਰ ਰਹੇ ਹਾਂ, ਚੰਗਾ ਪੈਸਾ ਕਮਾ ਰਹੇ ਹਾਂ। ਹਾਂਜੀ, ਦੱਸੋ ਜੀ। ਸੋ ਮਨਪ੍ਰੀਤ ਜੀ, ਪਹਿਲਾਂ ਤਾਂ ਦੇਖੋ ਤੁਸੀਂ ਬੋਰਡ ਦਿਖਾਇਆ ਆਪਣੇ ਦਰਸ਼ਕਾਂ ਨੂੰ, ਉਹਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਮਤਲਬ ਆਪਾਂ ਜਦ ਬਾਣੀ ਦੇ ਵਿੱਚ ਪਾਣੀ ਦਾ ਮਹੱਤਵ ਇੰਨਾ ਦੱਸਿਆ ਗਿਆ, ਪਵਨ ਦਾ ਦੱਸਿਆ ਗਿਆ ਤੇ ਧਰਤੀ ਦਾ ਮਹੱਤਵ ਦੱਸਿਆ ਗਿਆ, ਆਪਾਂ ਉਹਨੂੰ ਹੀ ਉਸੇ ਕਨਸੈਪਟ ਨੂੰ ਲੈ ਕੇ ਅੱਗੇ ਵਧੇ ਹੋਏ ਆ ਵੀ ਆਪਾਂ ਜਿਹੜੀ ਧਰਤੀ ਹੈਗੀ ਸਾਡੀ, ਰਾਈਟ, ਉਹਦੇ ਵਿੱਚ ਸਾਨੂੰ ਆਪਾਂ ਜ਼ਹਿਰ ਪਾ ਕੇ ਆਪਾਂ ਖਰਾਬ ਕਰ ਰਹੇ ਹਾਂ। ਜੋ ਵੀ ਆਪਾਂ ਉਗਾ ਰਹੇ ਹਾਂ ਉਹ ਆਪਾਂ ਉਹ ਜ਼ਹਿਰ ਮੁਕਤ ਖਾਣਾ ਕਿਵੇਂ ਕਰ ਸਕਦੇ ਹਾਂ? ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਪਤਾ ਹੈ, ਜਾਂ ਈਵਨ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਜਿੰਨਾ ਆਪਾਂ ਕੈਮੀਕਲ ਵਾਲਾ ਖਾ ਰਹੇ ਹਾਂ ਖਾਣਾ, ਉਹਦੇ ਨਾਲ ਬਿਮਾਰੀਆਂ ਹੋ ਰਹੀਆਂ, ਸਾਨੂੰ ਲੱਗ ਰਹੀਆਂ। ਤੇ ਸਾਨੂੰ ਇੱਕ ਬਦਲਾਅ ਤਾਂ ਚਾਹੀਦਾ। ਉਸ ਬਦਲਾਅ ਦੇ ਵਿੱਚ ਜਿਵੇਂ ਹੁਣ ਤੁਸੀਂ ਕਰੋਨਾ ਦੀ ਗੱਲ ਕੀਤੀ, ਕਰੋਨਾ ਨੇ ਵੈਸੇ ਹੀ ਲੋਕਾਂ ਨੂੰ ਸਿਖਾਤਾ ਵੀ ਇਮਿਊਨਿਟੀ ਤੁਹਾਡੀ ਅਗਰ ਚੰਗੀ ਹੋਏਗੀ, ਚੰਗੀ ਇਮਿਊਨਿਟੀ ਖਾਣੇ ਨਾਲ ਹੀ ਹੋਏਗੀ, ਸਿਰਫ ਦਵਾਈਆਂ ਖਾਣ ਨਾਲ ਨਹੀਂ ਹੋਏਗੀ ਵੀ ਤੁਸੀਂ ਵਿਟਾਮਿਨ ਸੀ ਦੀਆਂ ਗੋਲੀਆਂ ਖਾ ਲਈਆਂ। ਬਟ ਇਮਿਊਨਿਟੀ ਅਗਰ ਸਟਰੋਂਗ ਕਰਨੀ ਹੈ ਤਾਂ ਤੁਹਾਨੂੰ ਚੰਗੀ ਆਪਣੀ ਡਾਈਟ, ਚੰਗੇ ਆਪਣੀ ਚੀਜ਼ਾਂ ਖਾਣੀਆਂ ਪੈਣਗੀਆਂ ਜਿਹੜੀਆਂ ਮਿਲਾਵਟ ਤੋਂ ਰਹਿਤ ਹੋਣ। ਆਪਾਂ ਫੋਕਸ ਉਸ ਚੀਜ਼ ਨੂੰ ਕਰਕੇ 2019 ਦੇ ਵਿੱਚ ਮੇਰੇ ਚਾਚਾ ਜੀ ਹੈਗੇ ਉਪਿੰਦਰ ਜੀ, ਉਹਨਾਂ ਨਾਲ ਆਪਾਂ ਮਿਲ ਕੇ ਇਸ ਫਾਰਮ ਦੇ ਉੱਪਰ ਸ਼ੁਰੂ ਕੀਤਾ। ਜਦੋਂ ਆਪਾਂ ਇਹ ਸ਼ੁਰੂ ਕੀਤਾ ਤਾਂ ਸਾਡਾ ਫੋਕਸ ਇੱਕੋ ਹੀ ਸੀ, ਚੰਗੀ ਚੀਜ਼ਾਂ, ਜ਼ਹਿਰ ਮੁਕਤ ਖਾਣਾ, ਦੈਟਸ ਇਟ, ਨਥਿੰਗ ਐਲਸ। ਔਰ ਆਪਾਂ ਇਹਦੇ ਨਾਲ ਕਿਸਾਨਾਂ ਨੂੰ ਕਿਵੇਂ ਇਨਵੋਲਵ ਕਰ ਸਕਦੇ ਹਾਂ ਆਪਣੇ ਆਪ। ਇਹ ਜਦੋਂ ਆਪਾਂ ਸ਼ੁਰੂ ਕੀਤਾ ਤੇ ਆਪਾਂ ਸਾਡੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਆਪਾਂ ਕੀ ਸ਼ੁਰੂ ਕਰੀਏ, ਕਣਕ ਲਗਾਈਏ, ਝੋਨਾ ਲਗਾਈਏ, ਕੀ ਚੀਜ਼ ਲਾਣੀ ਚਾਹੀਦੀ। ਫਿਰ ਅਲਟੀਮੇਟਲੀ ਸਾਨੂੰ ਲੱਗਿਆ ਵੀ ਆਪਾਂ ਸਬਜ਼ੀਆਂ ਲਗਾਉਂਦੇ ਹਾਂ। ਸਾਨੂੰ ਬੜਾ ਡਿਸਕਰੇਜ ਵੀ ਕੀਤਾ ਗਿਆ ਵੀ ਸਬਜ਼ੀਆਂ ਸਭ ਤੋਂ ਔਖੀਆਂ ਹੈਗੀਆਂ ਮੈਨੇਜ ਕਰਨਾ, ਮੋਨੀਟਰ ਕਰਨਾ। ਬਟ ਆਪਾਂ ਕਿਹਾ ਕੋਈ ਗੱਲ ਨਹੀਂ, ਆਪਾਂ ਇਹ ਵਾਲੇ ਕੰਮ ਤੋਂ ਹੀ ਸ਼ੁਰੂ ਕਰਦੇ ਹਾਂ। ਫਿਰ ਆਪਾਂ ਇਸ ਤਰ੍ਹਾਂ ਸ਼ੁਰੂ ਕੀਤਾ। ਮੇਰੀ ਜਿਹੜੀ ਬੈਕਗਰਾਊਂਡ ਹੈ IT ਤੋਂ ਹੈ, ਚਾਚਾ ਜੀ ਮੰਡੀ ਬੋਰਡ ਦੇ ਵਿੱਚ ਲੱਗੇ ਹੋਏ ਸੀਗੇ, ਤੇ ਆਪਾਂ ਡਿਪੈਂਡੈਂਟ ਸੀਗੇ ਲੇਬਰ ਦੇ ਉੱਪਰ। ਤੁਸੀਂ ਕਹਿੰਦੇ ਤੁਹਾਡੀ ਬੈਕਗਰਾਊਂਡ IT ਤੋਂ ਆ। ਹਾਂਜੀ। ਸੂਟ ਬੂਟ ਦੇ ਹਿਸਾਬ ਨਾਲ ਲੱਗਦਾ ਵੀ ਨਹੀਂ ਵੀ ਬਹੁਤਾ ਕਿਸਾਨੀ ਦੇ ਵਿੱਚ ਰੁੱਝੇ ਹੋਵੋਗੇ ਤੁਸੀਂ। ਤੇ ਭਾਵੇਂ ਕਿ ਚਾਚਾ ਜੀ ਦੀ ਲੱਗਦਾ ਹੈ ਉਹ ਜ਼ਿਮੀਂਦਾਰਾਂ ਵਾਲੇ ਰੂਪ 'ਚ ਬੈਠੇ ਹੋਏ ਨੇ, ਇਸ ਟਾਈਮ ਖੜੇ ਹੋਏ ਨੇ ਸਾਡੇ ਨਾਲ। ਇਹ IT ਤੋਂ ਕਿਸਾਨੀ ਵੱਲ ਇਹ ਕਿੱਦਾਂ ਦਾ ਆ ਗਿਆ? ਕਿਉਂਕਿ ਸਪੈਸੀਫਾਈ ਜੇ ਤੁਸੀਂ ਸ਼ਬਦ ਯੂਜ਼ ਕਰ ਰਹੇ ਹੋ ਉਹ ਵੀ ਅੰਗਰੇਜ਼ੀ ਦਾ ਕਿੰਨੇ ਹੁੰਦੇ ਵੀ ਆਪਾਂ ਵਰਤਦੇ ਪਏ ਆ, ਡਾਈਟ ਦੀ ਗੱਲ ਕਰਦੇ ਪਏ ਆ, ਫਾਈਨੈਂਸ਼ੀਅਲ ਟਰਮਸ ਦੀ ਗੱਲ ਕਰਦੇ ਪਏ ਆ। ਕਈ ਸਰਕਾਰ ਦੇ ਕਈ ਬੰਦੇ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਤਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਹੈਗੀ, ਇਹ ਤਾਂ ਖੇਤੀ ਕਰਨ ਜੋਗੇ ਆ। ਤੁਸੀਂ IT ਚੋਂ ਖੇਤੀ ਵੱਲ ਕਿੱਧਰ ਆ ਗਏ? ਨਹੀਂ, ਦੇਖੋ ਜੇ ਕਿਸਾਨਾਂ ਦੀ ਗੱਲ ਕਰੋ ਤਾਂ ਪਹਿਲਾਂ ਤਾਂ ਮੇਰਾ ਖਿਆਲ ਹੈ ਸਰਕਾਰ ਹੋਵੇ ਜਾਂ ਆਮ ਬੰਦਾ ਹੋਵੇ, ਉਹ ਕਿਸਾਨਾਂ ਦੇ ਜਿਹੜਾ ਅੰਦੋਲਨ ਹੈ ਉਹਨੇ ਪ੍ਰੂਵ ਕਰ ਦਿੱਤਾ ਵੀ ਜ਼ਰੂਰੀ ਨਹੀਂ ਹੈ ਕਿਸਾਨ ਜਿਹੜਾ ਪੰਜਾਬੀ ਬੋਲੇ ਜਾਂ ਹਿੰਦੀ ਬੋਲੇ, ਰਾਈਟ, ਜਾਂ ਖੇਤਰੀ ਭਾਸ਼ਾ ਬੋਲੇ ਉਹੀ ਕਿਸਾਨ ਹੈ। ਅੱਜ ਕੱਲ ਪੜ੍ਹੇ ਲਿਖੇ ਵੀ ਡਿਗਰੀਆਂ ਕਰਕੇ ਵੀ ਕਿਸਾਨੀ ਕਰਦੇ ਪਏ, ਰਾਈਟ। ਮੇਰੇ ਵਰਗਾ IT ਦੇ ਵਿੱਚ ਕਰ ਰਿਹਾ, ਮੈਂ ਆਪਣੀ ਸਿਹਤ ਲਈ ਵੀ ਮੈਂ ਚੰਗਾ ਖਾਣਾ ਖਾਣਾ, ਆਪਣੀ ਫੈਮਿਲੀ ਨੂੰ ਚੰਗਾ ਕਰਨਾ, ਮੈਂ ਇਸ ਫੀਲਡ ਦੇ ਵਿੱਚ ਆ ਗਿਆ, ਰਾਈਟ। ਹੁਣ ਜਦੋਂ ਆਪਾਂ ਇਸ ਚੀਜ਼ ਦੇ ਵਿੱਚ ਆਏ ਹਾਂ, ਰਾਈਟ, ਤੇ ਇਹਦੇ ਵਿੱਚ ਸਾਨੂੰ ਇਹ ਨਹੀਂ ਹੈ ਵੀ ਮੈਨੂੰ ਬੋਲਣਾ ਕੀ ਆਉਂਦਾ ਜਾਂ ਕਿੱਦਾਂ ਨਹੀਂ ਆਉਂਦਾ। ਮੈਨੂੰ ਇਹ ਹੈ ਵੀ ਮੈਂ ਜੋ ਇਹ ਖੇਤੀ ਕਰ ਰਿਹਾ ਆਪਾਂ ਉਹਦੇ ਵਿੱਚ ਸਕਸੈਸਫੁਲ ਕਿਵੇਂ ਹੋ ਸਕਦੇ। ਉਹ ਆਪਾਂ ਸਕਸੈਸਫੁਲ ਦਾ ਇੱਕ ਮੰਤਰ ਬੜਾ ਵਧੀਆ ਆਪਾਂ ਤਿੰਨਾਂ ਜਣਿਆਂ ਨੇ, ਮੈਂ, ਵਰਿੰਦਰ ਚੌਧਰੀ ਐਂਡ ਚਾਚਾ ਜੀ ਨੇ, ਆਪਾਂ ਸ਼ੁਰੂ ਕੀਤਾ। ਉਹਦੇ ਵਿੱਚ ਆਪਾਂ ਬੜੇ ਕਲੀਅਰ ਸੀਗੇ ਵੀ ਸਾਨੂੰ ਪਹਿਲਾਂ ਤਾਂ ਇਹ ਹੈ ਵੀ ਆਪਾਂ ਕੁਝ ਫੈਮਲੀਆਂ ਨੂੰ ਜੋੜੀਏ ਆਪਣੇ ਨਾਲ, ਜਿਹਨੂੰ ਆਪਾਂ ਕਮਿਊਨਿਟੀ ਫਾਰਮਿੰਗ ਦਾ ਰੂਪ ਬੋਲਿਆ, ਰਾਈਟ। ਤੇ ਕਮਿਊਨਿਟੀ ਫਾਰਮਿੰਗ ਦੇ ਵਿੱਚ ਮੈਂਬਰਸ ਆਪਾਂ ਜੋੜੀਏ, ਉਹਨਾਂ ਨੂੰ ਕਨਵਿੰਸ ਕਰੀਏ ਵੀ ਬਸ ਜੋ ਵੀ ਸਾਡੇ ਕੋਲੋਂ ਆਊਗਾ ਉਹ ਪੈਸਟੀਸਾਈਡ ਫ੍ਰੀ, ਜ਼ਹਿਰ ਮੁਕਤ ਆਊਗੀਆਂ ਚੀਜ਼ਾਂ। ਇਹ ਕਮਿਊਨਿਟੀ ਫਾਰਮਿੰਗ ਤੇ ਅਰਬਨ ਫਾਰਮਿੰਗ ਜਾਂ ਤੁਸੀਂ ਕਹਿ ਲਓ ਇੰਡਸਟਰੀਅਲ ਫਾਰਮਿੰਗ, ਇਹ ਅੱਜ ਕੱਲ੍ਹ ਕਿਸਾਨਾਂ ਨੂੰ ਬਹੁਤ ਡਰਾ ਰਹੀ ਹੈ। ਕਮਿਊਨਿਟੀ ਫਾਰਮਿੰਗ ਦਾ ਮਤਲਬ ਥੋੜਾ ਸ਼ਬਦ ਸਮਝਾ ਦਿਓ, ਅਰਥ ਸਮਝਾ ਦਿਓ। ਕਿਉਂਕਿ ਮੈਂ ਅਗਰ ਸਿੰਪਲ ਤਰੀਕੇ ਦੇ ਵਿੱਚ ਬੋਲਾਂ, ਕਿਸਾਨ ਡਾਇਰੈਕਟਲੀ ਐਂਡ ਯੂਜ਼ਰ ਨੂੰ ਮਿਲ ਰਿਹਾ। ਅੱਛਾ, ਰਾਈਟ। ਵਿਚੋਲੀਆ ਪਾਣਾ ਤੁਸੀਂ ਖਤਮ ਕਰ ਰਹੇ ਹੋ। ਵਿਚੋਲੀਆ ਵੀ ਖਤਮ, ਸਭ ਕੁਝ ਖਤਮ। ਐਂਡ ਯੂਜ਼ਰ ਦੀ ਵੀ ਉਹੀ
ਰਿਕੁਆਇਰਮੈਂਟ ਹੈ ਜੋ ਕਿਸਾਨ ਦੀ ਹੈ। ਕਿਸਾਨ ਕਹਿੰਦਾ ਮੈਂ ਜਿਹੜੀ ਪ੍ਰੋਡਿਊਸ ਕਰਦਾ ਉਹ ਮੈਂ ਵੇਚਾਂ ਕਿੱਥੇ, ਐਂਡ ਯੂਜ਼ਰ ਕਹਿੰਦਾ ਮੈਨੂੰ ਇਹੋ ਜਿਹੇ ਕਿਸਾਨ ਮਿਲਣ ਜਿਹੜੇ ਕੈਮੀਕਲ ਫ੍ਰੀ, ਪੈਸਟੀਸਾਈਡ ਫ੍ਰੀ, ਜ਼ਹਿਰ ਮੁਕਤ ਫ੍ਰੀ ਮੈਨੂੰ ਸਬਜ਼ੀਆਂ ਦੇ ਸਕਣ। ਆਪਾਂ ਉਹ ਇਨੀਸ਼ੀਏਟਿਵ ਲੈ ਲਿਆ। ਡੈਫੀਨਿਟਲੀ ਐਡਰੈਸ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ, ਆਪਾਂ ਸਾਨੂੰ ਪਤਾ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਸੇਲਸ ਹੈ, ਰਾਈਟ। ਦੇਖੋ ਐਂਡ ਯੂਜ਼ਰ ਕਿਵੇਂ ਲੱਭਣਗੇ? ਕਿਸਾਨ ਮਿਹਨਤ ਕਰਨੀ ਜਾਣਦਾ ਏ, ਫਸਲ ਉਗਾਣੀ ਜਾਣਦਾ ਏ, ਧੁੱਪੇ ਆਪਣੇ ਆਪ ਨੂੰ ਝੂਲਸਣਾ ਜਾਣਦਾ, ਵੀ ਉਹਨੂੰ ਪਤਾ ਵੀ ਧੁੱਪ ਪੈ ਰਹੀ ਆ ਤਾਂ ਮੈਂ ਗੋਡੀ ਕਰਨੀ, ਮੈਂ ਫਸਲ ਨੂੰ ਪਾਣੀ ਲਾਣਾ ਹੈ, ਉਹਨੂੰ ਸਾਰਾ ਕੁਝ ਪਤਾ ਹੈ। ਲੇਕਿਨ ਦਿੱਕਤ ਇੱਥੇ ਆ ਜਾਂਦੀ ਹੈ ਵੀ ਜਿਹੜੀ ਸਬਜ਼ੀ ਉਹ ਮੰਡੀ 'ਚ ਵੇਚਣ ਜਾਂਦਾ ਹੈ ਉੱਥੇ ਉਹ 2 ਰੁਪਏ ਕਿਲੋ ਦੇ ਹਿਸਾਬ ਨਾਲ ਹੁੰਦੀ ਹੈ, ਤੇ ਜਦੋਂ ਕੋਈ ਵਿਕਰੇਤਾ ਵੇਚਦਾ ਅੱਗੇ ਜਾ ਕੇ ਉਹਨੂੰ ਜਿੱਥੇ ਅਸੀਂ ਨਾਰਮਲ ਬੰਦਾ ਉਹਨੂੰ ਖਰੀਦਣ ਜਾਂਦਾ ਹੈ ਤਾਂ ਉਹ ਉਹੀ 20 ਰੁਪਏ 25 ਰੁਪਏ 30 ਰੁਪਏ ਤੱਕ ਦੀ ਪਹੁੰਚ ਜਾਂਦੀ ਆ। ਉਹਨੂੰ ਤਾਂ ਵਿਚਾਰੇ ਨੂੰ 2 ਰੁਪਏ ਮਿਲਦੇ ਆ, ਸਾਰੀ ਉਮਰ ਉਹ ਆਪਣਾ ਉੱਥੇ ਲੱਗਿਆ ਰਹਿੰਦਾ, ਫਿਰ ਵੀ ਉਹਦੇ ਆਰਥਿਕ ਹਾਲਾਤ ਉਹੋ ਜਿਹੇ ਰਹਿ ਜਾਂਦੇ ਆ। ਤੁਸੀਂ ਆਪਣੇ ਆਪ ਹੀ ਕੁਐਸਚਨ ਕਰਕੇ ਉਹਦਾ ਜਵਾਬ ਵੀ ਤੁਸੀਂ ਦੇਤਾ ਵਿੱਚ ਹੀ। ਉਹ ਇਹ ਹੈ ਵੀ ਕਿਸਾਨ ਨੂੰ ਤਾਂ 2 ਰੁਪਏ ਮਿਲਦੇ ਪਏ ਤੇ ਵਿਕਦਾ 25 ਰੁਪਏ ਦਾ। ਜੇ ਆਪਾਂ ਇਹੀ ਡਾਇਰੈਕਟ ਕੰਜ਼ਿਊਮਰ ਕੋਲ ਕਿਸਾਨ ਜਾਣ ਲੱਗ ਪਏ ਆਪਣੀਆਂ ਚੀਜ਼ਾਂ ਦੀ, ਉਹਨੂੰ ਇੱਕ ਤਰ੍ਹਾਂ ਦਾ ਪ੍ਰੋਸੈਸਿੰਗ ਕਰਕੇ ਲੈ ਕੇ ਜਾਣ ਲੱਗ ਪਏ ਚੀਜ਼ਾਂ ਦੀ, ਤਾਂ ਉਹਨੂੰ ਜ਼ਿਆਦਾ ਪੈਸੇ ਮਿਲਣ ਲੱਗ ਪੈਣਗੇ। ਬਟ ਇਹ ਹਰ ਕਿਸਾਨ ਨਹੀਂ ਕਰ ਪਾਏਗਾ। ਆਪਣੀ ਸਬਜ਼ੀ ਬੀਜ ਕੇ ਆਪ ਹੀ ਮੰਡੀਕਰਨ ਕਰ ਦੋਗੇ। ਹਾਂ, ਆਪ ਹੀ ਮੰਡੀਕਰਨ, ਡਾਇਰੈਕਟ ਕਸਟਮਰ ਜਿਹੜੇ ਕੰਜ਼ਿਊਮਰ ਹੈਗੇ ਉਹਨਾਂ ਕੋਲ ਜਾਓ। ਬਥੇਰੇ ਕਿਸਾਨ ਹੈ ਜਿਹੜੇ ਕਰ ਰਹੇ ਆ। ਇਨਫੈਕਟ ਚਾਚਾ ਜੀ ਦੇ ਬਹੁਤ ਸਾਰੇ ਫਰੈਂਡ ਸੀਗੇ ਜਿਹੜੇ ਇਹਨਾਂ ਨੇ ਨਾਲ ਜੋੜੇ, ਰਾਈਟ। ਉਹ ਬੰਦੇ ਬੜੇ ਐਪਰੀਸ਼ੀਏਟ ਕਰਦੇ ਆ। ਉਹ ਸਾਡੇ ਤਾਂ ਇੱਕ ਬੰਦੇ ਨੂੰ ਠੀਕ ਲੱਗਦਾ, ਉਹ 4 ਬੰਦਿਆਂ ਨੂੰ ਜੋੜ ਦਿੰਦਾ। ਬਟ ਸਾਡੀ ਕੰਡੀਸ਼ਨ ਕੀ, ਆਪਾਂ 1 ਏਕੜ ਤੋਂ ਮੈਕਸਿਮਮ 25 ਫੈਮਲੀਆਂ ਨੂੰ ਜੋੜਨਾ, ਉਸ ਤੋਂ ਉੱਪਰ ਜਾਣਾ। ਇਹ ਆਈਡੀਆ ਕਿੱਦਾਂ ਆਇਆ ਤੁਹਾਡੇ ਦਿਮਾਗ ਦੇ ਵਿੱਚ? ਇਹ ਮਤਲਬ ਕਿ ਵੀ ਆਪਾਂ ਇਹ ਫਾਰਮਿੰਗ ਇਦਾਂ ਦੀ ਕਰਨੀ ਹੈ ਵੀ ਜਿਹਦੇ ਵਿੱਚ ਆਪਾਂ ਪਰਿਵਾਰਾਂ ਨੂੰ ਨਾਲ ਜੋੜੀਏ ਤੇ ਉਹਨਾਂ ਨੂੰ ਇੱਕ ਕਿਆ ਕਹਿੰਦੇ ਹੁੰਦੇ ਕੀਟਾਣੂ ਰਹਿਤ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਈਏ, ਸੀਜ਼ਨਲ ਕੀਟਾਣੂ ਰਹਿਤ ਚੀਜ਼ਾਂ। ਵੀ ਆਪਾਂ ਸੀਜ਼ਨਲ ਤੇ ਕੈਮੀਕਲ ਫ੍ਰੀ, ਜ਼ਹਿਰ ਮੁਕਤ ਆਪਾਂ ਖਾਣਾ ਪ੍ਰੋਵਾਈਡ ਕਰੀਏ। ਕਿਉਂ? ਕਿਉਂਕਿ ਉਹ ਮੇਰੀ ਜਿਹੜੀ ਫੈਮਿਲੀ ਆ ਉਹਨੂੰ ਵੀ ਤਾਂ ਉਹੀ ਚੀਜ਼ ਚਾਹੀਦੀ। ਜਦੋਂ ਮੈਂ ਆਪਣੀ ਫੈਮਿਲੀ ਲਈ ਇਹ ਸੋਚ ਰਿਹਾ ਤਾਂ ਮੈਨੂੰ ਇਹ ਲੱਗਿਆ ਵੀ ਜੇ ਸਾਡੇ ਕੋਲ 2 ਏਕੜ ਜਗ੍ਹਾ ਹੈ, ਇਹਨੂੰ ਐਕਸਟੈਂਡ ਕਰ ਦਿੰਨੇ ਆ। ਆਪਣੇ ਫਰੈਂਡਸ ਜਾਂ ਜਿਹੜੀ ਕਮਿਊਨਿਟੀ ਦੇ ਵਿੱਚ ਕੋਈ ਫਾਰਮ ਹੈਗੇ ਆ ਉਹਨੂੰ ਆਪਾਂ ਨਾਲ ਐਕਸਟੈਂਡ ਕਰ ਦੇਣਾ। ਉਸ ਤਰੀਕੇ ਨਾਲ ਫਿਰ ਆਪਾਂ ਇਹ ਆਈਡੀਆ ਲੈ ਕੇ ਇਹਨੂੰ ਇੱਕ ਪਾਰਟਿਕੂਲਰ ਪ੍ਰੋਜੈਕਟ ਬਣਾਇਆ। ਉਹਦੇ ਵਿੱਚ ਸਾਨੂੰ ਪੇਪਰ ਦੇ ਉੱਪਰ ਉਹਦੀ ਕੈਲਕੂਲੇਸ਼ਨ ਸਾਰੀਆਂ ਬੈਸਟ ਲੱਗੀਆਂ। ਆਪਾਂ ਕਿਹਾ ਠੀਕ ਹੈ, ਲੈਟਸ ਡੂ ਇਟ। ਆਪਾਂ ਇਹਨੂੰ ਕਮਰਸ਼ੀਅਲ ਨਹੀਂ ਕੀਤਾ। ਕਮਰਸ਼ੀਅਲ ਇਨ ਸੈਂਸ ਵੀ ਆਪਾਂ ਸਿਰਫ ਮੈਂਬਰਸ ਨੂੰ ਦਿੰਨੇ ਆ, ਜੋ ਪ੍ਰੋਡਿਊਸ ਹੁੰਦਾ ਡਿਸਟ੍ਰੀਬਿਊਟ ਕਰ ਦਿੰਨੇ ਆ, ਇਕੁਅਲੀ ਡਿਵਾਈਡ ਕਰ ਦਿੰਨੇ ਆ। ਬਟ ਜੋ ਬਾਕੀ ਸਾਡੀਆਂ ਜਿਹੜੇ ਸਪੋਰਟਿੰਗ ਸਟਰਕਚਰਸ ਹੈਗੇ ਆ, ਉਹ ਜਿਵੇਂ ਡੈਰੀ ਫਾਰਮ ਹੋ ਗਿਆ, ਮੱਖੀਆਂ ਦਾ ਹੋ ਗਿਆ, ਮਸ਼ਰੂਮ ਹੋ ਗਿਆ, ਜਾਂ ਆਪਾਂ ਕੁਕੜੀਆਂ ਰੱਖੀਆਂ ਹੋਈਆਂ, ਰਾਈਟ, ਉਹਨਾਂ ਦਾ ਹੋ ਗਿਆ, ਉਹ ਆਪਾਂ ਕਮਰਸ਼ੀਅਲ ਕਰਦੇ ਆ। ਉਹਦਾ ਇੱਕ ਰੇਟ ਫਿਕਸ ਆਪਾਂ ਕਰਦੇ ਆ, ਮਾਰਕੀਟ ਰੇਟ ਤੋਂ ਥੋੜਾ ਜ਼ਿਆਦਾ ਵੀ ਹੈਗਾ, ਉਹਦੇ ਮੁਤਾਬਕ ਆਪਾਂ ਕਰਦੇ ਆ। ਜਿਵੇਂ ਘਿਓ ਆਪਾਂ ਬਣਾ ਕੇ ਦਿੰਨੇ ਆ, 2500 ਰੁਪਏ ਕਿਲੋ ਦਿੰਨੇ ਆ। 2500 ਰੁਪਏ ਕਿਲੋ ਘਿਓ? ਹਾਂਜੀ, ਦੇਸੀ ਘਿਓ, ਦੇਸੀ ਸ਼ਾਹੀਵਾਲ। ਲੋਕੀ ਖਰੀਦਦੇ ਨੇ? ਖਰੀਦਦੇ ਮਤਲਬ ਅਮੂਮਨ ਕਿੰਨੇ ਕ ਬੰਦੇ ਹੁਣ ਤੱਕ ਖਰੀਦ ਚੁੱਕੇ ਨੇ, ਜਾਂ ਕਿੰਨਾ ਕੁ ਤੁਸੀਂ ਪ੍ਰੋਡਿਊਸ ਕਰਦੇ ਪਏ ਆ? ਕਿਉਂਕਿ 2500 ਰੁਪਏ ਬਹੁਤ ਜ਼ਿਆਦਾ ਹੋ ਜਾਂਦਾ ਇੱਕ ਹਿਸਾਬ ਦਾ। ਸਾਡਾ ਤਾਂ ਏਦਾਂ ਹੈ, ਮਤਲਬ ਚਾਚਾ ਜੀ, ਕਿਉਂਕਿ ਸਾਰਾ ਆਪਰੇਸ਼ਨਸ ਚਾਚਾ ਜੀ ਕਰਦੇ ਆ। ਇਹ ਹੈ ਵੀ ਆਪਾਂ ਅਗਰ 20 ਕਿਲੋ ਬਣਾਉਂਦੇ ਆ ਮਹੀਨੇ ਦੇ ਵਿੱਚ, ਐਗਜ਼ਾਮਪਲ ਲੈ ਰਹੇ ਆ 20 ਕਿਲੋ, ਸਾਡੇ ਕੋਲ 30 ਕਿਲੋ ਦੇ ਆਰਡਰ ਹੁੰਦੇ ਆ। ਚਾਚਾ ਜੀ, ਸੇਰਾ ਤੁਹਾਡੇ ਵੱਲ ਜਾ ਰਿਹਾ। ਤੁਸੀਂ ਪਹਿਲਾਂ ਆਪਣੀ ਬੈਕਗ੍ਰਾਉਂਡ ਦੱਸੋ ਵੀ ਤੁਹਾਡੀ ਬੈਕਗ੍ਰਾਉਂਡ ਦੇ ਵਿੱਚ ਹੈ ਕੀ ਆ? ਮਤਲਬ ਜਿਹੜਾ ਤੁਸੀਂ ਇਹ ਜਿਹਾ ਇੱਕ ਆਈਟੀ ਵਾਲੇ ਪ੍ਰੋਫੈਸ਼ਨਲ ਬੰਦੇ ਨੂੰ ਇੱਧਰ ਖੇਤੀਬਾੜੀ ਵੱਲ ਲੈ ਆਂਦਾ, ਚੰਗਾ ਮੈਨੂੰ ਲੱਗਦਾ ਪੈਸਾ ਕਮਾਉਂਦੇ ਹੋਣੇ ਉਹ ਤਾਂ। ਨਹੀਂ, ਪਤਾ ਕੀ ਹੈ ਜੀ, ਮੈਂ ਤਾਂ ਆਪ ਜੌਬ ਕਰਦੇ ਪਿਆ ਮੰਡੀ ਬੋਰਡ ਦੇ ਤੇ ਉੱਥੋਂ ਰਿਟਾਇਰ ਹੋਇਆ ਮਈ 2020 ਦੇ ਵਿੱਚ। ਇਹਨਾਂ ਨੇ ਨਵੰਬਰ 19 ਚ ਕੰਮ ਸ਼ੁਰੂ ਕੀਤਾ। ਠੀਕ ਹੈ। ਉਸ ਤੋਂ ਬਾਅਦ ਪਹਿਲਾਂ ਤਾਂ ਸਾਰਾ ਅਸੀਂ ਸਬਜ਼ੀ ਦੇ ਕੰਮ ਸ਼ੁਰੂ ਕੀਤਾ ਜੀ। ਉਸ ਤੋਂ ਬਾਅਦ ਫਿਰ ਅਸੀਂ ਡੇਅਰੀ ਵਾਲੇ ਪਾਸੇ ਚੱਲ ਪਏ। ਪਹਿਲਾਂ ਸਾਨੂੰ ਇਹ ਸੀ ਆਪਾਂ ਦੁੱਧ ਵੇਚੋ, ਫਿਰ ਸਾਨੂੰ ਦੁੱਧ ਡੇਅਰੀ ਫਾਰਮਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ ਪੰਜਾਬ 'ਚ, ਬਹੁਤ ਵੱਡੇ ਪੱਧਰ ਤੇ ਗਿਰੀ ਵੀ ਥੱਲੇ। ਲੇਬਰ ਵੀ ਜਾਓ, ਸਵਾ ਲੈ ਕੇ ਜਾਓ, ਅਲੱਗ ਮੈਂ ਤਾਂ ਪਿੰਡ ਜਾਣਾ, ਦੁੱਧ ਦੇਖਣਾ ਜੀ 4 ਦਿਨਾਂ। ਹਣਾ ਜਦ ਉਹਦਾ ਦੁੱਧ ਖਰਾਬ ਹੋ ਗਿਆ ਯਾਰ, ਕੋਈ ਨਾ ਕੋਈ ਪ੍ਰੋਬਲਮ ਜਾ ਜਾਂਦੀ। ਪਰ ਅਸੀਂ ਦੁੱਧ ਵੇਚੇ ਹੀ ਨਹੀਂ, ਪਹਿਲਾਂ ਏਰੀਆ ਹੀ ਬਣਾ ਲਿਆ ਸੀਗਾ। ਬਣਾ ਕੇ ਫਿਰ ਅਸੀਂ ਦੁੱਧ ਘਿਓ ਕੱਢਣਾ ਸ਼ੁਰੂ ਕਰਤਾ। ਉਹਦੇ ਵਿੱਚ ਸਾਤੋਂ ਬਨੂੜ ਤੋਂ, ਪੰਚਕੂਲੇ ਤੋਂ, ਚੰਡੀਗੜ੍ਹ ਤੋਂ, ਦਿੱਲੀ ਤੋਂ, ਗੁੜਗਾਉਂ ਤੋਂ, ਅੱਛਾ, ਪੰਜਾਬ ਦੇ ਮੈਂਬਰ ਹੈ, ਜਿਸ ਤਰ੍ਹਾਂ ਆਲਮੋਸਟ ਨਾਰਥ ਹੋ ਗਿਆ ਸਾਹਿਬ ਸਾਡੇ ਸੰਗਰੂਰ ਤੋਂ ਹੈ। ਉਹ ਅਕਸਰ ਹੀ ਮੈਂ ਪਰਸੋਂ 2 ਕਿਲੋ ਘਿਓ 5000 ਰੁਪਏ ਤੋਂ ਲੈ ਕੇ ਆਇਆ। ਅੱਛਾ। ਹਾਂਜੀ, ਉਹਨਾਂ ਮੈਂ ਇੱਥੋਂ ਜਾਣਾ ਸੀਗਾ ਤੇ 2 ਕਿਲੋ ਘਿਓ ਦੇ ਕੇ 5000 ਰੁਪਏ ਨੂੰ ਦਿੱਤਾ, ਮੈਨੂੰ ਖੁਸ਼ ਹੋ ਕੇ ਦਿੱਤਾ ਇਹਨਾਂ ਨੇ, ਕਿਉਂਕਿ ਆਪ ਆਰਗੈਨਿਕ ਖੇਤੀ ਕਰਦੇ। ਪਰ ਲੈਂਦਾ ਉਹ ਹੈ ਜਿਹਨੂੰ ਇਸ ਗੱਲਾਂ ਦਾ ਪਤਾ। ਇਹ ਨਹੀਂ ਹੈ ਵੀ ਹਰ ਇੱਕ ਬੰਦਾ ਤੁਹਾਡੇ ਵਰਗਾ ਮਹਿੰਗਾ ਸਬਜ਼ੀ ਤਾਂ ਨਹੀਂ ਮਹਿੰਗੀ ਲੱਗਦੀ ਹੁਣ ਤਾਂ। ਜਿਹੜਾ ਉਹਦੀ ਸਿਹਤ ਕਰਕੇ ਲੈਂਦਾ ਉਹ ਤਾਂ ਠੀਕ ਹੈ। ਜੇ ਤੁਸੀਂ ਕਹੋਗੇ ਵੀ ਵੈਸੇ ਇਹਨਾਂ ਦਾ ਮਹਿੰਗਾ ਫੇਰ ਨਹੀਂ, ਮੇਰੇ ਕਹਿਣ ਦਾ ਭਾਵ ਆਪਾਂ ਬੰਦੇ ਨੂੰ ਕਨਵਿੰਸ ਕਿੱਦਾਂ ਕਰਾਂਗੇ ਵੀ ਹਾਂ ਪ੍ਰਾਇੋਰਟੀ ਲੈਵਲ ਨੂੰ ਕਿੱਦਾਂ ਆਪਾਂ ਫਾਈਂਡ ਆਊਟ ਕਰਾਂਗੇ? ਕਿੱਥੇ 650 ਰੁਪਏ ਆ, ਕਿੱਥੇ 2500 ਰੁਪਏ, ਉਹਦਾ ਫਰਕ ਆ। ਸਿੰਪਲ ਕੈਲਕੂਲੇਸ਼ਨ ਮੈਂ ਤੁਹਾਨੂੰ ਦੱਸਦਾ ਜੀ, ਬਾਕੀ ਤਾਂ ਛੱਡ ਦੋ। ਅੱਜ ਨਾਰਮਲ ਮਾਰਕੀਟ ਦੇ ਵਿੱਚ ਦੁੱਧ ਜਿਹੜਾ ਹੈ ਉਹ 70 ਰੁਪਏ ਨਾਰਮਲ ਮਿਲ ਰਿਹਾ। ਮਿਲਦਾ ਜੀ। ਜੇ ਆਪਾਂ ਗਾਵਾਂ ਦੀ ਗੱਲ ਕਰ ਲੈਂਦੇ ਆ 70 75 ਰੁਪਏ ਮਿਲ ਰਿਹਾ। ਠੀਕ ਹੈ। ਹੁਣ ਉਹ 70 ਦੇ ਹਿਸਾਬ ਨਾਲ ਤੁਸੀਂ ਕੈਲਕੂਲੇਸ਼ਨ ਕਰ ਲਓ, ਗਾਂ ਦਾ ਜਿਹੜਾ ਘੀ ਜਿਹੜਾ ਹੈਗਾ
ਉਹ 23 ਲੀਟਰ ਤੋਂ ਲੈ ਕੇ 25 ਲੀਟਰ ਦੇ ਵਿੱਚ 1 ਲੀਟਰ ਤੁਹਾਡਾ ਘਿਓ ਨਿਕਲਦਾ ਜੇ ਉਹ 23 ਤੋਂ 25 ਚ ਨਿਕਲਦਾ ਤੁਸੀਂ 25 ਨੂੰ ਮਲਟੀਪਲਾਈ ਬਾਈ 70 ਕਰ ਲਓ 1500 ਰੁਪਏ ਤੋਂ ਉੱਪਰ ਹੋ ਗਿਆ ਸੋ ਜੋ ਅਗਰ 1500 ਰੁਪਏ ਤੋਂ ਉੱਪਰ 1600 ਰੁਪਏ ਤੋਂ ਉੱਪਰ ਤੁਹਾਨੂੰ ਦੁੱਧ ਪੈ ਰਿਹਾ 25 ਲੀਟਰ ਹੁਣ ਉਹਦੇ ਉੱਪਰ ਪ੍ਰੋਸੈਸਿੰਗ ਕੀਤੀ ਤੁਸੀਂ ਟਾਈਮ ਵੀ ਲਗਾਇਆ ਪ੍ਰੋਸੈਸਿੰਗ ਕੀਤੀ ਉਹਦੇ ਵੀ 10-15 ਰੁਪਏ 20 ਰੁਪਏ ਲੱਗੇ ਐਡ ਆਨ ਹੋਇਆ ਜੇ 20 ਰੁਪਏ ਨਾਲ ਵੀ ਤੁਸੀਂ ਕਰੋ ਤਾਂ 500 ਰੁਪਏ ਹੋਰ ਹੋ ਗਿਆ 2000 ਤੇ ਤਾਂ ਤੁਹਾਡੀ ਕਾਸਟ ਆ ਗਈ ਤੇ 2500 ਕਿਵੇਂ ਹੋ ਗਿਆ 40 ਗ੍ਰਾਮ ਘਿਓ ਨਿਕਲਦਾ ਨਹੀਂ 1 ਕਿਲੋ ਦੁੱਧ 1 ਕਿਲੋ ਦੁੱਧ ਦੇ ਵਿੱਚੋਂ 40 ਗ੍ਰਾਮ ਘਿਓ ਨਿਕਲਦਾ ਨਹੀਂ ਅੱਛਾ ਜੀ 35 37 40 ਨਾ ਮੈਕਸਿਮਮ ਹੈ ਉਹ ਡਿਪੈਂਡ ਕਰਦਾ ਹੈ ਕਿਉਂਕਿ ਜਿਹੜੀਆਂ ਕਿਹੜੀ ਬਰੀਡ ਦੀ ਤੁਹਾਡੇ ਕੋਲ ਗਾਂ ਹੈ ਤੁਸੀਂ ਦੁੱਧ ਕਿੰਨੇ ਰੁਪਏ ਕਿਲੋ ਵੇਚ ਰਹੇ ਹੋ ਦੁੱਧ ਆਪਾਂ ਵੇਚ ਹੀ ਨਹੀਂ ਰਹੇ ਕਿਉਂ ਵਾਸਤੇ ਆਪਾਂ ਸਿਰਫ ਘਿਓ ਵੇਚ ਰਹੇ ਹਾਂ ਔਰ ਘਿਓ ਆਪਾਂ 2500 ਰੁਪਏ ਕਿਲੋ ਵੇਚ ਰਹੇ ਹਾਂ ਤੇ ਕਿਹੜੀਆਂ ਗਾਵਾਂ ਤੁਸੀਂ ਰੱਖੀਆਂ ਹੋਈਆਂ ਆਪਾਂ ਸ਼ਾਹੀਵਾਲ ਨਸਲ ਦੀਆਂ ਗਾਵਾਂ ਰੱਖੀਆਂ ਦਿਖਾਓ ਪਲੀਜ਼ ਹਾਂ ਦੇਸੀ ਗਾਵਾਂ ਜਿਹੜੀਆਂ ਹੈਗੀਆਂ ਜੀ ਉਹ ਰੱਖੀਆਂ ਆਪਾਂ ਸ਼ਾਹੀਵਾਲ ਤੇ ਆਪਾਂ ਸ਼ਾਹੀਵਾਲ ਜਿਹੜੀ ਹੈਗੀ ਆ ਉਹ ਇੱਥੇ ਲੋਕਲ ਹੈਗੀ ਹੈ ਸਿੰਧ ਪ੍ਰਾਂਤ ਤੋਂ ਸੀਗੀ ਕਿਉਂਕਿ ਵਾਲੇ ਸਾਹਿਬ ਡੈਰੀ ਫਾਰਮਿੰਗ ਇੱਕ ਟਾਈਮ ਤੇ ਬਹੁਤ ਵੱਡੇ ਪੱਧਰ ਤੇ ਚੱਲਿਆ ਸੀ ਪੰਜਾਬ ਦੇ ਵਿੱਚ ਲੇਕਿਨ ਉਨੇ ਹੀ ਵੱਡੇ ਪੱਧਰ ਤੇ ਉਹ ਫਲॉप ਵੀ ਹੋਇਆ ਕਿਉਂਕਿ ਲੋਕਾਂ ਨੇ ਜ਼ਿਮੀਂਦਾਰਾਂ ਨੇ ਗਾਈਆਂ ਜ਼ਰੂਰ ਰੱਖ ਲਈਆਂ ਸੀਗੀਆਂ ਪਰ ਉਹਨਾਂ ਦੀ ਦੇਖ ਰੇਖ ਸੰਭਾਲ ਉਸ ਚੀਜ਼ ਦਾ ਬਹੁਤ ਫਰਕ ਹੈ ਇਹ ਇੰਡੀਅਨ ਬਰੀਡ ਆ ਇਹ ਪੰਜਾਬ ਦੀ ਬਰੀਡ ਆ ਇਹ ਹੁਣ ਤੁਸੀਂ ਧੁੱਪੇ ਰੱਖੀ ਹੋਈਆਂ ਹੁਣ ਮੈਂ ਕਈ ਦੇਖੇ ਵੱਡੇ ਫਾਰਮ ਹਾਊਸ ਬਣੇ ਹੋਏ ਸੀਗੇ ਉਹਦੇ ਵਿੱਚ ਅਮਰੀਕਨ ਬਰੀਡ ਦੀਆਂ ਗਾਵਾਂ ਆਈਆਂ ਹੋਈਆਂ ਸੀਗੀਆਂ ਲੇਕਿਨ ਉਹ ਹੱਫ ਜਾਂਦੀਆਂ ਸੀਗੀਆਂ ਧੁੱਪੇ ਉਹਨਾਂ ਦਾ ਪੱਖੇ ਲਾ ਕੇ ਰੱਖਣੇ ਪੈਂਦੇ ਸੀਗੇ ਇਹ ਤੁਸੀਂ ਇੱਥੇ ਰੱਖੀਆਂ ਹੋਈਆਂ ਤੁਹਾਨੂੰ ਇਹ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਬੰਦਿਆਂ ਦਾ ਫਲॉप ਹੋ ਚੁੱਕਿਆ ਕੰਮ ਵੀ ਤੁਸੀਂ ਜ਼ਿਆਦਾ ਉਹ ਚ ਚਲੇ ਗਏ ਵੱਡੇ ਪੱਧਰ ਤੇ ਚਲੇ ਗਏ ਆ ਜਾਂ ਕੀ ਦਿੱਕਤ ਕੀ ਰਹੀ ਉਹਨਾਂ ਦੀ ਦੇਖੋ ਮੈਂ ਆਪਾਂ ਇਹ ਤਾਂ ਨਹੀਂ ਜਾਣਦੇ ਵੀ ਫਲॉप ਕਿਉਂ ਹੋ ਗਏ ਬਟ ਮੈਨੂੰ ਮੇਜਰ ਕਾਰਨ ਇਹ ਲੱਗਦਾ ਹੈ ਵੀ ਸਭ ਤੋਂ ਜ਼ਿਆਦਾ ਲੋਕਾਂ ਨੇ ਬਲੈਤੀ ਗਾਵਾਂ ਰੱਖ ਕੇ ਬਲੈਤੀ ਗਾਵਾਂ 5 ਸਾਲ ਬਾਅਦ 6 ਸਾਲ ਬਾਅਦ ਜੋ ਮੈਨੂੰ ਇਨਫੋਰਮੇਸ਼ਨ ਪਤਾ ਲੱਗਦਾ ਜਿਨ੍ਹਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਰੱਖਿਆ ਉਹ 6 ਸਾਲ ਬਾਅਦ ਖਤਮ ਹੋ ਜਾਂਦੀਆਂ ਮਤਲਬ ਦੁੱਧ ਦਾ ਘਟ ਜਾਂਦਾ ਇਹ ਉਹ ਸਾਰਾ ਕੁਝ ਜਦੋਂ ਆਪਾਂ ਦੇਸੀ ਗਾਵਾਂ ਦੀ ਗੱਲ ਕਰਦੇ ਆ ਤੁਸੀਂ ਹੁਣ ਹਫਨ ਦੀ ਗੱਲ ਕੀਤੀ ਆ ਤੁਸੀਂ ਦੇਖ ਲਓ ਸ਼ਾਰਟ ਲਓ ਕੋਈ ਵੀ ਹਫ ਰਹੀ ਹੈ ਕਿਉਂਕਿ ਲੋਕਲ ਇੱਥੇ ਦੇ এনवायरमेंट ਚ ਪਲੀ ਬੜੀ ਗਾਂ ਹੈ ਰਾਈਟ ਇਹ ਇੱਥੇ ਹੀ ਪੈਦਾ ਹੋਈ ਇਹ ਜੋ ਸ਼ਾਹੀਵਾਲ ਜਿਹੜੀ ਹੈ ਉਹ ਇੱਥੇ ਦੀ ਹੈ ਥਾਰ ਪਾਰਕਰ ਫਿਰ ਤੁਹਾਡੀ ਜਿਹੜੀ what you call ਗਿਰ ਹੈਗੀ ਹੈ ਰਾਈਟ ਰਾਠੀ ਹੈਗੀ ਹੈ ਇਹ ਸਾਰੀਆਂ ਇੱਧਰ ਨਾਰਥ ਦੀਆਂ ਹੈਗੀਆਂ ਤੇ ਉਹ ਜਦੋਂ ਆਪਾਂ ਗੱਲ ਕਰਦੇ ਹੈਗੇ ਵੀ ਇਹ ਵਾਲੀਆਂ ਜਿਹੜੀਆਂ ਲੋਕਲ ਹੈ ਇਸ ਕਰਕੇ ਇਹਨਾਂ ਨੂੰ ਇੱਥੇ ਦਾ এনवायरमेंट ਸੂਟ ਕਰਦਾ ਦੂਸਰਾ ਇਹ ਹੈਗਾ ਇਹ ਜਿਹੜੀਆਂ ਗਾਵਾਂ ਹੈ ਨਾ ਇਹ ਪਿਆਰ ਨਾਲ ਰੱਖਣ ਵਾਲੀਆਂ ਗਾਵਾਂ ਉਹ ਜਿਵੇਂ ਆਪਾਂ ਡਾਂਗ ਮਾਰਤੀ ਇਹ ਕਰਤੇ ਉਹ ਜਾਣੀ ਇੱਥੇ ਤਾਂ ਮਤਲਬ ਹੱਥ ਫੇਰੋ ਇਹਨਾਂ ਦੇ ਪਿੱਠ ਦੇ ਉੱਪਰ ਇਹਨਾਂ ਨੂੰ ਪੱਠੇ ਪੁੱਠੇ ਦੋ ਅੱਧਾ ਕਿਲੋ ਦੁੱਧ ਵੈਸੇ ਨਹੀਂ ਚੰਗੀ ਮੇਨਟੇਨਡ ਕੀਤੀਆਂ ਹੋਈਆਂ ਸਕਿਨ ਤੋਂ ਹੀ ਪਤਾ ਲੱਗ ਜਾਂਦਾ ਪਸ਼ੂ ਦੀ ਵੀ ਉਹ ਕਿਹੋ ਜਿਹੇ ਹਾਲਾਤ ਦੇ ਵਿੱਚ ਹੈਗੇ ਆ ਤੇ ਕਿੰਨੀਆਂ ਗਾਵਾਂ ਇਹ ਹੁਣ ਇਸ ਟਾਈਮ ਰੱਖੀਆਂ ਆ ਕਿਉਂਕਿ ਆਪਾਂ ਮਾਡਲ ਫਾਰਮ ਬਣਾਇਆ ਹੋਇਆ ਹਾਲੇ ਆਪਾਂ ਸਾਡੇ ਕੋਲ 5 ਸੀਗੀਆਂ ਹੁਣ 4 ਹੈ ਇੱਕ ਸਾਡੀ ਗਈ ਹੋਈ ਹੈ ਰਾਈਟ ਤਾਂ ਸਾਡੇ 4 ਗਾਵਾਂ ਹੈਗੀਆਂ ਹੁਣ ਜਿਹੜੀਆਂ ਸਾਡੇ ਕੋਲ ਐਟ ਪ੍ਰੈਜ਼ੈਂਟ ਹੈ ਬਾਕੀ ਸਾਡੇ ਕੋਲ ਬੱਚੀਆਂ ਹੈਗੀਆਂ ਉਹ ਬੱਚੀਆਂ ਆਪਾਂ ਪਹਿਲਾਂ ਰੱਖੀਆਂ ਸੀਗੀਆਂ ਉਦੋਂ ਆਪਾਂ ਸ਼ਾਹੀਵਾਲ ਵਗੈਰਾ ਨਹੀਂ ਸੋਚ ਰਹੇ ਸੀਗੇ ਸੋ ਬਾਅਦ ਦੇ ਵਿੱਚੋਂ ਸਾਨੂੰ ਲੱਗਿਆ ਵੀ ਆਪਾਂ ਸ਼ਾਹੀਵਾਲ ਕਰੀਏ ਤਾਂ ਦੇਸੀ ਗਾਵਾਂ ਦੀਆਂ ਬੱਚੀਆਂ ਵੀ ਹੈਗੀਆਂ ਸਾਡੇ ਕੋਲ ਮਾਡਲ ਫਾਰਮ ਤੋਂ ਭਾਵ ਮਾਡਲ ਫਾਰਮ ਤੋਂ ਇਹ ਹੈ ਵੀ ਜੀ ਆਪਾਂ ਇੱਕ ਰੋਲ ਮਾਡਲ ਬਣਾ ਰਹੇ ਹਾਂ ਜਦੋਂ ਇਹ ਸਕਸੈਸਫੁਲ ਹੋ ਜਾਏਗਾ ਆਪਾਂ ਇਹ 2.5 ਸਾਲ ਲੈ ਕੇ ਚੱਲੇ ਸੀ ਦੂਜਾ ਸਾਲ ਸਾਡਾ ਚੱਲ ਰਿਹਾ 2.5 ਸਾਲ ਦੇ ਵਿੱਚ ਆਪਾਂ ਪੂਰਾ ਸਾਨੂੰ ਇਹਦਾ ਪਤਾ ਲੱਗ ਜਾਏਗਾ ਵੀ ਇਹ ਕਿਵੇਂ ਚੱਲਦਾ ਹੈ ਫਿਰ ਇਹਨੂੰ ਆਪਾਂ ਕਿਉਂ ਕਿੰਨਾ ਕੁ ਵੇਚ ਚੁੱਕੇ ਆ 2500 ਵਾਲਾ ਕਿਉਂ ਕਿੰਨਾ ਕੁ ਵੇਚਤਾ ਆਪਾਂ ਮੈਂ ਤੁਹਾਨੂੰ ਦੱਸ ਰਿਹਾ ਜੀ ਸਾਡੇ ਕੋਲ ਤਾਂ ਰਿਕੁਆਇਰਮੈਂਟ ਜਿੰਨੀ ਆਂਦੀ ਹੈ ਉਹਨਾਂ ਸਾਡੇ ਕੋਲ ਕਿਉਂ ਹੁੰਦਾ ਹੀ ਨਹੀਂ ਅੱਛਾ ਹਾਂ ਜਿੰਨਾ ਬਣਦਾ ਆਪਾਂ ਫਰਮ ਦਾ ਡੇ 1 ਜਦ ਤੋਂ ਸ਼ੁਰੂ ਕੀਤਾ ਹੁਣ ਤੱਕ ਨਹੀਂ ਕੇ ਬਣਾਉਣਾ ਆਪਾਂ ਮੇਰੇ ਖਿਆਲ 2 ਮਹੀਨੇ ਤੋਂ ਅੱਛਾ 2 ਮਹੀਨੇ ਸਵਾ 2 ਮਹੀਨੇ ਤੋਂ ਬਣਾਉਣਾ ਸ਼ੁਰੂ ਕੀਤਾ ਹੈ ਰਾਈਟ ਪਹਿਲਾਂ ਆਪਾਂ ਸਾਰਾ ਦੁੱਧ ਆਪਸ 'ਚ ਹੀ ਆਪਾਂ ਪੀ ਜਾ ਰਹੇ ਸੀਗੇ ਰਾਈਟ ਤੇ ਜਦੋਂ ਤੋਂ ਬਣਾਉਣਾ ਸ਼ੁਰੂ ਕੀਤਾ ਔਰ ਕਹਿਣਾ ਸ਼ੁਰੂ ਕੀਤਾ ਉਹ ਹਰ ਮਹੀਨੇ ਦਾ ਤੁਸੀਂ ਲੈ ਕੇ ਚੱਲੋ 25 ਕਿਲੋ ਦੇ ਕਰੀਬ ਜਿਹੜਾ ਹੈਗਾ ਉਹ ਆਪਾਂ ਬਣਾ ਕੇ ਵੇਚੀ ਜਾ ਰਹੇ ਤੇ ਡੰਗਰ ਇਹ ਖੁੱਲੇ 'ਚ ਰੱਖੇ ਹੋਏ ਆ ਜ਼ਿਆਦਾਤਰ ਤਾਂ ਸ਼ੈੱਡ ਪਾਏ ਹੁੰਦੇ ਆ ਸ਼ੈੱਡ ਪਿਆ ਹੋਇਆ ਜੀ ਬਟ ਇਹ ਖੁੱਲੇ ਦੇ ਵਿੱਚ ਹੀ ਰਹਿਣੇ ਚਾਹੀਦੇ ਆ ਇਹ ਇੱਕ ਪਾਰਟਿਕੂਲਰ ਸਪੈਸੀਫਿਕੇਸ਼ਨ ਹੈ ਉਹਦੇ ਮੁਤਾਬਿਕ ਆਪਾਂ 10 ਡੰਗਰਾਂ ਲਈ ਸ਼ੈੱਡ ਬਣਾਇਆ ਰਾਈਟ 13 ਬਹੁਤ ਸਾਫ ਸੁਥਰਾ ਰੱਖਿਆ ਹੋਇਆ ਮੈਂ ਦੇਖਿਆ ਇਹ ਹਾਂਜੀ ਸਫਾਈ ਹੈਗੀ ਆ ਬਸ ਆ ਬਾਰਿਸ਼ ਕਰਕੇ ਪਿੱਛੇ 3 ਦਿਨ ਪਹਿਲਾਂ ਜਿਹੜਾ ਤੂਫਾਨ ਆਇਆ ਉਹ ਥੋੜਾ ਜਿਹਾ ਉੱਡ ਗਈਆਂ ਚੀਜ਼ਾਂ ਸਾਡੀਆਂ ਅਦਰਵਾਈਜ਼ ਇਹ ਜੋ ਸਪੈਸੀਫਿਕੇਸ਼ਨ ਡੈਰੀ ਡਿਵੈਲਪਮੈਂਟ ਬੋਰਡ ਦੀਆਂ ਉਹਦੇ ਮੁਤਾਬਕ ਹੀ ਆਪਾਂ ਬਣਾਇਆ ਹੋਇਆ ਅੱਛਾ ਖੁੱਲੀ ਵਗੈਰਾ ਸਾਰੀ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਬਣਾਈ ਹੋਈ ਹੈ ਤੁਸੀਂ ਇਹ ਉੱਥੇ ਟੋਕਾ ਕਰਕੇ ਤੁਸੀਂ ਇੱਥੇ ਪਾ ਦਿੰਨੇ ਇੱਥੇ ਜਾਣਾ ਉਹਨਾਂ ਨੂੰ ਉੱਥੇ ਬਣਾਉਣ ਲਈ ਇਹ ਹੈਗਾ ਫਿਰ ਉੱਥੋਂ ਹੀ ਆਪਾਂ ਇੱਧਰ ਭੇਜ ਕੇ ਇਹਦੇ ਵਿੱਚ ਸਿੱਟ ਦਈਦਾ ਸਾਰਾ ਖਾਣ ਲਈ ਰਾਈਟ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੇ ਚੋਣਾ ਉਦੋਂ ਇੱਥੇ ਲਿਆਏ ਉਹਨਾਂ ਨੂੰ ਖਵਾਤਾ ਮਸ਼ੀਨ ਨਾਲ ਹੀ ਚੋਣੇ ਹੱਥਾਂ ਨਾਲ ਨਹੀਂ ਹੱਥਾਂ ਨਾਲ ਜਿਹੜਾ ਸਾਡਾ ਘਿਓ ਵੀ ਬਣਦਾ ਉਹ ਬਿਲੋਨਾ ਮੈਥਡ ਹੈ ਉਹ ਕੀ ਹੁੰਦਾ ਹੈ ਵੀ ਆਪਾਂ ਜਿਹੜੀ ਕਾੜਨੀ ਹੈਗੀ ਮਿੱਟੀ ਦੀ ਉਹਦੇ ਵਿੱਚ 6 ਤੋਂ 7 ਘੰਟੇ ਉਬਲਦਾ ਹੈ ਉਹ ਰੈਡਿਸ਼ ਹੋ ਜਾਂਦਾ ਹੈ ਰਾਈਟ ਉਸ ਤੋਂ ਬਾਅਦ ਆਪਾਂ ਉਹਨੂੰ ਚੱਕ ਮਤਲਬ ਠੰਡਾ ਹੋ ਗਿਆ ਉਹਦੇ ਵਿੱਚ ਹੀ ਆਪਾਂ ਫਿਰ ਜਾਗ ਲਗਾ ਦਿੰਦੇ ਹਾਂ
ਸ਼ਾਮ ਵਾਲਾ ਚੋਇਆ ਵਿੱਚ ਪਾ ਦਿੰਦੇ ਠੀਕ ਹੈ। ਉਹ ਫਿਰ ਉਹ ਜਦੋਂ ਜਾਗ ਲੱਗ ਗਿਆ ਅਗਲੇ ਦਿਨ ਆਪਾਂ ਉਹਨੂੰ ਮਧਾਣੀ ਨਾਲ ਰਿੜਕ ਦਿੰਨੇ ਆ। ਫਿਰ ਉਹ ਜਿਹੜਾ ਮੱਖਣ ਨਿਕਲਿਆ ਮੱਖਣ ਤੋਂ ਫਿਰ ਗਰਮ ਕਰਕੇ ਆਪਾਂ ਘਿਓ ਬਣਾ ਲੈਂਦੇ ਆ। ਸਾਡੀ ਤਾਂ ਲੱਸੀ ਲੋਕੀ 30 40 ਰੁਪਏ ਕਹਿੰਦੇ ਲੀਟਰ ਸਾਨੂੰ ਦੇ ਦਿਓ। ਆਪਾਂ ਉਹ ਨਹੀਂ ਵੇਚਦੇ, ਆਪਾਂ ਕਹਿੰਦੇ ਆਪ ਹੀ ਪੀ ਲੈਣੀ ਆ। ਨਹੀਂ ਇਹ ਤਾਂ ਫਿਰ ਮਲਟੀਪਰਪਸ ਹੋ ਗਿਆ ਨਾ ਹਾਂਜੀ ਬਿਜ਼ਨਸ ਹਾਂਜੀ ਗੱਲ ਇਹ ਹੈ ਨਾ। ਲੱਸੀ ਵੀ 30 ਤੋਂ 40 50। ਕੱਲ ਮੇਰੀ ਗੱਲ ਹੋ ਰਹੀ ਸੀ ਆਪਣੇ ਫਰੈਂਡ ਹੈਗੇ ਉਹਨਾਂ ਨਾਲ, ਉਹ ਵੀ ਇਹੀ ਉਹਨਾਂ ਨੇ ਕੀਤਾ। ਉਹ ਕਹਿੰਦੇ ਸਾਨੂੰ 30 ਤੋਂ 40 ਰੁਪਏ ਸਾਨੂੰ ਬੰਦੇ ਕਹਿ ਰਹੇ ਵੀ ਸਾਨੂੰ ਬੋਤਲਾਂ 'ਚ ਪਾ ਕੇ ਦੇ ਦਿਓ, ਆਪਾਂ ਲੱਸੀ ਲੈ ਜਾ ਕਰਾਂਗੇ। ਤੇ ਜੇ ਲੋਕੇਸ਼ਨ ਦੀ ਗੱਲ ਕੀਤੀ ਜਾਵੇ, ਤੁਸੀਂ ਲੋਕੇਸ਼ਨ ਬਾਬਤ ਵੀ ਦੱਸੋ, ਕਿਉਂਕਿ ਇਹ ਖਬਰ ਦੇਖਣ ਤੋਂ ਬਾਅਦ ਲੋਕਾਂ ਨੇ ਆ ਕੇ ਤੁਹਾਨੂੰ ਪੁੱਛਣਾ ਜ਼ਰੂਰ ਆ ਵੀ ਤੁਸੀਂ ਕਿੱਥੇ ਆ, ਕਿਉਂਕਿ ਰੋਲ ਮਾਡਲ ਤੁਸੀਂ ਇਸ ਵਕਤ ਬਣ ਰਹੇ ਹੋ ਇਸ ਚੀਜ਼ ਦੇ। ਸੋ ਸਾਡਾ ਅਗਰ ਤੁਸੀਂ ਕੋਈ ਵੀ ਮੁਹਾਲੀ ਤੋਂ ਫਤਿਹਗੜ੍ਹ ਸਾਹਿਬ ਵੱਲ ਆਉਂਦਾ ਹੈ, ਤਾਂ ਮੁਹਾਲੀ ਤੋਂ ਫਤਿਹਗੜ੍ਹ ਸਾਹਿਬ ਵਾਲੇ ਰਸਤੇ ਦੇ ਵਿੱਚ ਆਉਂਦਾ ਹੈ ਤਾਂ ਚੁੰਨੀ ਤੋਂ ਕੋਈ 4-4.5 ਕਿਲੋਮੀਟਰ ਪਹਿਲਾਂ ਝੰਜੇੜੀ ਪਿੰਡ ਆਉਂਦਾ ਹੈ। ਤੇ ਲੈਂਡਮਾਰਕ ਅਗਰ ਮੈਂ ਕਹਾਂ ਤਾਂ ਚੰਡੀਗੜ੍ਹ ਗਰੁੱਪ ਆਫ ਕਾਲਜਸ ਝੰਜੇੜੀ ਤੇ ਬੈਕ ਸਾਈਡ ਤੇ ਸਾਡਾ ਫਾਰਮ ਹੈਗਾ ਮੱਕੜਾ ਪਿੰਡ ਦੇ ਵਿੱਚ। ਮੱਕੜਾ ਪਿੰਡ ਦੇ ਵਿੱਚ। ਤੇ ਜੇਕਰ ਗੱਲ ਕੀਤੀ ਜਾਵੇ ਕੱਲਾ ਤੁਸੀਂ ਘਿਓ ਉਤਪਾਦਕ ਜਾਂ ਦੁੱਧ ਜਾਂ ਉਹਦੇ ਉੱਤੇ ਹੀ ਡੀਲ ਕਰਦੇ ਪਏ ਜਾਂ ਹੋਰ ਵੀ ਚੀਜ਼ਾਂ ਹੈਗੀਆਂ ਨੇ? ਨਹੀਂ ਸੀਜ਼ਨਲ, ਜਿਵੇਂ ਹੁਣ ਗਾਜਰਾਂ ਸੀਗੀਆਂ ਸਾਡੇ ਕੋਲ ਆਰਗੇਨਿਕ, ਆਪਾਂ ਗਜਰੇਲਾ ਬਣਾ ਕੇ। ਅੱਛਾ 700 ਰੁਪਏ ਕਿਲੋ ਗਜਰੇਲਾ ਗਿਆ ਸਾਡਾ। ਦੁੱਧ ਸਾਰਾ ਕੁਝ ਦੁੱਧ। ਤੁਹਾਨੂੰ ਐ ਨਹੀਂ ਲੱਗਦਾ ਵੀ ਆਈਟੀ ਨਾਲੋਂ ਪੈਸਾ ਜ਼ਿਆਦਾ ਇਧਰਲੇ ਪਾਸੇ ਕਮਾ ਰਹੇ ਹੋ ਤੁਸੀਂ? ਨਹੀਂ, ਪੈਸਾ ਅਗਰ ਆਪਾਂ ਗੱਲ ਕਰੀਏ ਤਾਂ ਉੱਥੇ ਹੀ ਕਮਾ ਰਹੇ, ਕਿਉਂਕਿ ਇਹਦੇ ਵਿੱਚ ਸਾਡਾ ਇਹ ਕਮਾਈ ਮਤਲਬ ਅਗਰ ਮੈਂ ਕਹਾਂ ਕਿਉਂਕਿ ਸਾਡਾ ਲੇਬਰ ਤੇ ਜ਼ਿਆਦਾ ਖਰਚਾ ਹੁੰਦਾ ਰਾਈਟ। ਪੈਸਾ ਤਾਂ ਬਣ ਰਿਹਾ, ਮਤਲਬ ਮੈਂ ਹਰੇਕ ਨੂੰ ਇਹੀ ਕਹਿਣਾ ਵੀ ਤੁਸੀਂ 2 ਏਕੜ ਦੇ ਵਿੱਚੋਂ ਔਨ ਐਨ ਐਵਰੇਜ 12 ਤੋਂ 14 ਲੱਖ ਰੁਪਏ ਬਣਾ ਸਕਦੇ ਹੋ ਸਾਲ 'ਚ ਰੈਵਨਿਊ। ਮੈਂ ਸਮਝ ਨਹੀਂ ਪਾਇਆ, ਤੁਸੀਂ ਦੁਬਾਰਾ ਕਹਿ ਸਕਦੇ ਇਸ ਗੱਲ ਨੂੰ? ਮੈਂ ਇਹ ਕਹਿ ਰਿਹਾ ਜੀ ਵੀ 2 ਏਕੜ ਦੇ ਵਿੱਚੋਂ ਰੈਵਨਿਊ ਜਿਹੜਾ ਹੈ, ਰੈਵਨਿਊ ਜਨਰੇਸ਼ਨ ਜਿਹੜਾ ਹੈ, ਉਹ ਤੁਸੀਂ 12 ਤੋਂ 14 ਲੱਖ ਰੁਪਇਆ ਕਮਾ ਸਕਦੇ ਹੋ ਅਗਰ ਇੰਟੀਗ੍ਰੇਟਿਡ ਮਲਟੀ ਕ੍ਰੌਪਿੰਗ ਤੁਸੀਂ ਕਰਦੇ ਹੋ। ਮੇਰੇ ਸਾਹਮਣੇ ਜੇ ਕੋਈ ਬਾਹਰਲੇ ਮੁਲਕ ਗਿਆ ਹੋਇਆ ਉਹ ਵੀ ਇੰਨਾ ਕੀ ਕਮਾਉਂਦਾ ਹੋਏਗਾ? ਹਾਂ, ਇੰਨਾ ਕੀ ਹੈ। ਤੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਤਾਂ ਆਈਲੈਟਸ ਕਰਕੇ ਬਾਹਰ ਜਾਣ ਨੂੰ ਫਿਰਦੀ ਹੈ। ਬਸ ਇਹੀ ਹੈ ਵੀ ਸਿਖਾਉਣਾ ਉਹਨਾਂ ਨੂੰ ਜ਼ਰੂਰੀ ਹੈ, ਉਹਨਾਂ ਨੂੰ ਇਹ ਦੱਸਿਆ ਜਾਵੇ ਵੀ ਇਦਾਂ ਵੀ ਹੋ ਸਕਦਾ, ਕਿਉਂਕਿ ਅੱਜ ਦੀ ਪੀੜ੍ਹੀ ਤਾਂ ਪੜ੍ਹੀ ਹੋਈ ਹੈ। ਪਹਿਲੇ ਜਦੋਂ ਚਲੇ ਗਏ ਸੀਗੇ ਉਹ ਘੱਟ ਪੜ੍ਹੇ ਸੀਗੇ, ਉਸ ਤੋਂ ਬਾਅਦ ਫਿਰ ਪੜ੍ਹੀ ਲਿਖੀ ਪੀੜ੍ਹੀ ਗਈ, ਹੁਣ ਵੀ ਪੜ੍ਹੇ ਲਿਖੇ ਜ਼ਿਆਦਾ ਜਾ ਰਹੇ ਆ ਇੰਜੀਨੀਅਰਿੰਗ ਕਰਕੇ, ਬੀਟੈਕ। ਨਹੀਂ, ਜਿਹੜਾ ਆਈਲੈਟਸ ਚੋਂ 7 ਬੈਂਡ ਲੈ ਰਿਹਾ ਨਾ, ਮਤਲਬ ਉਹ ਚੰਗਾ ਪੜ੍ਹਿਆ ਲਿਖਿਆ ਹੋਇਆ ਬੰਦਾ ਹੈ, ਉਹਨੂੰ ਪਤਾ ਹੈ। ਆਪਾਂ ਕਹਿੰਦੇ ਉਹ ਇੰਗਲਿਸ਼ ਹੈ, ਇੱਕ ਲੈਂਗੁਏਜ ਹੈ ਉਹ ਆਈਲੈਟਸ, ਕਿਉਂਕਿ ਉਹਨਾਂ ਨੇ ਰਿਕੁਆਇਰਮੈਂਟ ਟੈਸਟ ਹੈ ਉਹਦਾ, ਐਲੀਜੀਬਿਲਟੀ ਟੈਸਟ ਕਰਕੇ ਤੁਸੀਂ ਉਹ ਕਰ ਲਏ। ਬਟ ਮੈਂ ਕਹਿੰਦਾ ਵੀ ਜਿਹੜਾ ਬੰਦਾ ਹੱਥੀਂ ਕੰਮ ਕਰਨਾ ਜਾਣਦਾ ਔਰ ਮਿਹਨਤ ਤੋਂ ਨਹੀਂ ਕਤਰਾਉਂਦਾ, ਫਾਰਮਿੰਗ ਸਭ ਤੋਂ ਸੱਚਾ ਧੰਦਾ ਹੈ, ਸਭ ਤੋਂ ਸੱਚਾ ਧੰਦਾ। ਕੋਈ ਮਤਲਬ ਕਰਪਸ਼ਨ ਨਹੀਂ, ਕੋਈ ਕੁਛ ਨਹੀਂ। ਅਗਰ ਤੁਹਾਡਾ ਇਮਾਨ ਕਲੀਅਰ ਹੈ, ਤੁਸੀਂ ਕੋਈ ਪੈਸਟੀਸਾਈਡ ਨਹੀਂ ਪਾਉਂਦੇ, ਕੁਛ ਨਹੀਂ, ਤੁਸੀਂ ਆਰਗੇਨਿਕ ਫਾਰਮਰ ਹੋ। ਪਿਟਸ ਕਾਦੇ ਵਾਸਤੇ ਬਣਾਏ ਹੋਏ ਇਹ ਕੰਪੋਸਟ ਹੀ ਹੈ ਜੀ। ਇਹ ਅੱਛਾ, ਖਾਦ ਤੁਸੀਂ ਆਪਣੀ ਉਹ ਬਣਾ ਰਹੇ ਆ, ਇੱਥੇ ਕੋਈ ਬਾਹਰੋਂ ਨਹੀਂ ਮੰਗਵਾ ਰਹੇ ਕੁਛ ਵੀ? ਮਤਲਬ ਕੁਛ ਵੀ ਨਹੀਂ। ਸਮਝਾਓ ਮਾੜਾ ਜਿਹਾ, ਇਧਰੋਂ ਸ਼ੁਰੂ ਕਰੋ, ਇਧਰੋਂ ਪਹਿਲਾਂ। ਹਾਂ, ਮੈਂ ਤੁਹਾਨੂੰ ਦੱਸਦਾ ਜੀ, ਜਿਹੜਾ ਇਹ ਹੈਗਾ ਨਾ ਜੀ, ਇਹ ਬੇਸਿਕਲੀ ਆਰਗੇਨਿਕ ਵੇ ਸਾਡਾ ਇੱਕ ਗਰੁੱਪ ਹੈਗਾ ਜਿਹੜਾ ਡਾਕਟਰ ਰਾਜਵੀਰ ਦੇ ਥਰੂ ਸਟਾਰਟ ਕੀਤਾ ਸੀ। ਅਨਫੋਰਚੂਨੇਟਲੀ ਉਹਨਾਂ ਦੀ ਅਪ੍ਰੈਲ ਦੇ ਵਿੱਚ ਕਰੋਨਾ ਨਾਲ ਡੈਥ ਹੋ ਗਈ। ਸੋ ਉਹਨਾਂ ਨੇ ਸਾਨੂੰ ਇੱਕ ਤਾਂ ਦੱਸਿਆ ਵੀ ਤੁਸੀਂ ਕੋਇੰਬਟੂਰ ਤੇ ਇੰਦੌਰ ਮੈਥਡ ਫॉर ਕੰਪੋਸਟ ਯੂਜ਼ ਕਰੋ। ਅੱਛਾ, ਉਹ ਕੋਇੰਬਟੂਰ ਆ, ਉਹਨੂੰ ਕੋਇੰਬਟੂਰ ਕਹਿੰਦੇ। ਮੈਂ ਕੈਮਰਾਮੈਨ ਨੂੰ ਕਹਾਂਗਾ ਰਾਠੀ ਜੀ ਪਲੀਜ਼ ਦੇਖਿਓ, ਦਿਖਾਇਓ ਇੱਥੇ ਵੀ ਆ ਸਬਜ਼ੀਆਂ ਇਹਨਾਂ ਦੇ ਵਿੱਚ ਪਾਈਆਂ ਹੋਈਆਂ ਨੇ। ਸੋ ਆਪਾਂ ਇਹਦੇ ਵਿੱਚ ਕੀ ਕਰਦੇ ਹੈਗੇ ਆ, ਇਹ ਜਿਹੜਾ ਕੋਇੰਬਟੂਰ ਮੈਥਡ ਹੈ ਉਹਦੇ ਵਿੱਚ 45 ਦਿਨ ਗੋਹਾ ਪਿਆ ਰਿਹਾ। ਸ਼ੁਰੂਆਤ ਉੱਥੋਂ ਹੋਣੀ ਆ? ਸ਼ੁਰੂਆਤ ਉੱਥੋਂ। ਫਿਰ ਆਪਾਂ ਉਧਰ ਚੱਲਦੇ ਹਾਂ, ਪਰ ਜੇ ਸ਼ੁਰੂਆਤ ਉਧਰੋਂ ਹੋ ਰਹੀ ਹੈ। 45 ਡੇਜ਼ ਆਪਾਂ ਇਹਦੇ ਵਿੱਚ ਸਿੱਟਦੇ ਹੈਗੇ ਆ ਗੋਹਾ। ਇੱਕ ਪਾਸੋਂ ਸਿੱਟਣਾ ਸ਼ੁਰੂ ਕਰਦੇ ਆ, ਪਿੱਛੇ ਆਂਦੇ ਜਾਂਦੇ, ਜਿਵੇਂ ਇਧਰੋਂ ਸਿੱਟਿਆ ਤੇ ਪਿੱਛੇ ਆਂਦੇ। ਇਹ ਕਿਹੜਾ ਮੈਥਡ ਹੈ ਇਹ? ਕੋਇੰਬਟੂਰ ਮੈਥਡ। ਠੀਕ ਹੈ ਜੀ। ਫਿਰ ਉਹ 45 ਦਿਨ ਬਾਅਦ ਉੱਥੋਂ ਆਪਾਂ ਚੱਕਦੇ ਆ, ਇੱਥੇ ਪਾਉਂਦੇ ਆ। ਇਹਦੇ ਵਿੱਚ ਪਾਉਣ ਦਾ ਇੱਕ ਤਰੀਕਾ ਹੈਗਾ ਵੀ 6 ਇੰਚ ਜਿਹੜੀ ਲੇਅਰ ਹੈਗੀ ਹੈ ਉਹ ਓਵਲ ਉਧਰੋਂ ਚੱਕੇ ਗੋਹੇ ਦੀ ਪਊਗੀ। ਉਸ ਤੋਂ ਬਾਅਦ 1 ਇੰਚ ਜਿਹੜੀ ਹੈਗੀ ਹਰਾ ਜਿਹੜਾ ਕਚਰਾ ਆਪਾਂ ਖੇਤ ਦੇ ਵਿੱਚੋਂ ਕੱਢਦੇ ਆ, ਜਿੱਦਾਂ ਸਬਜ਼ੀਆਂ ਤੁਸੀਂ ਖਰਾਬ ਹੋਈਆਂ ਛੋਟੇ ਵਿੱਚ, ਸਭ ਕੁਝ ਪੈ ਸਕਦਾ। 1 ਇੰਚ ਉਹਦੀ ਲੇਅਰ ਹੋਏਗੀ ਤੇ 1 ਇੰਚ ਮਿੱਟੀ ਪਏਗੀ। ਸੋ ਇਹ 3 ਤੋਂ 3.25 ਫੁੱਟ ਹੈ। ਇਸ ਤਰ੍ਹਾਂ ਦਾ ਅਗਰ ਟੋਟਲ 3 ਲੇਅਰਾਂ ਬਣ ਜਾਂਦੀਆਂ ਤਾਂ ਇਹਨੂੰ ਫਿਰ ਪੈਕ ਹੋ ਗਿਆ। ਇਹ ਪੈਕ ਹੋਣ ਤੋਂ ਬਾਅਦ 15 ਦਿਨ ਇਸ ਤਰ੍ਹਾਂ ਹੀ ਰਹੂਗਾ। 15 ਦਿਨ ਬਾਅਦ ਇੱਥੋਂ ਆਪਾਂ ਕੱਢਾਂਗੇ। ਪਰ ਇਹ ਜਿਹੜਾ ਪਹਿਲਾ ਖਾਨਾ ਹੈ, ਇਹ ਪਹਿਲੇ 3 ਲੇਅਰਾਂ 15 ਦਿਨਾਂ ਬਾਅਦ ਪੱਟ ਲੈਣੀ ਆਪਾਂ ਨੇ। ਹਾਂ, ਪੱਟ ਕੇ ਸਾਰਾ ਉਧਰਲੇ ਪਾਸੇ ਕਰਨਾ। ਬਟ ਇਹ ਜਿਹੜਾ ਭਰਨਾ ਹੈ ਇਹ 24 ਘੰਟੇ ਦੇ ਵਿੱਚ ਭਰਿਆ ਹੋਣਾ ਚਾਹੀਦਾ ਸਾਰਾ ਇੱਕ। ਇਹ ਸਾਰਾ ਇੱਕ 24 ਘੰਟੇ ਦੇ ਵਿੱਚ। ਫਿਰ ਉੱਥੋਂ ਆਪਾਂ ਚੱਕ ਕੇ ਦੂਸਰੇ ਖਾਨੇ 'ਚ ਪਾ ਦਿੰਦੇ। 24 ਘੰਟੇ 'ਚ ਕਿਉਂ? ਉਹ ਬੇਸਿਕਲੀ ਕੀ ਹੈ, ਇਹਦਾ ਤਰੀਕਾ ਹੀ, ਅਗਰ ਬੈਸਟ ਕੰਪੋਸਟ ਤੁਸੀਂ ਲੈਣੀ ਹੈ ਤਾਂ ਉਹਦਾ ਤਰੀਕਾ ਬੜਾ ਵੈਲ ਕੈਲਕੂਲੇਟਡ ਹੈ ਵੀ 24 ਆਵਰਸ ਦੇ ਵਿੱਚ ਇਹਨੂੰ ਤੁਸੀਂ ਬੰਦ ਕਰਨਾ ਹੈ। ਉਸ ਨੂੰ ਜੋ ਵੀ ਆਕਸੀਡੇਸ਼ਨ, ਕੰਪੋਜੀਸ਼ਨ ਜੋ ਵੀ ਕਰਨੀ ਆ ਉਹਦੇ ਵਿੱਚ 24 ਘੰਟੇ ਦੇ ਵਿੱਚ ਇਹਨੂੰ ਸੀਲ ਕਰਕੇ ਉਸ ਤੋਂ ਬਾਅਦ ਆਪਾਂ 15 ਦਿਨ ਲਈ ਇਹਨੂੰ ਸੀਲ ਕਰ ਦੇਣਾ। ਉਸ ਤੋਂ ਬਾਅਦ 15 ਦਿਨ ਬਾਅਦ ਆਪਾਂ ਚੱਕ ਕੇ ਦੂਸਰੇ ਪੋਰਸ਼ਨ ਦੇ ਵਿੱਚ ਲੈ ਜਾਣਾ। ਜਿਵੇਂ ਤੁਸੀਂ ਦੇਖੋ ਇੱਥੋਂ ਇਹ ਚੱਕ ਕੇ ਆਪਾਂ ਦੂਜੇ 'ਚ ਲੈ ਚੁੱਕੇ ਹਾਂ, ਰਾਈਟ। ਇੱਥੇ ਹਾਲੇ ਭਰਨਾ ਹੈ ਆਪਾਂ। ਹੁਣ ਉਹ
ਉਹ ਉੱਥੋਂ ਆਪਾਂ ਚੱਕਾਂਗੇ 45 ਦਿਨ ਵਾਲੇ, ਇਹਨੂੰ ਭਰ ਦਾਂਗੇ। ਇਹ ਮਤਲਬ ਫਰਸਟ ਸਟੇਜ ਹੋ ਗਈ, ਸੈਕੰਡ ਸਟੇਜ ਹੋ ਗਈ, ਇਸ ਤੋਂ ਬਾਅਦ ਰੈਡੀ ਵਾਲੀ ਹੋਊਗਾ। ਸੈਕੰਡ ਸਟੇਜ ਇਹ ਹੋ ਗਈ। ਇਹਦਾ ਮਤਲਬ ਕੀ ਹੈ, ਜਿਹੜਾ ਉੱਪਰੋਂ ਚੱਕਿਆ ਉਹ ਥੱਲੇ ਆ ਗਿਆ, ਥੱਲੇ ਵਾਲਾ ਉੱਪਰ ਆ ਗਿਆ। ਜਦੋਂ ਇੱਧਰ ਸਿੱਟਾਂਗੇ ਸ਼ਫਲਿੰਗ ਹੋ ਗਈ ਉਹਦੀ, ਸ਼ਫਲਿੰਗ ਹੋ ਗਈ। ਸ਼ਫਲਿੰਗ ਹੋ ਗਈ, ਇੱਥੇ ਵੀ 15 ਦਿਨ ਪਿਆ ਰਹਿਣਾ। 15 ਦਿਨ ਤੋਂ ਬਾਅਦ ਫਿਰ ਅੱਗੇ ਆਪਾਂ ਚੱਲਣਾ। ਹੁਣ ਉਹ ਥੋੜਾ ਜਿਹਾ ਪੋਰਸ਼ਨ ਤੁਹਾਨੂੰ ਉਹ ਮਤਲਬ ਉਹ ਰੈਡੀ ਟੂ ਯੂਜ਼ ਆ ਵਾਲਾ, ਉਹ ਰੈਡੀ ਟੂ ਯੂਜ਼ ਆ। ਸਾਡੇ ਫਰੈਂਡ ਹੈਗੇ, ਉਹਨਾਂ ਨੇ ਚਾਹੀਦੀ ਸੀ ਉਹਨਾਂ ਨੂੰ, ਤੇ ਉਹ ਲੈ ਗਏ ਸਾਡੇ ਤੋਂ ਕੰਪੋਸਟ। ਅੱਛਾ, ਇਹ ਵਾਲੀ? ਹਾਂ, ਇਹ ਵਾਲੀ ਸੀ। ਇਹ ਸਾਰਾ ਭਰਿਆ ਹੋਇਆ ਸੀ, ਨਹੀਂ ਭਰਿਆ ਹੋਇਆ ਸੀ। ਅੱਛਾ, ਇਹ ਜੇ ਸੇਲ ਕਰਨੀ ਹੋਵੇ ਤਾਂ ਸੇਲ ਵੀ ਕਰ ਸਕਦੇ ਆ? ਸੇਲ ਵੀ ਕਰ ਸਕਦੇ ਆ, ਫ੍ਰੀ ਆਫ ਕਾਸਟ ਹੈ ਫਿਲਹਾਲ ਦੇ ਵਿੱਚ। ਇਹ ਮੁੱਲ ਵੀ ਲਈ ਆ ਹਾਂ, ਆਪਾਂ ਸ਼ੁਰੂ ਦੇ ਵਿੱਚ। ਅੱਛਾ, ਉਦੋਂ ਕੀ ਕਾਸਟ ਪਈ ਸੀ ਤੁਹਾਨੂੰ ਇਹਦੀ? 300 ਦੇ ਬੈਗ ਆਪਾਂ ਨੂੰ। ਹਾਂ, ਉਹ ਵਰਮੀ ਕੰਪੋਸਟ ਸੀ। ਅੱਛਾ, 50 ਕਿਲੋ ਦਾ ਵਰਮੀ ਕੰਪੋਸਟ ਬਹੁਤ ਇਸ ਵਕਤ ਹੈਗੀ ਆ ਉਹ ਉਹਦੇ ਆਪਾਂ ਵਿੱਚ। ਨਰਸਰੀ ਦੇ ਵਿੱਚ ਯੂਜ਼ ਕੀਤੀ ਸੀ। ਤੇ ਜੇ ਇਹ ਵੀ ਵੇਚਣੀ ਹੋਵੇ, ਇਹ ਵੀ ਇਸ ਤਰ੍ਹਾਂ ਹੀ ਵਿਕੇਗੀ। ਇਹ ਵੀ 300 ਰੁਪਏ ਬੈਗ ਦੇ ਹਿਸਾਬ ਨਾਲ ਵਿਕੇਗੀ? ਆਰਾਮ ਨਾਲ ਵਿਕੇਗੀ, ਆਰਾਮ ਨਾਲ। ਬਟ ਆਪਾਂ ਹਲੇ ਮਤਲਬ ਹੈ ਇਹ ਵੀ ਕਿੱਤਾ ਹੀ ਇੱਕ ਹਿਸਾਬ ਦਾ, ਕਿਉਂਕਿ ਇਹ ਵੀ ਮਲਟੀਪਰਪਸ ਅਰਨਿੰਗ ਆ, ਇਹ ਵੀ ਆਰਥਿਕ ਤੌਰ ਤੇ ਵੀ ਸਹੀ ਰੱਖਦੀ ਹੈ। ਜਦੋਂ ਉਹ ਬਣਾਇਆ ਗਿਆ, ਉਹ ਕੀ ਚੀਜ਼ ਹੈ? ਉਹ ਪਾਣੀ ਦੇ ਨਾਲ ਭਰਿਆ ਹੋਇਆ? ਇਹ ਸੈਲਰੀ ਪਿਟ ਕਹਿੰਦੇ ਆ ਜੀ ਇਹਨੂੰ। ਇਹ 8 ਫੁੱਟ ਡੂੰਘਾ ਹੈਗਾ, ਰਾਈਟ। ਤੇ ਇਹਦੇ ਵਿੱਚ ਜਿੰਨਾ ਵੀ ਹੈਗਾ, ਇਹ ਹੁਣ ਜਿਵੇਂ ਭਰਿਆ ਹੋਇਆ ਹੈਗਾ, ਇਹਦੇ ਵਿੱਚ ਜਦੋਂ ਆਪਾਂ ਨਹਾਉਂਦੇ ਆ ਗਊਆਂ ਨੂੰ, ਉਹਦਾ ਸਾਰਾ ਪਾਣੀ ਤੇ ਜਿੰਨਾ ਵੀ ਉਹ ਮੂਤਰ ਕਰਦੇ ਆ, ਉਹ ਸਾਰਾ ਇੱਥੇ ਆ ਜਾਂਦਾ। ਅੱਛਾ, ਨਵਾਂ ਜਦੋਂ ਵੈਸੇ ਗਊ ਤਾਂ ਥੱਲੇ ਬੈਠਦੀ, ਗਾਂ ਜਦੋਂ ਥੱਲੇ ਬੈਠਾ ਹੁੰਦਾ, ਡੰਗਰ ਬੱਚਾ ਥੱਲੇ ਬੈਠਾ ਹੁੰਦਾ, ਤਾਂ ਕੀੜੇ ਮਕੌੜੇ ਵੀ ਚੜਦੇ ਹੁੰਦੇ ਆ, ਉਹ ਵੀ ਵਿੱਚ ਆ ਜਾਣੇ ਧੋਣ ਤੋਂ ਬਾਅਦ। ਉਹ ਦੇਖੋ ਜੀ, ਕੀੜੇ ਤੁਸੀਂ ਹੁਣ ਵੀ ਚੈੱਕ ਕਰੋ, ਕੋਈ ਕੀੜਾ ਮਕੌੜਾ ਨਹੀਂ ਤੁਹਾਨੂੰ ਲੱਭੂਗਾ। ਅਗਰ ਆਪਾਂ ਸਫਾਈ ਰੱਖੀ, ਅਗਰ ਆਪਾਂ ਕੀੜੇ ਮਕੌੜੇ ਇਹਨਾਂ ਦੇ ਹੋਣ ਦਿੱਤੇ, ਫਿਰ ਆਪਾਂ ਕਾਬਲ ਹੀ ਨਹੀਂ ਆਪਾਂ ਡੈਰੀ ਚਲਾਈਏ, ਠੀਕ ਹੈ। ਸੋ ਇਹ ਬੜਾ ਮੱਖੀਆਂ ਹੁੰਦੀਆਂ, ਮੱਖੀਆਂ ਤਾਂ ਹੁੰਦੀਆਂ, ਉਹ ਤਾਂ ਹਵਾ 'ਚ ਹੁੰਦੀਆਂ। ਹਾਂ, ਤੇ ਉਹ ਜਦੋਂ ਆਪਾਂ ਨਹਾਉਂਦੇ ਆ, ਉਹਦੇ ਬਾਲ ਇਹ ਉਹ ਸਾਰਾ ਕੁਝ ਇੱਥੇ ਆ ਜਾਣਾ। ਤੇ ਜਦੋਂ ਉਹਨੇ ਮੂਤਰ ਕੀਤਾ, ਉਹ ਵੀ ਇੱਥੇ ਆ ਜਾਣਾ। ਉਹ ਇਹ ਜਿਹੜਾ ਹੈਗਾ, ਇਹਨੂੰ ਆਪਾਂ ਯੂਜ਼ ਕਰਦੇ ਆ ਫਸਲਾਂ ਦੇ ਵਿੱਚ ਪਾਣ ਲਈ। ਉਹਦੇ ਨਾਲ ਵੀ ਪ੍ਰੋਡਕਸ਼ਨ। ਅੱਛਾ, ਇਹ ਜਿਹੜਾ ਤੁਹਾਡਾ ਲਿਕੁਇਡ ਆ, ਜਿਹਨੂੰ ਤੁਸੀਂ ਯੂਜ਼ ਕਰਦੇ ਪਏ ਫਸਲਾਂ ਦੇ ਵਿੱਚ ਪਾਉਣ ਵਾਸਤੇ, ਇਹ ਬੇਸਿਕਲੀ ਇੱਕ ਹਿਸਾਬ ਦਾ ਵਿਟਾਮਿਨ ਹੋ ਗਿਆ ਫਸਲਾਂ ਦੇ ਲਈ? ਹਾਂ, ਤੁਸੀਂ ਕਹਿ ਸਕਦੇ ਹੋ। ਇਹ ਸਾਰੀਆਂ ਫਸਲਾਂ ਦੇ ਵਿੱਚ ਇਹੀ ਪਾਇਆ ਗਿਆ ਹੁਣ ਤੱਕ? ਇਹ ਪਾਉਂਦੇ ਆ ਤੁਸੀਂ? ਨਹੀਂ, ਆਪਾਂ ਹਾਲੇ ਨਹੀਂ ਪਾਇਆ। ਇਹ ਆਪਾਂ ਹੁਣ ਸਟੋਰ ਕਰਨਾ ਸ਼ੁਰੂ ਕੀਤਾ। ਅੱਛਾ, ਟ੍ਰਾਇਲ ਬੇਸਿਸ ਤੇ ਸ਼ੁਰੂ ਕੀਤਾ? ਟ੍ਰਾਇਲ ਬੇਸਿਸ ਤੇ ਸ਼ੁਰੂ ਕੀਤਾ, ਬਟ ਇਹ ਬਹੁਤ ਹੀ ਰੈਗੂਲਰ ਲੋਕੀ ਯੂਜ਼ ਕਰਦੇ ਆ। ਕੋਈ ਇਹਨੂੰ ਮਤਲਬ ਬੜੇ ਤਰੀਕੇ ਨਾਲ ਬਣਾ ਕੇ, ਗੁੜ ਵਿੱਚ ਪਾ ਕੇ ਤੇ ਥੋੜਾ ਜਿਹਾ ਫਰਮੈਂਟ ਕਰਕੇ, ਉਸ ਤੋਂ ਬਾਅਦ ਉਹਨੂੰ ਯੂਜ਼ ਕਰਦੇ ਆ ਪਾਣੀ ਦੇ ਵਿੱਚ ਥੋੜਾ ਥੋੜਾ ਪਾ ਕੇ, ਬਾਇਓਡਾਈਜੈਸਟਰ ਬਣਾ ਕੇ ਉਹਦੇ ਮੁਤਾਬਕ ਆਪਾਂ ਯੂਜ਼ ਕਰਦੇ ਆ। ਫਿਰ ਇਹਦਾ ਆਪਾਂ ਛਿੜਕਾਓ ਵੀ ਕਰ ਸਕਦੇ ਆ ਜਿੱਥੇ ਕੋਈ ਕੀੜਾ ਲੱਗਿਆ ਜਾਂ ਕੁਝ ਲੱਗਿਆ। ਤਾਂ ਇਹ ਸਾਰੀਆਂ ਚੀਜ਼ਾਂ ਲਈ ਯੂਜ਼ ਹੋ ਸਕਦਾ। ਆ ਕੀ ਚੀਜ਼, ਮੁਰਗੇ ਰੱਖੇ ਹੋਏ ਸੀ? ਇਹ ਜੀ, ਹਾਂਜੀ, ਦੇਸੀ ਆਂਡੇ ਦਿੰਦੇ? ਬਿਲਕੁਲ, ਮੁਰਗੀਆਂ ਦਿੰਦੀਆਂ ਜੀ। ਤੇ ਇਹ ਬੇਸਿਕਲੀ ਜਿਹੜੀਆਂ ਇਹ ਦੇਸੀ ਹੈਗੇ ਜੀ। ਹਾਲੇ ਤਾਂ 17 ਦੇ ਕਰੀਬ ਹੈਗੇ ਆ। ਅੱਛਾ ਜੀ। ਕੜਕਨਾਥ ਹੈ ਇਹ? ਅੱਛਾ, ਕੜਕਨਾਥ ਵੀ ਰੱਖੇ ਹੋਏ ਸੀ? ਕੜਕਨਾਥ ਵੀ ਹੈਗੇ, ਦੇਸੀ ਵੀ ਹੈਗੀਆਂ। ਤੇ ਬੇਸਿਕਲੀ ਕੀ ਹੈ ਜੀ, ਇਹ ਆਪਾਂ ਖੁੱਲੇ ਛੱਡ ਦਿੰਨੇ ਆ। ਖੁੱਲੇ ਛੱਡਦੇ ਆ ਤੇ ਇੱਕ ਤਾਂ ਪੈਸਟ ਕੰਟਰੋਲ ਦੇ ਕੰਮ ਆ ਗਏ। ਕੀੜੇ ਮਕੌੜੇ ਇਹਨਾਂ ਨੇ ਰਹਿਣ ਨਹੀਂ ਦੇਣੇ, ਇਹ ਖਾ ਜਾਂਦੇ ਆ, ਠੀਕ ਹੈ। ਦੂਸਰਾ, ਇਹਨਾਂ ਦੀਆਂ ਬਿੱਠਾਂ ਕੰਮ ਆਉਂਦੀਆਂ, ਉਹ ਬਹੁਤ ਵਧੀਆ। ਤੀਸਰਾ ਫਿਰ ਆਂਡਾ। ਮੁਰਗੀਆਂ ਕਿੰਨੇ ਕੰਡੇ ਦਿੰਦੀਆਂ ਵੈਸੇ ਅਮੂਮਨ? ਇਹ ਦੇਖੋ ਜੀ, ਇਹ ਨਾ ਵੈਸੇ ਡੇਲੀ ਅਗਰ ਆਪਾਂ ਗੱਲ ਕਰੀਏ ਤਾਂ ਹਾਲੇ ਤਾਂ ਮਤਲਬ ਛੋਟੀਆਂ ਹੈ, 3 ਕੀ ਹੈਗੀਆਂ ਆਂਡੇ ਦੇ ਰਹੀਆਂ। ਮਤਲਬ ਹਰ ਰੋਜ਼ ਦੇ 1-1 2-2 ਦੇਈ ਜਾਂਦੀਆਂ। ਡਾਈਟ ਕੀ ਦੇ ਰਹੇ ਉਹਨਾਂ ਨੂੰ? ਆਪਾਂ ਇਹਨਾਂ ਨੂੰ ਮੱਕੀ ਦੇ ਰਹੇ ਹਾਂ, ਬਾਜਰਾ ਵਿੱਚ ਪਾ ਦਿੰਨੇ ਆ, ਤੇ ਮਿਕਸ ਜਿਹੜਾ ਸਾਡੇ ਕੋਲ ਆਂਦਾ ਚਾਰਾ। ਚਾਚਾ ਜੀ ਤੁਸੀਂ ਦੱਸ ਸਕਦੇ ਹੋ? ਆਪਣੇ ਵੀਡਸ ਵਗੈਰਾ ਘਾਹ ਖੋਦ ਕੇ, ਹਾਂਜੀ, ਉਹ ਹੀ ਪਾ ਦਿੰਦੇ। ਤੇ ਇਹ ਸੀਜ਼ਨਲ ਆਰਗੈਨਿਕ ਆ? ਮਤਲਬ ਸਾਰਾ ਕੁਝ ਸੀਜ਼ਨਲ ਹੈ ਜੀ, A to Z ਸੀਜ਼ਨਲ। ਆਪਾਂ ਨੈਚੁਰਲ ਤਰੀਕੇ ਨਾਲ ਕਰਦੇ ਆ, ਤੇ ਇਸੇ ਕਰਕੇ ਆਪਾਂ ਇਹਨੂੰ ਨੈਚੁਰਲ ਫਾਰਮਿੰਗ ਕਹਿ ਰਹੇ ਆ। ਸਾਰਾ ਕੁਝ ਨੈਚੁਰਲ ਹੈ, ਇਹਦੇ ਵਿੱਚ ਕੋਈ ਵੀ ਤੁਹਾਨੂੰ ਪੈਸਟੀਸਾਈਡ ਨਹੀਂ ਮਿਲੇਗਾ। ਤੁਸੀਂ ਕਲਰ ਦੇਖੋ, ਰਾਈਟ, ਆਹ ਵਾਲਾ, ਇਹ ਸਾਰਾ ਕੁਝ ਆ ਲੱਗਿਆ ਹੈ। ਇਨਫੈਕਟ ਉਹ ਤੂਫਾਨ ਆਉਣ ਨਾਲ ਨਾ ਸਾਡਾ ਥੋੜਾ ਜਿਹਾ ਨੁਕਸਾਨ ਵੀ ਹੋ ਗਿਆ, ਥੱਲੇ ਡਿੱਗੇ ਸੀ ਸਭ ਕੁਝ, ਤੇ ਉਹ ਫਿਰ ਖੜਾ ਕੀਤਾ, ਉਹਦੇ ਨਾਲ ਪੱਟੀਆਂ ਵੀ ਗਈਆਂ ਕੁਝ। ਬਟ ਇਹ ਪਿਓਰ ਅਗਰ ਆਪਾਂ ਕਹੀਏ ਨੈਚੁਰਲ ਹੈ, ਇਹਦੇ ਵਿੱਚ ਆਪਾਂ ਕੋਈ ਕੈਮੀਕਲ ਨਹੀਂ, ਕੋਈ ਕੁਝ ਨਹੀਂ ਪਾਉਂਦੇ। ਅਮੂਮਨ ਜਿਹੜੀ ਕਿਸਾਨੀ ਆ, ਜੇਕਰ ਗੱਲ ਕੀਤੀ ਜਾਈਏ, ਇਸ ਟਾਈਮ ਬਹੁਤ ਔਖੇ ਸਮੇਂ ਚੋਂ ਲੰਘਦੀ ਪਈ ਹੈ। ਹਾਂਜੀ। ਤੇ ਤੁਸੀਂ 2 ਕਿੱਲੇ ਦੇ ਵਿੱਚ ਸਾਰੀ ਚੀਜ਼ ਨੂੰ ਕਰ ਰਹੇ ਆ, ਤੇ ਛੋਟਾ ਕਿਸਾਨ ਵਕਤ ਦਾ ਮਾਰਿਆ ਵੀ ਗਿਣਿਆ ਜਾ ਸਕਦਾ ਹੈ। ਸੁਸਾਈਡਸ ਬਹੁਤ ਹੋ ਰਹੀਆਂ। ਬਿਲਕੁਲ ਠੀਕ। ਬਹੁਤ ਮੰਦਭਾਗੀ ਗੱਲ ਆ, ਕਿਉਂਕਿ ਅੰਨਦਾਤਾ ਵੀ ਕਿਹਾ ਜਾਂਦਾ ਕਿਸਾਨ। ਬਿਲਕੁਲ। ਜੇ ਅੰਨਦਾਤਾ ਸੁਸਾਈਡ ਕਰਨ ਲੱਗ ਜਾਂਦਾ ਹੈ, ਉਦੋਂ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਉਹਦੇ ਜ਼ਿਹਨ ਦੇ ਵਿੱਚ ਕਿਹੋ ਜਿਹੇ ਤਣਾਅ ਹੋਵੇਗਾ, ਜਿਹੜਾ ਉਸ ਨੂੰ ਉਹ ਐਕਸਟ੍ਰੀਮ ਸਟੈਪ ਚੱਕਣ ਦੇ ਵਿੱਚ ਉਹਨੂੰ ਮਜਬੂਰ ਹੋ ਗਿਆ ਉਹ। ਤੇ ਜਿਹੜਾ ਤੁਸੀਂ ਇਹ ਸਿਸਟਮ ਇੱਥੇ ਬਣਾਇਆ ਹੋਇਆ, ਇਹਨੂੰ ਅੱਗੇ ਇਹਦਾ ਵਿਸਥਾਰ ਕਰਨ ਦੇ ਲਈ ਤੇ ਪ੍ਰਚਾਰ ਕਰਨ ਦੇ ਲਈ ਕੀ ਮਾਧਿਅਮ ਤੁਸੀਂ ਅਪਣਾ ਰਹੇ ਹੋ? ਹਾਂ, ਦੇਖੋ, ਇੱਕ ਤਾਂ ਜਿਹੜੀ ਸੁਸਾਈਡ ਦੀ ਤੁਸੀਂ ਗੱਲ ਕੀਤੀ ਨਾ, ਇਹ ਤਾਂ ਪੰਜਾਬ ਔਰ ਜਿੱਥੇ ਸੁਸਾਈਡ ਕਿਸਾਨ ਕਰ ਰਹੇ ਤਾਂ ਸੋਸ਼ਲ ਪ੍ਰੋਬਲਮ ਬਣ ਗਈ ਹੈ, ਠੀਕ ਹੈ ਜੀ। ਦੂਸਰਾ ਇਹ ਹੋ ਗਿਆ ਹੈ ਵੀ ਆਪਾਂ ਕਿਸਾਨਾਂ ਨੂੰ ਅਵੇਅਰ ਵੀ ਨਹੀਂ ਕਰ ਰਹੇ ਬਥੇਰੀਆਂ ਚੀਜ਼ਾਂ ਜਿਹੜੀਆਂ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਜ਼, ਰਾਈਟ। ਤੀਸਰਾ ਇਹ ਉਦਾਹਰਨ ਦੇ ਤੌਰ ਤੇ ਸਬਸਿਡੀਜ਼ ਕਿਦਾਂ ਦੀਆਂ? ਨਹੀਂ, ਜਿਵੇਂ ਹੁਣ ਤੁਸੀਂ ਆਹ ਸ਼ੈੱਡ ਬਣਾਉਣਾ,
ਸ਼ੈੱਡ ਦੇ ਉੱਪਰ ਵੀ ਤੁਹਾਨੂੰ 40% ਦੇ ਕਰੀਬ ਸਬਸਿਡੀ ਮਿਲ ਜਾਂਦੀ। ਅੱਛਾ। right? ਫਿਰ ਤੁਸੀਂ ਕੋਈ ਵੀ ਨਵਾਂ ਪ੍ਰੋਜੈਕਟ ਲਾਉਂਦੇ ਹੋ, ਕੁਝ ਵੀ ਇੱਥੇ ਕਰਨਾ, ਉਹਦੇ ਉੱਪਰ ਤੁਹਾਨੂੰ ਸਬਸਿਡੀਜ਼ ਹੈਗੀਆਂ, ਰਾਈਟ। ਤੁਸੀਂ ਟੂਲ ਲੈਣੇ ਹੋ, ਉਹਦੇ ਤੇ ਵੀ ਸਬਸਿਡੀ ਹੈ, ਟਰੈਕਟਰ ਲੈਣੇ ਹੋ, ਉਹਦੇ ਤੇ ਵੀ ਸਬਸਿਡੀ ਹੈ। ਇਸ ਬਾਬਤ ਤੁਹਾਨੂੰ ਕਿੰਨੇ ਗਾਈਡ ਕੀਤਾ? ਸਭ ਆਪਾਂ, ਕਿਉਂਕਿ ਸਾਨੂੰ ਜਦੋਂ ਆਪਾਂ ਆਪਣੇ ਜਿਹੜਾ ਆਰਗੈਨਿਕ ਵੇ ਹੈ ਉਹਦੇ ਵਿੱਚ ਆਪਾਂ ਡਿਸਕਸ਼ਨ ਕਰਦੇ ਆ, ਉਹਦੇ ਵਿੱਚ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਇਹ ਸਬਸਿਡੀਜ਼ ਆਲਰੇਡੀ ਲੈ ਕੇ ਦਿੰਦੇ ਰਹੇ ਲੋਕਾਂ ਨੂੰ, ਗਵਰਨਮੈਂਟ ਦੇ, ਤੇ ਪੜਾਉਂਦੇ ਰਹੇ ਕਿਸਾਨਾਂ ਨੂੰ ਵੀ, ਭਾਈ ਤੁਹਾਨੂੰ ਇੱਥੇ ਇੰਨੀ ਸਬਸਿਡੀ ਮਿਲਦੀ ਹੈ ਵੀ ਇਸ ਤਰੀਕੇ ਨਾਲ ਤੁਸੀਂ ਲੈ ਸਕਦੇ ਹੋ। ਦੂਸਰਾ ਇਹ ਹੈ ਗਵਰਨਮੈਂਟ ਦੇ ਜਿਹੜੇ ਜਿਵੇਂ ਡੈਰੀ ਡਿਵੈਲਪਮੈਂਟ ਬੋਰਡ ਹੈ, ਉਹ ਅਗਰ ਤੁਸੀਂ ਡੈਰੀ ਦੀ ਸਬਸਿਡੀ ਲੈਣੀ ਹੈ ਤਾਂ ਉਹ 14 ਦਿਨ ਦਾ ਕੋਰਸ ਕਰਾਉਂਦੇ ਤੁਹਾਨੂੰ, ਬਿਲਕੁਲ ਕਰਵਾਉਂਦੇ, ਠੀਕ ਹੈ। ਉਹਦਾ ਸਰਟੀਫਿਕੇਟ ਲੈਣਾ ਪੈਂਦਾ, ਉਸ ਤੋਂ ਬਾਅਦ ਤੁਸੀਂ ਉਤੋਂ ਉਹਨਾਂ ਤੋਂ ਸਬਸਿਡੀ ਦਾ ਸਾਰਾ ਉਹ ਤੁਹਾਨੂੰ ਤਰੀਕਾ ਦੱਸਣਗੇ। ਮੀਨਸ ਜਿਹੜੇ ਗਾਈਆਂ ਰੱਖੀਆਂ ਹੋਈਆਂ ਇਹਨਾਂ ਤੇ ਵੀ ਲੋਨ ਲਿਆ ਹੋਇਆ? ਨਹੀਂ, ਆਪਾਂ ਕੋਈ ਲੋਨ ਇਹ ਏਦਾਂ ਹੀ ਆ। ਕੋਈ ਸਬਸਿਡੀ ਨਹੀਂ ਆਪਾਂ ਲਿੱਤੀ, ਕੋਈ ਲੋਨ ਲਿੱਤਾ, ਆਪਣੀ ਪਾਕਟ ਚੋਂ ਖਰਚ ਕੀਤਾ। ਇਹ ਸਾਰੀ ਚੀਜ਼ ਦੇ ਉੱਤੇ ਖਰਚਾ ਕਿੰਨਾ ਆਇਆ? ਕਿਉਂਕਿ ਖਰਚਾ ਸਭ ਤੋਂ ਜ਼ਰੂਰੀ ਆ। ਦੇਖੋ ਸਭ ਤੋਂ ਇਹਦੇ ਵਿੱਚ ਮਹਿੰਗੀ ਜਿਹੜੀ ਚੀਜ਼ ਹੈ ਨਾ, ਉਹ ਹੈਗੀਆਂ ਗਾਈਆਂ। ਸ਼ਾਹੀਵਾਲ ਜਿਹੜੀਆਂ ਆਪਾਂ ਲਿੱਤੀਆਂ ਹੈ, ਉਹ ਮੇਰੇ ਖਿਆਲ 75,000 ਦੀ ਇੱਕ ਹੈਗੀ ਹੈ, ਰਾਈਟ। ਤੇ ਜਦੋਂ ਹੁਣ ਤੁਸੀਂ ਇਹਨੂੰ ਦੇਖੋ 3.5-4 ਲੱਖ ਰੁਪਏ ਦੀਆਂ ਤਾਂ ਗਾਵਾਂ ਬੋਲੀ ਆਪਾਂ 40,000 ਰੁਪਏ ਦਾ ਤਾਂ ਬੁੱਲ ਲੈ ਕੇ ਆਏ ਸੀਗੇ, ਰਾਈਟ। ਤੇ ਹੁਣ ਜਿਹੜਾ ਫਿਰ ਉਸ ਤੋਂ ਬਾਅਦ ਇਹ ਟੋਟਲ ਅਗਰ ਆਪਾਂ ਲੈ ਕੇ ਚੱਲੀਏ ਤਾਂ 10 ਤੋਂ 12 ਲੱਖ ਰੁਪਏ ਦਾ ਸਾਡਾ ਖਰਚਾ ਹੈਗਾ ਸਾਰਾ, ਇਹਦੇ ਉੱਪਰ ਇਨਵੈਸਟ ਹੋਇਆ ਸਾਡਾ। ਤੁਸੀਂ ਇਨਵੈਸਟਮੈਂਟ ਕਰਤੀ? ਹਾਂਜੀ। ਤੇ ਜਿਹੜੀ ਮੰਥਲੀ ਤੁਹਾਡਾ ਐਕਸਪੈਂਡੀਚਰ ਜਿਹੜਾ ਖਰਚਾ ਆਂਦਾ ਉਹ ਕਿੰਨਾ ਆਂਦਾ ਤੇ ਆਮਦਨ ਕਿੰਨੀ ਹੈ? ਕਿਉਂਕਿ ਆਮਦਨ ਇੱਕ ਵਾਰੀ ਪੈਸਾ ਲਾਣਾ ਸੌਖਾ ਹੋ ਜਾਂਦਾ ਹੈ, ਬਟ ਉਸ ਚੀਜ਼ ਤੋਂ ਬਾਅਦ ਉਹਦਾ ROI ਕੱਢਣਾ, ਜਿਹੜੀ ਰਿਵਰਸ ਇਨਕਮ ਆ ਉਹ ਕੱਢਣੀ, ਉਹ ਕਿੰਨੀ ਨਿਕਲ ਰਹੀ ਹੈ ਇਸ ਵਕਤ? ਹਾਂ, ਮੈਂ ਦੱਸਦਾ ਜੀ। ਸਾਡਾ ਜਿਹੜਾ ਮੈਥਡ ਹੈਗਾ, ਮੈਂ ਜਿਵੇਂ ਪਹਿਲਾਂ ਦੱਸਿਆ, ਆਪਾਂ ਕਮਿਊਨਿਟੀ ਫਾਰਮਿੰਗ ਕਰਦੇ ਹਾਂ ਵੈਜੀਟੇਬਲਸ ਲਈ। ਉਹਦਾ ਮਤਲਬ ਇਹ ਹੈ ਸਾਡੇ 25 ਮੈਂਬਰਸ ਹੈਗੇ, 25 ਮੈਂਬਰ ਤੋਂ ਆਪਾਂ 3,000 ਰੁਪਏ ਲੈਂਦੇ ਹਾਂ। ਠੀਕ ਹੈ। ਹਰ ਹਫਤੇ ਆਪਾਂ 6 ਤੋਂ ਲੈ ਕੇ 10 ਕਿਲੋ ਦੀ ਸਬਜ਼ੀ ਆਪਾਂ ਡਿਲੀਵਰ ਕਰਦੇ ਹਾਂ ਮੈਂਬਰ ਦੇ ਘਰ। ਮੈਂਬਰ ਨੂੰ? ਅੱਛਾ, ਤੁਸੀਂ 3,000 ਲੈ ਰਹੇ ਹੋ ਤੇ ਮਤਲਬ ਕਿ ਹਫਤੇ 'ਚ 2 ਵਾਰੀ? ਨਹੀਂ, ਹਫਤੇ 'ਚ ਇੱਕ ਵਾਰੀ 6 ਤੋਂ 10 ਕਿਲੋ। 6 ਕਿਲੋ ਤੋਂ ਲੈ ਕੇ 10 ਕਿਲੋ ਤੱਕ ਦੀ ਸਬਜ਼ੀ ਆਪਾਂ ਹਰ ਹਫਤੇ ਦਿੰਦੇ ਹਾਂ, ਮਤਲਬ ਮਹੀਨੇ ਦੇ ਵਿੱਚ 4 ਵਾਰੀ ਘਰ ਆਪਾਂ ਡਿਲੀਵਰ ਕਰਦੇ ਹਾਂ ਉਹਨਾਂ ਦਾ, ਜਾ ਦਿੰਦੇ ਹਾਂ। 3,000 ਰੁਪਏ ਲੈਂਦੇ ਹਾਂ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਤਾਂ 75,000 ਰੁਪਏ ਤਾਂ ਸਾਡੇ ਕੋਲ ਮੈਂਬਰਸ ਤੋਂ, ਇਹ ਸਿਰਫ ਸਬਜ਼ੀ ਦਾ ਹੈ? ਇਹ ਮੈਂ ਸਬਜ਼ੀ ਦੀ ਗੱਲ ਕਰਦਾ ਪਰ ਮੰਥ ਦਾ, ਠੀਕ ਹੈ ਜੀ। ਹੁਣ ਦੂਸਰਾ ਇਹ ਹੈਗਾ ਵੀ ਫਿਰ ਸਾਡਾ ਡੈਰੀ ਦਾ ਖਰਚਾ ਹੈ, ਹੋਰ ਵੀ XYZ ਖਰਚੇ ਹੈ, ਬਟ ਆ ਜਿਹੜਾ ਖਰਚਾ ਹੈਗਾ ਇਹਦੇ ਵਿੱਚ ਸਾਡਾ ਸਭ ਤੋਂ ਉੱਪਰ ਤਾਂ ਲੇਬਰ ਦਾ ਖਰਚਾ। ਲੇਬਰ ਕਿੰਨੀ ਰੱਖੀ ਹੋਈ ਹੈ? ਲੇਬਰ ਸਾਡੇ ਕੋਲ 3 ਤਾਂ ਡੈਡੀਕੇਟਿਡ ਬੰਦੇ ਆ, ਫਿਰ ਆਪਾਂ ਦਿਹਾੜੀ ਤੇ ਵੀ ਲੈ ਕੇ ਆਉਂਦੇ ਆ। ਜਿਵੇਂ ਹੁਣ ਆ ਵੀਡ ਤੁਸੀਂ ਦੇਖ ਰਹੇ ਹੋ, ਬਾਰਿਸ਼ਾਂ ਹੋ ਗਈਆਂ, ਵੀਡ ਬਹੁਤ ਜ਼ਿਆਦਾ ਹੋ ਗਿਆ, ਇਹ ਜਿੱਦਾਂ ਹੀ ਹੁਣ ਸੁੱਕੇਗਾ, 2-3 ਦਿਨ ਬਾਰਿਸ਼ ਨਹੀਂ ਹੋਈ, ਆਪਾਂ ਨੂੰ ਸਾਰੇ ਵੀਡ ਹਟਾਣੇ ਪੈਣੇ ਆ, ਸਭ ਕੁਝ ਕਰਨਾ ਪੈਣਾ। ਉਹਦੇ ਲਈ ਸਾਨੂੰ ਬੰਦੇ ਬਾਹਰੋਂ ਵੀ ਲਿਆਣੇ ਪੈਣੇ, ਸੋ ਦੈਟ ਆਪਾਂ 2-3 ਦਿਨ ਦੇ ਵਿੱਚ ਇਹਨੂੰ ਕੰਮ ਖਤਮ ਕਰ ਦਈਏ, ਰਾਈਟ। ਤੇ ਉਹ ਜਿਹੜੇ ਆਪਾਂ ਜਿਹੜੇ ਇਸ ਤਰ੍ਹਾਂ ਦੇ ਸਾਰੇ ਖਰਚੇ ਆ, ਟੋਟਲ ਸਾਡਾ ਅਪਰੋਕਸੀਮੇਟਲੀ 85,000 ਦੇ ਕਰੀਬ ਸਾਡਾ ਖਰਚਾ ਹੈਗਾ ਹੈ ਮੰਥ ਦਾ। ਅੱਛਾ। ਹਾਂਜੀ, 85,000 ਫੀਡ ਹੋ ਗਈ ਵਿੱਚ ਫੀਡ ਵੀ ਹੋ ਗਈ, ਇਹ ਵੀ ਹੋ ਗਿਆ। ਬਟ ਅਗਰ ਆਪਾਂ ਕਹੀਏ ਵੀ ਸਿਰਫ ਆਪਾਂ ਇਹਦਾ ਗੱਲ ਕਰਦੇ ਆ, ਇਹ ਵੀ 60,000 ਰੁਪਏ ਦੇ ਕਰੀਬ ਖਰਚਾ ਆਉਂਦਾ ਹੈ ਸਾਡਾ। ਅੱਛਾ। ਮੈਨ ਪਾਵਰ ਦਾ, ਰਾਈਟ। ਉਹਦੇ ਵਿੱਚ ਸਾਡੇ ਕੋਲ ਕੰਸਲਟੈਂਟ ਆਪਾਂ ਰੱਖੇ ਹੋਏ ਆ, ਬਲਜੀਤ ਕੰਗ ਜੀ ਹੈਗੇ ਆ। ਅੱਛਾ, ਕੰਸਲਟੈਂਟ ਵੀ ਤੁਸੀਂ ਰੱਖੇ ਹੋਏ ਆ? ਦੇਖੋ ਅਰਬਨ ਫਾਰਮਿੰਗ ਕਰ ਰਹੇ ਆ ਨਾ ਤੁਸੀਂ ਪ੍ਰੋਪਰ ਤਰੀਕੇ ਨਾਲ। ਜਦ ਸਾਨੂੰ ਆਪ ਨੂੰ ਨਹੀਂ ਆਂਦੀ ਤੇ ਸਾਨੂੰ ਕੰਸਲਟੈਂਟ ਇੱਕ ਮਾਹਰ ਬੰਦਾ ਤਾਂ ਚਾਹੀਦਾ ਹੈ ਨਾ, ਤੇ ਉਹ ਮਾਹਰ ਬੰਦਾ ਆਪਾਂ ਡੇ 1 ਤੋਂ ਰੱਖਿਆ। ਹੁਣ ਆਪਾਂ ਧੱਕੇ ਖਾ ਕੇ ਸਿੱਖਦੇ ਕਿਹੜੀ ਚੀਜ਼ ਕਿਹੜੀ ਡਾਇਰੈਕਸ਼ਨ 'ਚ ਲੱਗੂ, ਕਿਹੜੀਆਂ ਰੁੱਤਾਂ 'ਚ ਲੱਗੂ, ਸਾਰਾ ਕੁਝ। ਹੁਣ ਜਦੋਂ ਆਪਾਂ ਕੰਸਲਟੈਂਟ ਰੱਖਿਆ, ਉਹਨੇ ਸਾਨੂੰ ਡੇ 1 ਤੇ ਉਸ ਲੈਵਲ ਤੇ ਲਿਆ ਜਿਸ ਲੈਵਲ ਤੇ ਉਹ ਸੀਗਾ, ਤਾਂ ਉਹ ਸਾਨੂੰ ਬੈਨੀਫਿਟ ਹੋ ਗਿਆ। ਸਾਨੂੰ ਪਾਣੀ ਨਹੀਂ ਹੈ ਇੱਥੇ ਮੋਟਰਾਂ ਦੇ, ਪਾਣੀ ਬਹੁਤ ਘੱਟ ਹੈ। ਪਾਣੀ ਦਾ ਖੇਤੀ ਕਰਕੇ ਵੈਸੇ ਹੀ ਥੋੜੇ ਨੀਵਾਂ ਚਲੇ ਚੁੱਕੇ, ਤੁਹਾਨੂੰ ਪਤਾ ਹੈ। ਹਾਂ, ਤੇ ਉਹ ਪਾਣੀ ਜੇ ਨਹੀਂ ਹੈ ਸਾਡੇ ਕੋਲ, ਰਾਈਟ, ਉਹ ਬੈੱਡ ਦੇ ਉੱਪਰ ਆਪਾਂ ਲਗਾ ਰਹੇ ਹਾਂ, ਉਹਦੇ ਨਾਲ 70 ਤੋਂ 80% ਸੇਵਿੰਗ ਹੈ ਵਾਟਰ ਦੀ। ਫਿਰ ਤੁਸੀਂ ਦੇਖੋ ਆ ਟ੍ਰੈਂਚਸ ਆਪਾਂ ਪੱਟੀਆਂ ਹੋਈਆਂ। ਡਾਟੀ ਜ਼ੂਮ ਕਰਿਓ ਇਹਦੇ ਉੱਤੇ, ਇਹ ਕਿਸ ਬਾਬਤ ਬਣਾਈ ਹੋਈ ਹੈ ਤੁਸੀਂ? ਕਿਉਂਕਿ ਇਹ ਉਹ ਉਸ ਪੱਧਰ ਤੋਂ ਨੀਵੀਂ ਬਣਾਈ ਹੋਈ ਆ। ਹਾਂ, ਤੇ ਇਹਦੇ ਵਿੱਚ ਉਹ ਲਾਏ ਹੋਏ ਬੂਟੇ ਵੀ ਲਾਏ ਹੋਏ ਰੇਕਾਂ ਦੇ। ਇਹਦੇ ਵਿੱਚ ਸਾਰੇ ਫਰੂਟ ਪਲਾਂਟ ਲੱਗੇ ਹੋਏ ਆ। ਇਹ ਟ੍ਰੈਂਚ ਜਿਹੜੀ ਹੈ ਨਾ, ਤੁਸੀਂ ਦੇਖੋਗੇ ਚਾਰੇ ਪਾਸੇ ਆਪਾਂ ਸਾਡੇ ਖੇਤ ਦੇ ਹੈਗੀ ਆ। ਉਹ ਇਸ ਕਰਕੇ ਇੱਕ ਤਾਂ ਦੂਸਰੇ ਖੇਤਾਂ ਨਾਲੋਂ ਥੋੜਾ ਜਿਹਾ ਆਪਣੇ ਆਪ ਨੂੰ ਆਈਸੋਲੇਟ ਕਰਨਾ। ਸਾਰੇ ਕੈਮੀਕਲ ਯੂਜ਼ ਕਰਦੇ ਆ। ਜੋ ਆਰਗੈਨਿਕ ਵੇ ਦੇ ਜਿਹੜੇ ਸਾਡੇ ਆਗੂ ਸੀਗੇ ਡਾਕਟਰ ਰਾਜਵੀਰ, ਉਹਨਾਂ ਨੇ ਸਾਨੂੰ ਦੱਸਿਆ ਜੀ ਵੀ ਘੱਟੋ ਘੱਟ 1.5 ਫੁੱਟ ਤੱਕ 2 ਫੁੱਟ ਤੱਕ ਟਰੈਵਲ ਕਰ ਜਾਂਦਾ ਕੈਮੀਕਲ ਜੜਾਂ ਥੱਲੇ। ਤੇ ਜੇ ਆਪਾਂ ਉਹ ਕਰਸਟ ਹੀ ਤੋੜ ਦਈਏ, ਰਾਈਟ, ਉਹਦੇ ਨਾਲ ਵੀ ਬਹੁਤ ਫਰਕ ਪਏਗਾ। ਤਾਂ ਆਪਾਂ 3.5 ਫੁੱਟ ਚੌੜਾ ਤੇ 3.5 ਫੁੱਟ ਡੂੰਘਾ ਆਪਾਂ ਇਹਨੂੰ ਸਾਰੀ ਕਰਸਟ ਤੋੜ ਦਿੱਤੀ। ਠੀਕ ਹੈ, ਰਾਈਟ। ਉਹ ਆਪਾਂ ਸਾਰੀ ਖੋਦ ਕੇ ਪੂਰੀ ਟ੍ਰੈਂਚ ਬਣਾ ਦਿੱਤੀ। ਜਦੋਂ ਟ੍ਰੈਂਚ ਬਣਾ ਦਿੱਤੀ ਤੇ ਸਾਡਾ ਆ ਜਿਵੇਂ ਇਹ ਸਾਡੀ ਉੱਪਰ ਉਹ ਬਣ ਗਈ, what do you call,
ਵੱਟ ਜੀ ਬਣ ਗਈ। ਵੱਟ ਬਣ ਗਈ। ਹੁਣ ਇਹਦੇ ਨਾਲ ਕੀ ਹੋਇਆ, ਜਿਹੜਾ ਮੋਹਾਲੀ ਚੰਡੀਗੜ੍ਹ ਦਾ ਪਾਣੀ ਆਂਦਾ ਹੁੰਦਾ ਸੀ ਬਰਸਾਤਾਂ 'ਚ, ਉਹ ਹੁਣ ਸਾਡੇ ਖੇਤ ਦੇ ਵਿੱਚ ਨਹੀਂ ਆਂਦਾ, ਉਹ ਨੁਕਸਾਨ ਨਹੀਂ। ਦੂਸਰਾ ਇਹ ਹੋ ਗਿਆ ਵੀ ਇੱਥੇ ਜਿਹੜਾ ਸਾਡੇ ਖੇਤ ਦਾ ਪਾਣੀ ਆ ਉਹ ਟ੍ਰੈਂਚਾਂ 'ਚ ਚਲੇ ਜਾਂਦਾ, ਉਹ ਰੀਚਾਰਜ ਹੋਣ ਲੱਗ ਪਿਆ ਪਾਣੀ, ਵਾਟਰ ਰੀਚਾਰਜ ਹੋ ਜਾਂਦਾ, ਗਰਾਊਂਡ ਲੈਵਲ 'ਚ ਵਾਪਸ ਚਲੇ ਗਿਆ। 2 ਸਾਲ ਸਾਨੂੰ 2 ਤੋਂ 3 ਸਾਲ 'ਚ ਫਰਕ ਦਿਖਣ ਲੱਗ ਪਊਗਾ, ਰਾਈਟ। ਤੀਸਰਾ ਆਪਾਂ ਇਹਦੇ ਵਿੱਚ ਕੀ ਕਰਤਾ, ਇਹਦੇ ਵਿੱਚ ਆਪਾਂ ਫਰੂਟ ਪਲਾਂਟ ਲਾਤੇ, ਨਾਲ ਆਪਾਂ ਇੱਥੇ ਦਾਲਾਂ ਲਾਤੀਆਂ। ਆ ਹੁਣ ਕੀ ਆਪਾਂ ਲਾਈ ਹੋਈ, ਅਰਹਰ ਲਾਈ ਹੋਈ ਹੈ ਨਾਲ, ਇਹ ਅਰਹਰ ਲੱਗ ਗਈ, ਰਾਈਟ। ਸੋ ਇਹ ਸਾਨੂੰ ਮਲਟੀਪਰਪਸ ਇੱਕ ਤਰ੍ਹਾਂ ਦਾ ਟ੍ਰੈਂਚ ਵੀ ਹੋ ਗਈ ਹੈ। ਹੁਣ ਇੱਕ ਗਾਵਾਂ ਦਾ ਫਾਰਮ ਖੋਲਿਆ ਹੋਇਆ ਤੁਸੀਂ, ਹਾਂਜੀ। ਇੱਕ ਸਬਜ਼ੀਆਂ ਤੁਸੀਂ ਕੰਮ ਕਰ ਰਹੇ ਹੋ, ਹਾਂਜੀ। ਤੇ ਹੋਰ ਤੀਸਰਾ ਕੀ ਆਪਣੇ ਕੋਲ ਚੱਲਦਾ ਪਿਆ ਇੱਥੇ ਜਿਹੜਾ ਆਪਾਂ ਦੇਖੋ ਪ੍ਰੋਡਕਸ਼ਨ ਵਧਾਉਣ ਲਈ ਆਪਾਂ ਇਹਦੇ ਵਿੱਚ ਸਾਨੂੰ ਸੀਗਾ ਵੀ ਪ੍ਰੋਡਕਸ਼ਨ ਕਿਵੇਂ ਵਧਾਈ ਜਾਵੇ। ਉਹਦਾ ਬੈਸਟ ਤਰੀਕਾ ਹੈ ਵੀ ਤੁਸੀਂ ਪੋਲੀਨੇਸ਼ਨ ਇਹਦੀ ਬੈਟਰ ਹੋ ਗਿਆ। ਪੋਲੀਨੇਸ਼ਨ ਲਈ ਸਾਨੂੰ ਪੋਲੀਨੇਟਰ ਸਭ ਤੋਂ ਵਧੀਆ ਹੈਗਾ ਮੱਖੀਆਂ, ਸ਼ਹਿਦ ਦੀਆਂ ਮੱਖੀਆਂ। ਆਪਾਂ ਸ਼ਹਿਦ ਦੀਆਂ ਮੱਖੀਆਂ ਦੀ ਕਲੋਨੀ ਰੱਖਿਆ ਹੈ। ਸ਼ਹਿਦ ਦੀਆਂ ਮੱਖੀਆਂ ਵਾਲੇ ਸਭ ਬਹੁਤ ਜਣੇ ਰੱਖੀਆਂ ਹੋਈਆਂ, ਹਾਂਜੀ ਹਾਂਜੀ। ਲੇਕਿਨ ਉਹਦਾ ਸਿਰਫ ਇੱਕੋ ਯੂਜ਼ ਹੁੰਦਾ ਵੀ ਸ਼ਹਿਦ ਆ ਗਿਆ ਬਣਾ ਕੇ ਵੇਚਤਾ ਅੱਗੇ, ਲੇਕਿਨ ਉਹ ਥੋੜਾ ਸਮਾਂ ਜ਼ਿਆਦਾ ਲੱਗਦਾ ਉਸ ਚੀਜ਼ ਨੂੰ ਬਣਨ ਦੇ ਲਈ। ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਵੀ ਸਾਡਾ ਜਿਹੜਾ ਫੋਕਸ ਸੀਗਾ ਉਹ ਸ਼ਹਿਦ ਨਹੀਂ ਸੀ, ਸਾਡਾ ਫੋਕਸ ਸੀਗਾ ਪੋਲੀਨੇਸ਼ਨ, ਸੋ ਦੈਟ ਸਾਡੀ ਪ੍ਰੋਡਕਸ਼ਨ ਵਧੇ। ਜਦੋਂ ਆਪਾਂ ਪ੍ਰੋਡਕਸ਼ਨ ਵਧਣ ਦੀ ਗੱਲ ਕਰਦੇ ਆ, ਰਾਈਟ, ਤਾਂ ਉਹਦੇ ਲਈ ਸਾਡੇ ਲਈ ਸਹਾਈ ਹੈ, ਇਹ ਸਪੋਰਟਿੰਗ ਹੈ ਸਾਡੀ ਖੇਤੀ ਲਈ। ਉਹ ਕਿਸ ਤਰ੍ਹਾਂ ਪੋਲੀਨੇਸ਼ਨ ਨਾਲ ਸਾਡੀ ਪ੍ਰੋਡਕਸ਼ਨ ਵਧੇਗੀ। ਜਦੋਂ ਪੋਲੀਨੇਸ਼ਨ ਹੋ ਰਹੀ ਹੈ, ਉਹ ਫੁੱਲਾਂ ਦੇ ਉੱਪਰ ਜਾ ਕੇ ਬੈਠ ਰਹੀਆਂ ਹੈ, ਪਰਾਗ ਉਹਨਾਂ ਦੇ ਲੱਗ ਰਿਹਾ, ਉਹ ਅੱਗੇ ਜਾ ਕੇ ਪੋਲੀਨੇਸ਼ਨ ਹੋ ਰਹੀ ਹੈ, ਤਾਂ ਸਾਡੀ ਪ੍ਰੋਡਕਸ਼ਨ ਵਧੇਗੀ ਔਰ ਉਹ ਸਾਨੂੰ ਦਿਖ ਵੀ ਰਿਹਾ। 130 ਤੋਂ 150% ਸਾਡੀ ਪ੍ਰੋਡਕਸ਼ਨ ਵਧੀ ਹੈ ਐਜ਼ ਕੰਪੇਅਰ ਟੂ ਜਿਹੜੇ ਨਾਰਮਲ ਫਾਰਮਿੰਗ ਕਰਦੇ ਹੈ। ਅੱਛਾ ਜੀ। ਇਹਦੇ ਨਾਲ ਬਟ ਇਹਦੇ ਵਿੱਚ ਜਦੋਂ ਤੁਸੀਂ ਸ਼ਹਿਦ ਦੀ ਗੱਲ ਕਰਦੇ ਹੋ, ਲੋਕੀ ਸਿਰਫ ਇੱਕ ਡੱਬੇ ਨਾਲ ਸ਼ਹਿਦ ਕਰਦੇ ਆ, ਆਪਾਂ ਉਸ ਤਰ੍ਹਾਂ ਨਹੀਂ ਕਰ ਰਹੇ। ਆਪਾਂ ਇੰਟਰਨੈਸ਼ਨਲ ਸਟੈਂਡਰਡ ਜਿਹੜਾ ਹੈਗਾ ਉਹਨੂੰ ਫੋਲੋ ਕਰਦੇ ਆ। ਬਰੂਡ ਚੈਂਬਰ, ਫਿਰ ਸੁਪਰ ਚੈਂਬਰ ਦੇ ਉੱਪਰ ਆਪਾਂ ਇੱਕ ਸੈਪਰੇਟਰ ਸ਼ੀਟ ਪਾਉਂਦੇ ਆ, ਉਸ ਤੋਂ ਬਾਅਦ ਹਨੀ ਚੈਂਬਰ, 3 ਲੇਅਰ ਹੋ ਗਿਆ। ਇਹ 3 ਪੂਰਾ ਡੱਬਾ ਬਣਦਾ। ਫਿਰ ਜਿਹੜਾ ਹਨੀ ਹੈ ਉਹ ਸਿਰਫ ਉੱਪਰ ਵਾਲੇ ਬਾਕਸ ਚੋਂ ਕੱਢਦੇ ਆ, ਕਿਉਂਕਿ ਉਹਦੇ ਵਿੱਚ ਨਾ ਮਾਈਕਰੋ ਆਰਗੇਨਿਜ਼ਮ ਹੋਏਗਾ, ਨਾ ਕੋਈ ਅੰਡੇ ਹੋਣਗੇ, ਨਾ ਕੋਈ ਹੋਏਗਾ, ਕਿਉਂਕਿ ਉਹ ਸੈਪਰੇਟਰ ਸ਼ੀਟ ਜਿਹੜੀ ਹੈ ਉਹ ਜਿਹੜੀ ਰਾਣੀ ਮੱਖੀ ਫਿਲਟਰ ਹੋ ਗਿਆ, ਉਹਨੂੰ ਥੱਲੇ ਰੱਖੇਗੀ। ਰਾਣੀ ਮੱਖੀ ਥੱਲੇ ਹੈ, ਜਿਹੜੀਆਂ ਦੂਜੀਆਂ ਮੱਖੀਆਂ ਜਿਹੜੇ ਸ਼ਹਿਦ ਨੂੰ ਚੱਕ ਕੇ ਸਟੋਰ ਕਰਦੀਆਂ ਉਹ ਸਿਰਫ ਉੱਪਰ ਆਉਣਗੀਆਂ। ਤੇ ਉਹਦੇ ਮੁਤਾਬਕ ਆਪਾਂ ਕਰ ਰਹੇ, ਬਟ ਹਾਲੇ ਤੱਕ ਆਪਾਂ ਸ਼ਹਿਦ ਨਹੀਂ ਕੱਢਿਆ। ਅਮੂਮਨ ਮਾਰਕੀਟ ਦੇ ਵਿੱਚ ਕੀ ਰੇਟ ਹੈ ਇਹਦਾ? ਜਿਹੜਾ ਸ਼ਹਿਦ ਹੈਗਾ ਜੀ, ਉਹ ਡਿਪੈਂਡ ਕਰਦਾ ਵੀ ਕਿਹੜਾ ਹੈ, ਉਹਦਾ ਹੈਗਾ ਪੋਲਨ ਕਿਹੜਾ ਯੂਜ਼ ਹੋਇਆ, ਕਿਸ ਤਰ੍ਹਾਂ ਹੈ। ਜਿਵੇਂ ਅਗਰ ਸਫੇਦਾ, ਕਿੱਕਰ, ਇਹਨਾਂ ਦਾ ਆਪਾਂ ਕਰੀਏ 400 ਰੁਪਏ ਤੋਂ ਲੈ ਕੇ 700 ਰੁਪਏ ਕਿਲੋ ਵਿਕਦਾ ਹੈ। ਠੀਕ ਹੈ ਜੀ। ਡਿਪੈਂਡਿੰਗ ਸੀਜ਼ਨਲੀ ਕਿੰਨੇ ਵਾਰੀ ਮਤਲਬ ਕਿ ਆਪਣਾ ਇਕੱਠਾ ਹੋ ਜਾਂਦਾ ਹੈ? ਇਹ ਹਾਲੇ ਆਪਾਂ ਇਕੱਠਾ ਕੀਤਾ ਹੀ ਨਹੀਂ। ਅੱਛਾ। ਹਾਲੇ ਆਪਾਂ ਬਿਲਕੁਲ ਨਹੀਂ ਕੀਤਾ, ਬਟ ਇਹ ਹੈਗਾ ਵੀ ਇਹ 5 ਤੋਂ 7 ਕਿਲੋ ਦੇ ਕਰੀਬ ਆਪਾਂ ਹਰ ਸੀਜ਼ਨ 'ਚ ਕੱਢ ਸਕਦੇ ਹਾਂ। ਤੇ ਜੇ ਜ਼ਿਮੀਂਦਾਰ ਲੇਬਰ ਰੱਖੇ ਤੋਂ ਬਿਨਾਂ ਕੰਮ ਕਰਵਾਉਂਦਾ ਹੈ, ਹਾਂਜੀ, ਫਿਰ ਕਿੰਨੀ ਕੁ ਦੀ ਆਮਦਨ ਹੋ ਜਾਏਗੀ? ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਜੀ, ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਮੇਰਾ ਖਰਚਾ 3 ਮੈਂਬਰਸ ਪਲੱਸ ਕੰਸਲਟੈਂਟ ਔਰ ਜਿਹੜੇ ਮੈਂ ਮਜ਼ਦੂਰ ਲੈ ਕੇ ਆਨਾ, ਮੇਰਾ ਅਗਰ ਐਵਰੇਜ ਮੈਂ ਲੈ ਕੇ ਚੱਲਦਾ 50,000 ਰੁਪਏ ਤੋਂ ਉੱਪਰ ਦਾ ਖਰਚਾ ਹੈ ਸਿਰਫ ਖੇਤੀ ਨੂੰ ਇਹਨੂੰ ਮੈਨੇਜ ਕਰਨ ਲਈ। ਠੀਕ ਹੈ। ਅਗਰ 50,000 ਰੁਪਇਆ ਉਹ ਖੁਦ ਸਾਰਾ ਮੰਥਲੀ ਲੇਬਰ ਦਾ, ਜੇ ਉਹ ਆਪ ਖੁਦ ਕਰਦਾ ਹੈ ਕਿਸਾਨ, ਤਾਂ 6 ਲੱਖ ਰੁਪਇਆ ਸਾਲ ਦਾ ਤਾਂ ਲੇਬਰ ਦਾ ਬਚਾ ਗਿਆ ਕਿਸਾਨ। ਠੀਕ ਹੈ। ਸਿੰਪਲ। ਤੇ ਆਮਦਨ ਉਹਦੀ ਅਲੱਗ ਹੋ ਜਾਏਗੀ। ਉਸ ਤੋਂ ਅਲੱਗ ਜੋ ਵੀ ਹੈਗਾ ਉਹ ਆਮਦਨ। ਤੁਸੀਂ ਖਰਚੇ ਕੱਢ ਕੇ ਕਿੰਨੀ ਆਮਦਨ? ਆਪਾਂ ਹਾਲੇ ਆਮਦਨ ਤੁਹਾਨੂੰ ਸਹੀ ਗੱਲ ਦੱਸੀ, ਕਿਉਂਕਿ ਹਾਲੇ ਸਾਡਾ ਆਪਾਂ ਕਮਿਊਨਿਟੀ ਫਾਰਮਿੰਗ ਕਰ ਰਹੇ ਹਾਂ, ਤੇ ਉਹਦੇ ਵਿੱਚ ਤੁਹਾਨੂੰ 3-3,000 ਰੁਪਏ 15-20% ਸਾਡਾ ਹੈਗਾ, ਰਾਈਟ, ਜਿਹੜਾ ਆਪਾਂ ਮਤਲਬ ਸਾਡੀ ਉਹਦੇ ਜਿਹੜਾ ਰੈਵਨਿਊ ਜਨਰੇਸ਼ਨ ਹੈ ਉਹਦੇ ਉੱਪਰ 15 ਤੋਂ 20% ਸਾਡੀ ਇਨਕਮ ਹੈਗੀ ਹੈ ਪ੍ਰੋਫਿਟੇਬਿਲਿਟੀ। ਉੱਕਾ ਪੁੱਕਾ ਲਾ ਲਿਆ ਜਾਏ, 10 ਲੱਖ ਰੁਪਏ ਜੇ ਅਸੀਂ ਲਾ ਰਹੇ ਹਾਂ, ਤਾਂ ਪਹਿਲੇ ਸਾਲ ਦੇ ਵਿੱਚ ਜੇ ਜ਼ਿਮੀਂਦਾਰ ਆਪ ਮਿਹਨਤ ਕਰਦਾ ਤਾਂ ਵਾਪਸ ਲੈ ਸਕਦਾ। ਹਾਂ, ਜੇ ਮੈਂ ਲੇਬਰ ਇਹ ਸਾਰਾ ਕੁਝ, ਤਾਂ 2-2.5 ਲੱਖ ਰੁਪਏ ਸਾਡਾ ਕਿਤੇ ਨਹੀਂ ਹੈ ਮਹੀਨੇ ਦਾ। 2-2.5 ਲੱਖ ਰੁਪਏ ਸਾਲ ਦੇ ਵਿੱਚ ਸਾਲ ਦਾ। ਜੇ ਮੈਂ ਲੇਬਰ ਕਾਸਟ ਵੀ ਕਰ ਲਵਾਂ, ਮੇਰੀ ਆਪਣੀ ਹੈ ਲੇਬਰ, ਤਾਂ 6 ਲੱਖ ਉਹ ਵੀ ਐਡ ਹੋ ਗਿਆ। ਮਤਲਬ 2 ਸਾਲ ਚ ਪੈਸੇ ਵਾਪਸ ਹੋ ਜਾਣਗੇ ਜਿਹੜੇ ਲਾਏ ਹੋਣਗੇ ਇੱਕ ਸਾਲ ਦਾ। ਮੈਂ ਵੈਸੇ ਆਪਾਂ ਅਗਰ ਗੱਲ ਕਰੀਏ ਸਾਡੀ ਜਿਹੜਾ ਸਾਡਾ ਪ੍ਰੋਸੈਸਿੰਗ ਯੂਨਿਟ ਆਪਾਂ ਉੱਤੇ ਗੱਲ ਕਰਦੇ ਹਾਂ, ਵਾਟ ਯੂ ਕਾਲ ਡੇਅਰੀ ਫਾਰਮਿੰਗ, ਜੇ ਆਪਾਂ ਸਿਰਫ ਉਹਦੀ ਇਨਕਮ ਨਾਲ ਜੋੜ ਦਈਏ ਇਹਦੇ, ਤੇ 2 ਸਾਲ ਕੀ ਹੋਣਾ, 1 ਸਾਲ ਦੇ ਵਿੱਚ ਪੂਰੀ ਹੋ ਜਾਣੀ। ਚਲੋ ਸੇਫ ਸਾਈਡ ਲਾ ਕੇ 2 ਸਾਲ ਲਾ ਲਓ। 2 ਸਾਲ ਕੰਮ ਹੀ ਕਰਨਾ ਹੈ। ਹਾਂ, ਕਿਉਂਕਿ ਹਾਲੇ ਤਾਂ ਆਪਾਂ ਇੱਕ ਪ੍ਰੋਡਕਟ ਵੇਚ ਰਹੇ ਹਾਂ, ਆਪਾਂ ਖੀਰ ਬਣਾ ਕੇ ਵੇਚਣ ਲੱਗ ਪਏ। ਸਰਕਾਰੀ ਨੌਕਰੀ ਵਰਗੀ ਤਨਖਾਹ ਹੋਗੀ ਫਿਰ ਤਾਂ। ਸਰਕਾਰੀ ਨੌਕਰੀ ਅੱਜ ਕੱਲ ਕੌਣ ਕਰਦਾ ਜੀ? ਉਹਨਾਂ ਨੂੰ ਸਰਕਾਰੀ, ਮੈਂ ਕਹਿਣਾ ਨਹੀਂ ਚਾਹੁੰਦਾ, ਕੰਟਰੋਵਰਸ਼ੀਅਲ ਹੋ ਜਾਏਗਾ, ਸਰਕਾਰੀ ਕੁਰਸੀ ਤੇ ਬੈਠਣ ਵਾਲੇ ਕਰਦੇ ਪਏ ਸਰਕਾਰੀ ਅੱਜ। ਨਹੀਂ ਚਲੋ ਫਿਰ ਵੀ ਉਹ ਕਹਿੰਦੇ ਹੁੰਦੇ ਨਾ ਪ੍ਰਾਈਵੇਟ ਜ਼ਿਆਦਾ ਸੈਲਰੀ ਦਿੰਦਾ। ਮੈਂ ਮੇਰੀ ਆਪਣੀ ਆਈਟੀ ਕੰਪਨੀ ਦਾ ਪ੍ਰਾਈਵੇਟ ਸੈਲਰੀਆਂ ਜ਼ਿਆਦਾ ਹੈ। ਹਲੇ ਤਾਂ 2 ਹੋ ਗਈਆਂ ਡੇਰੀਆਂ ਹੁਣ ਤੱਕ, ਜਾਂ ਕੁਝ ਵੀ ਹੈ ਨਾ, ਉਹ ਥੋੜਾ ਕਾਰਨ ਹੋਰ ਵੀ ਹੈ। ਮੈਂ ਜਿਹੜਾ ਸੋਚਦਾ, ਆਮ ਤੌਰ ਤੇ ਡੇਰੀਆਂ ਦੇ ਵਿੱਚ ਨਹੀਂ ਅਮਰੀਕਨ ਗਾਵਾਂ ਰੱਖ ਰਹੀਆਂ, ਉਹ ਚ ਮਿਲਾਵਟਾਂ ਵੀ ਕੀਤੀਆਂ ਜਾਂਦੀਆਂ।
ਕਿਸਾਨ ਵੀ ਮਿਲਾਵਟ ਕਰਦਾ ਹੈ। ਇਹ ਆਪਾਂ ਜੇ ਨਹੀਂ ਕਿਸਾਨ ਨੂੰ ਇਹ ਗੱਲ ਨਹੀਂ ਕਹਿਣੀ, ਕਿਸਾਨ ਵੀ ਕੁਛ ਹੈ ਜਿਹੜੇ ਮਿਲਾਵਟਾਂ ਕਰਦੇ। ਮਿਲਾਵਟਾਂ ਕਰ ਕਾਰਨ ਵੀ ਸਾਨੂੰ ਪ੍ਰੋਫਿਟ ਜ਼ਿਆਦਾ ਹੋ ਗਿਆ, ਰੱਖ ਲਿਆ, ਸਫਾਈ ਨਹੀਂ ਕਰਨੀ। ਬੰਦਾ ਇੱਕ ਲੇਬਰ ਵਾਲਾ ਬਈ ਇੱਕ ਰੱਖਿਆ ਉਹਦਾ ਰਿਜ਼ਲਟ ਮੈਂ ਕਰੋ 50 ਗਾਵਾਂ ਉਹਨੂੰ ਅਮਰੀਕਨ ਗਾਵਾਂ, ਬੰਦਾ ਇੱਕ ਲੇਬਰ ਦਾ ਬੰਦਾ ਕਿਵੇਂ ਸਾਂਭ ਲੂਗਾ ਨਾ। ਔਰ ਐਡੇ ਗੰਦ 'ਚ ਖੜੀਆਂ ਜੇ ਉਹਨੂੰ ਮੈਂ ਤੁਹਾਨੂੰ ਇੱਕ ਇੱਥੇ ਵੀ ਨਜ਼ਦੀਕੀ ਬਾਹਰ ਮੈਂ ਭਾਜੀ ਇੰਨਾ ਨਾ ਗੋਹਾ ਉੱਤੇ ਬੈਠ ਜਾਂਦੇ ਗਾਵਾਂ, ਇੰਨਾ ਕੁ ਗੰਦ ਉੱਤੇ ਗਾਵਾਂ। ਉਦੋਂ ਫਿਰ ਪਸ਼ੂ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਜੇ ਤੁਸੀਂ ਸਾਫ਼ ਨਹੀਂ ਰੱਖਣਾ। ਨਹੀਂ ਉਸ ਤੋਂ ਸਾਡੇ ਜਿਹੜੇ ਵਿਜ਼ਿਟ ਕਰਕੇ ਹੁੰਦੇ ਨੇ ਇੱਥੇ ਜਾਂਦੇ ਆ, ਉਹ ਝੋਲ ਵੀ ਉਹੀ ਲੈਂਦੇ ਆ, ਸਬਜ਼ੀ ਵੀ ਉਹੀ ਲੈਂਦੇ ਆ। ਜਿਹੜੇ ਵਿਜ਼ਿਟ ਨਹੀਂ ਕਰਦੇ ਘਰ ਬੈਠੇ ਆ ਉਹਨੂੰ ਉਹ ਮਾਲ ਖਵਾਈ ਜਾਂਦਾ ਗੰਦਾ ਮੰਦਾ ਜੀ। ਕੁਝ ਟਾਈਮ ਬਾਅਦ ਫਿਰ ਉਹਨੂੰ ਪਤਾ ਲੱਗਣ ਲੱਗਦਾ ਫੇਲ ਹੋਣੇ ਸ਼ੁਰੂ ਹੋ ਜਾਂਦੇ। ਉਹਦਾ ਵਿਸ਼ਵਾਸ ਜ਼ਰੂਰੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ। ਵਿਸ਼ਵਾਸ ਦੀ ਗੱਲ ਕਰ ਰਹੇ ਤੁਸੀਂ ਕਿੱਦਾਂ ਫਿਲਟਰ ਕਰੋਗੇ ਲੋਕਾਂ ਨੂੰ ਜਾਂ ਕਿਸਾਨ ਨੂੰ ਤੁਸੀਂ ਕਿੱਦਾਂ ਸਮਝਾਓਗੇ? ਹੁਣ ਸ਼ੋਅ ਦੇਖਣ ਤੋਂ ਬਾਅਦ ਕਿਸਾਨ ਤੁਹਾਡੇ ਕੋਲ ਰੀਚ ਵੀ ਕਰਨਗੇ ਵੀ ਹਾਂ ਵੀ ਤੁਸੀਂ ਸਾਨੂੰ ਸਮਝਾਓ। ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕਿੱਦਾਂ ਉਹਨੂੰ ਕਹਾਂਗੇ ਵੀ ਤੂੰ 25 ਬੰਦੇ ਇਕੱਠੇ ਕਰ, 25 ਫੈਮਿਲੀਆਂ ਇਕੱਠੀਆਂ ਕਰ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਹੈ ਨਾ। ਉਹ ਬੜੀ ਟਫ ਹੋ ਜਾਂਦੀ ਉਹ ਚੀਜ਼। ਸਭ ਤੋਂ ਵੱਡੀ ਪ੍ਰੋਬਲਮ ਕਿਸਾਨ ਲਈ ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਹੈ। ਸਭ ਤੋਂ ਵੱਡੀ ਪ੍ਰੋਬਲਮ ਹੈ। ਜੇ ਆਪਾਂ ਮੈਂ ਬੜਾ ਓਪਨਲੀ ਜਦੋਂ ਆਪਾਂ ਸਟਾਰਟ ਕੀਤਾ ਸੀਗਾ, ਸਾਡਾ ਇੰਟਰਸਟ ਇਹ ਸੀਗਾ ਵੀ ਆਪਾਂ ਚੰਗਾ ਖਾਈਏ, ਆਪਣੇ ਦੋਸਤਾਂ ਨੂੰ ਚੰਗਾ ਖਵਾਈਏ, ਪਲੱਸ ਆਪਾਂ ਕਿਸਾਨਾਂ ਨੂੰ ਕਿਵੇਂ ਇਸ ਤਰੀਕੇ ਨਾਲ ਜੋੜੀਏ। ਆਪਾਂ ਕੀ ਕਰ ਰਹੇ ਹਾਂ ਆਈਟੀ ਦੇ ਵਿੱਚ, ਕਿਉਂਕਿ ਆਪਾਂ ਕਰ ਰਹੇ ਆਪਾਂ ਇੱਕ ਪਲੇਟਫਾਰਮ ਬਣਾਇਆ ਜਿਹਦੇ ਵਿੱਚ ਆਪਾਂ ਕਿਸਾਨਾਂ ਨੂੰ ਮੋਟੀਵੇਟ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਸਿਲੈਕਸ਼ਨ ਕ੍ਰਾਈਟੇਰੀਆ ਆਪਣਾ ਰੱਖਿਆ ਵੀ ਕਿਹੜੇ ਕਿਸਾਨ ਜਿਹੜੇ ਸਿਰਫ ਨੈਚੁਰਲ ਫਾਰਮਿੰਗ ਕਰਦੇ ਆ, ਰਾਈਟ, ਜਿਹੜੇ ਕੋਈ ਵੀ ਪੈਸਟੀਸਾਈਡ ਯੂਜ਼ ਨਹੀਂ ਕਰਦੇ, ਕੈਮੀਕਲ ਨਹੀਂ ਯੂਜ਼ ਕਰਦੇ। ਆਪਾਂ ਉਹ ਬੰਦਿਆਂ ਦੀ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਆਪਣੇ ਪਲੇਟਫਾਰਮ ਤੇ ਜੋੜੀਏ ਤੇ ਉਹਨਾਂ ਦੀ ਜਿਹੜੇ ਮੈਂਬਰਸ ਹੈ ਸਾਰਾ ਕੁਝ ਹੈ ਆਪਾਂ ਬਣਾ ਕੇ ਦਈਏ ਤੇ ਉਹਨਾਂ ਦੀਆਂ ਹੀ ਚੀਜ਼ਾਂ ਅੱਗੇ ਸੈਲ ਕਰੀਏ। ਹੁਣ ਅਗਰ ਤਾਂ ਕਿਸਾਨ ਤੁਹਾਡੇ ਨਾਲ ਜਿਵੇਂ ਪਹਿਲਾਂ ਡਿਸਕਸ਼ਨ ਹੋ ਰਹੀ ਸੀ, ਕਿਸਾਨ ਅਗਰ ਜਾ ਕੇ ਮੰਡੀ 'ਚ ਵੇਚਦਾ ਉਹ 2 ਰੁਪਏ ਦੀ 3 ਰੁਪਏ ਦੀ ਵੇਚਦਾ ਪਿਆ, ਮਾਰਕੀਟ ਦੇ ਵਿੱਚ ਉਹੀ ਰਿਟੇਲ ਦੇ ਵਿੱਚ ਜਾ ਕੇ 25 ਰੁਪਏ ਦੀ ਚੀਜ਼ ਵਿਕਦੀ ਪਈ। ਅਗਰ ਇਹੀ ਕਿਸਾਨ ਨੂੰ ਡਾਇਰੈਕਟ ਐਕਸੈਸ ਮਿਲ ਜਾਵੇ ਕੰਜ਼ਿਊਮਰ ਦੀ ਤੇ ਉਹ ਆਪਣੇ ਆਪ ਹੀ ਜ਼ਿਆਦਾ ਦੀ ਦਿੱਕਤ ਇਹ ਆ ਵੀ ਉਹ ਕਿੱਦਾਂ ਕਨਵਿੰਸ ਕਰੇਗਾ ਲੋਕਾਂ ਨੂੰ? ਨਹੀਂ ਉਹਨਾਂ ਨੇ ਮੈਂ ਉਹੀ ਗੱਲ ਕਰ ਰਿਹਾ ਜੀ। ਇੱਕ ਤਾਂ ਇਹ ਹੈਗਾ ਵੀ ਹੁਣ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਬੜੀ ਛੋਟੀ ਜੀ, ਕਈ ਕਿਸਾਨ ਇਹੋ ਜਿਹੇ ਹੈਗੇ ਜਿਵੇਂ ਬਠਿੰਡਾ ਦੇ ਵਿੱਚ ਹੈਗੇ, ਆਪਣੇ ਇੱਥੇ ਵੀ ਹੈਗੇ, ਉਹ ਦੁੱਧ ਵੇਚਦੇ ਸੀ, ਮੱਝਾਂ ਦਾ ਦੁੱਧ ਵੇਚ ਰਹੇ ਸੀ। ਉਹਨਾਂ ਨੂੰ ਇਹ ਕਨਸੈਪਟ ਸਮਝਾਇਆ ਗਿਆ ਵੀ ਆ ਤੁਸੀਂ ਇਸ ਤਰ੍ਹਾਂ ਕਰੋ, ਠੀਕ ਹੈ। ਉਹਨਾਂ ਨੇ ਕੀ ਕੀਤਾ, ਕਹਿੰਦੇ ਬਿਲਕੁਲ ਠੀਕ ਹੈ, ਦੁੱਧ ਵਾਲੇ ਤਾਂ ਬੰਦੇ ਹੈਗੇ ਮੇਰੇ ਕੋਲ 25 ਤੀ, ਉਹਨਾਂ ਨੂੰ ਸਬਜ਼ੀ ਦੀ ਗੱਲ ਕਰਨੀ ਸ਼ੁਰੂ ਕਰਤੀ। ਉਹ 3000 ਦੀ ਬਜਾਏ ਉਹਨਾਂ ਨੇ ਲੋਕੇਸ਼ਨ ਦੇਖ ਕੇ ਔਰ ਕਿੰਨਾ ਦੂਰ ਹੈ ਕਿੰਨਾ ਖਰਚਾ ਹੈ, ਉਹਨਾਂ ਨੇ 1500 ਤੋਂ 2000 ਰੁਪਏ ਪਰ ਮੈਂਬਰ ਲੈਣ ਲੱਗ ਪਏ। ਉਹਨਾਂ ਦੀ ਇਨਕਮ ਵੱਧ ਗਈ। ਉਹ ਕਹਿੰਦੇ ਸਾਡੀ ਸਬਜ਼ੀ ਕਿਤੇ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਸਾਨੂੰ, ਉਹ ਸਿੱਧਾ ਜਾ ਕੇ ਮੈਂਬਰਸ ਨੂੰ ਸਬਜ਼ੀ ਦੇਣ ਲੱਗ ਪਏ। ਸੋ ਇਹ ਹੌਲੀ ਹੌਲੀ ਚੇਂਜ ਆਏਗੀ, ਇਹ ਹੌਲੀ ਹੌਲੀ ਬਣਾਉਣਾ ਪਏਗਾ। ਕਿਸਾਨ ਨੂੰ ਅੱਜ ਦੀ ਡੇਟ ਦੇ ਵਿੱਚ ਸਿਰਫ ਕਿਸਾਨ ਨਹੀਂ, ਇੱਕ ਸੇਲਸ ਵਾਲਾ ਬੰਦਾ ਵੀ ਨਾਲ ਬਣਨਾ ਪਏਗਾ। ਉਹਨੂੰ ਆਪਣੀ ਪ੍ਰੋਡਿਊਸ ਕਿਵੇਂ ਵੇਚਣੀ ਹੈ, ਕਿੱਥੇ ਵੇਚਣੀ ਹੈ, ਉਹ ਨੌਲੇਜ ਲੈਣੀ। ਮਤਲਬ ਕਿਤੇ ਕਿਤੇ ਉਹਦੀ ਸੋਚ ਨੂੰ ਬਦਲਣਾ ਪਵੇਗਾ। ਸੋਚ ਬਦਲਣੀ ਪਏਗੀ। ਤੁਸੀਂ ਦੇਖੋ ਰਵਾਇਤੀ ਫਸਲ ਚੱਕਰ ਚੋਂ ਬਾਹਰ ਨਿਕਲਣਾ ਪਵੇਗਾ। ਰਵਾਇਤੀ ਫਸਲ ਅਗਰ ਤੁਸੀਂ ਕਰ ਰਹੇ ਹੋ, ਤੁਸੀਂ ਆਮ ਕਿਸੇ ਵੀ ਕਿਸਾਨ ਨੂੰ ਪੁੱਛ ਲਓ, ਨਾਰਮਲ 60 ਤੋਂ 70000 ਰੁਪਏ ਪਰ ਏਕੜ ਕਮਾਉਂਦਾ ਜਿਹੜੀਆਂ ਰਵਾਇਤੀ ਫਸਲਾਂ ਲਗਾ ਸੀਜ਼ਨ ਦੀ। ਔਰ ਕਿਸੇ ਵੀ ਉਹ ਜਿਹੜਾ ਕੈਮੀਕਲ ਵੀ ਕਰ ਰਿਹਾ, ਜਿਹੜਾ ਤੁਹਾਡੀ ਸਬਜ਼ੀਆਂ ਉਗਾ ਕੇ ਕਰ ਰਿਹਾ, ਉਹ 2.5 ਤੋਂ 3 ਲੱਖ ਤਾਂ ਉਹ ਵੀ ਕਮਾਈ ਜਾਂਦਾ ਹੈ। ਤੇ ਇਹਦਾ ਮਤਲਬ 60-70 ਨਾਲੋਂ 2.5-3 ਲੱਖ ਰੁਪਏ ਤਾਂ ਉੱਪਰ ਹੀ ਹੈ। ਆਬਵੀਅਸ ਜ਼ਿਆਦਾ ਹੈ। ਤੇ ਆਪਾਂ ਕਿਉਂ ਨਹੀਂ ਉਹ ਵਾਲੀਆਂ ਫਸਲਾਂ ਵੱਲ ਚੱਲਦੇ? ਕਿਉਂ ਆਪਾਂ ਝੋਨਾ ਹੀ ਲਾ ਕੇ ਬੈਠਣਾ, ਜਾਂ ਕਿਉਂ ਆਪਾਂ ਕਣਕ ਦੇ ਉੱਪਰ ਹੀ ਫੋਕਸ ਕਰਨਾ? ਝੋਨੇ ਨਾਲ ਪਾਣੀ ਦੀ ਵੈਸੇ ਬਹੁਤ ਜ਼ਿਆਦਾ ਬਰਬਾਦੀ ਹੈ ਜੀ। ਮੈਂ ਕੱਲ ਪਰਸੋਂ ਸਾਡੀ ਡਿਸਕਸ਼ਨ ਹੋ ਰਹੀ ਸੀਗੀ, ਪਾਣੀ ਜਿਹੜਾ 2035 ਤੱਕ ਬਹੁਤ ਘੱਟ ਹੋ ਰਿਹਾ ਜਾਣਾ ਪੰਜਾਬ ਦੇ ਵਿੱਚ। ਜੇ ਹੁਣ ਨਹੀਂ ਆਪਾਂ ਸੁਧਰੇ ਤਾਂ ਫਿਰ ਟਾਈਮ ਨਿਕਲ। ਵੈਸੇ ਵੀ ਜਿਹੜੀ ਪਾਣੀ ਦੀ ਲੇਅਰ ਉੱਪਰਲੀ ਉਹ ਗੰਦਲੀ ਹੋ ਚੁੱਕੀ ਹੈ ਇਸ ਵਕਤ, ਖਤਮ ਹੋ ਚੁੱਕੀ ਹੈ। ਪੀਣ ਵਾਸਤੇ ਹੈ ਹੀ ਨਹੀਂ, ਖਤਮ ਹੋ ਚੁੱਕੀ, ਉਹ ਪੀਣ ਵਾਸਤੇ ਵੀ ਨਹੀਂ ਹੈ। ਇੰਡਸਟਰੀਅਲ ਜਿਹੜੇ ਹੈਗੇ ਉਹਨਾਂ ਨੇ ਬੋਰ ਕਰਕੇ ਉਹਦੇ ਵਿੱਚ ਹੀ ਪਾਈ ਜਾਂਦੇ ਆ ਚੀਜ਼ਾਂ, ਰਾਈਟ। ਫਿਰ ਜਿਹੜਾ ਸਾਡਾ ਸੈਕੰਡ ਲੇਅਰ ਹੈ ਉਹ ਵੀ ਜਾ ਕੇ 700-800 ਫੁੱਟ ਤੇ ਚਲੇਗੀ। ਤੇ ਇਹ ਤਾਂ ਹੋ ਗਈ ਜਿੰਨਾ ਕੋ ਆਪਣੀ ਜ਼ਮੀਨ ਆ। ਹਾਂਜੀ, ਕੁਝ ਨੌਜਵਾਨ ਠੇਕੇ ਤੇ ਵੀ ਲੈ ਕੇ ਕਰਦੇ ਨੇ ਕੰਮ। ਬਹੁਤ ਵਧੀਆ ਜੀ, ਬਹੁਤ ਐਪਰੀਸ਼ੀਏਟ ਕਰਦਾ ਮੈਂ। ਜੇ ਤੁਸੀਂ ਦੇਖੋ ਯੂਪੀ ਤੋਂ ਆ ਕੇ ਲੋਕੀ ਇੱਥੇ ਕਰਦੇ ਆ ਸਬਜ਼ੀ ਦਾ ਕੰਮ, ਹਰਿਆਣੇ ਤੋਂ ਆ ਕੇ ਇੱਥੇ ਠੇਕੇ ਤੇ ਲੈ ਕੇ ਸਾਰਾ ਕੁਝ ਕਰਦੇ ਆ। ਬਿਲਕੁਲ ਠੀਕ ਹੈ, ਮਿਹਨਤ ਕਰੋ ਤੁਹਾਨੂੰ ਸਭ ਕੁਝ ਹੋਏਗਾ। ਜਿਹੜੀ ਜੇ ਇਸ ਨੂੰ ਵੱਡੇ ਪੱਧਰ ਤੇ ਨੌਜਵਾਨਾਂ ਵੱਲੋਂ ਕੀਤਾ ਜਾਵੇ ਠੇਕੇ ਤੇ ਲੈ ਕੇ, ਤਾਂ ਆਮਦਨ ਅਮੂਮਨ ਜੀ ਗੱਲ ਹੈ, ਜੇ ਤੁਸੀਂ ਕਹਿ ਰਹੇ ਵੱਧ ਹੋਏਗੀ। ਹੋਰ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਵੀ ਰਵਾਇਤੀ ਫਸਲ ਚੱਕਰ ਬਾਹਰ ਨਿਕਲਣ ਦਾ? ਕਿਉਂਕਿ ਠੇਕੇ ਤੇ ਵੀ 3 ਫਸਲਾਂ ਹੀ ਲਈ ਜਾਂਦੀਆਂ। ਮੈਂ ਤਾਂ ਬੜਾ ਕਲੀਅਰ ਕਹਿਣਾ ਜੀ, ਜਿਹੜਾ ਕਿਸਾਨ ਆਪ ਕੰਮ ਕਰਨਾ ਚਾਹੁੰਦਾ, ਆਪ ਖੇਤ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣਾ ਚਾਹੁੰਦਾ, ਉਹ ਇੱਥੋਂ ਆਰਾਮ ਨਾਲ ਚੰਗਾ ਪੈਸਾ ਬਣਾ ਕੇ ਜਾ ਸਕਦਾ ਹੈ। ਜਿਹੜਾ ਬੰਦਾ ਕਹਿੰਦਾ ਵੀ ਨਹੀਂ, ਮੈਂ ਜਿਵੇਂ ਹੁਣ ਮੇਰੇ ਵਰਗਾ ਬੰਦਾ, ਮੈਂ ਕੰਮ ਨਹੀਂ ਆਪ ਕਰ ਰਿਹਾ ਕਿਉਂਕਿ ਮੇਰੀ ਪ੍ਰਾਇਮਰੀ ਇਨਕਮ ਡਿਫਰੈਂਟ ਹੈ, ਤੇ ਮੈਂ ਇੱਥੇ ਕੰਮ ਨਹੀਂ ਕਰ ਰਿਹਾ, ਮੇਰੇ ਲਈ ਇਹ ਵੀ ਮੈਂ ਚੰਗਾ ਖਾਣਾ ਖਾਵਾਂ, ਤੇ ਮੈਂ ਇੱਥੇ ਕਰਵਾ ਰਿਹਾ, ਲੇਬਰ ਲਗਾਈ ਹੋਈ ਸਾਰਾ ਕੁਝ, ਤਾਂ ਮੇਰੇ ਲਈ ਇਨਕਮ ਉੱਪਰ ਜਿਹੜੀ ਆ ਰਹੀ ਉਹ ਨਹੀਂ ਇੰਪੋਰਟੈਂਟ। ਬਟ ਕਿਸਾਨ ਜਿਹੜਾ ਹੈ ਜਦੋਂ ਆਪ ਉਹ ਕਰੇਗਾ ਤਾਂ ਉਹਨੂੰ ਲੇਬਰ ਕਾਸਟ ਵੀ ਬਚੇਗੀ, ਮੁਨਾਫਾ ਵੀ ਜ਼ਿਆਦਾ। ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਕਿਉਂਕਿ ਤੁਹਾਡੇ ਕੋਲ ਜਿਹੜਾ ਤੁਹਾਡਾ ਕੈਪੀਟਲ ਆ ਉਹ ਇੱਕ ਅਲੱਗ ਪਾਸੇ ਤੋਂ ਆ ਰਿਹਾ ਹੈ। ਬਿਲਕੁਲ, ਤੁਹਾਨੂੰ ਇਸ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਹੈਗੀ। ਹੁਣ ਜਦੋਂ ਜ਼ਿਮੀਂਦਾਰ ਨੇ ਖੇਤਾਂ ਦੇ ਵਿੱਚ ਫਸਲ ਲਾ ਦਿੱਤੀ ਹੁੰਦੀ ਆ,
ਬੱਦਲ ਹੁੰਦਾ ਮੋਹਾਲੀ, ਉਹਨੂੰ ਇੱਧਰ ਫਤਿਹਗੜ੍ਹ ਟੈਨਸ਼ਨ ਪੈਣੀ ਸ਼ੁਰੂ ਹੋ ਜਾਂਦੀ ਹੈ ਵੀ ਜੇ ਮੀਂਹ ਪੈ ਗਿਆ ਮੇਰੀ ਫਸਲ ਖਰਾਬ ਹੋ ਜਾਣੀ ਆ। ਸਾਡੇ ਨਾਲ ਵੀ ਇਹੀ ਠੀਕ ਆ। ਹੁਣ ਉਹ ਚੱਕਰ ਦੇ ਵਿੱਚੋਂ ਤਾਂ ਪਹਿਲਾਂ ਨਹੀਂ ਨਿਕਲਦਾ ਪਿਆ ਵੀ ਜੇ ਸੀਜ਼ਨਲ ਲਾਉਂਗਾ ਚਲ ਪਾਣੀ ਲਾ ਜਾਊਗਾ ਠੀਕ ਹੋ ਜਾਊਗਾ। ਜਦੋਂ ਐਦਾਂ ਦੀ ਮਾਰ ਪੈ ਜਾਂਦੀ ਆ, ਖੜੀ ਫਸਲ ਹੋਈ ਹੁੰਦੀ ਆ, ਗਲਣੀ ਸ਼ੁਰੂ ਹੋ ਜਾਂਦੀ ਆ, ਉਹ ਚੀਜ਼ ਤੋਂ ਆਪਾਂ ਕਿੱਦਾਂ ਕੱਢਾਂਗੇ ਉਹਨੂੰ? ਨਹੀਂ ਤੁਸੀਂ, ਮੈਂ ਉਹੀ ਗੱਲ ਕਰਦਾ ਜੀ, ਇਹੀ ਤਾਂ ਪਲੈਨਿੰਗ ਹੈ, ਇਹ ਤਾਂ ਸਿੱਖਣੀ ਆ ਚੀਜ਼। ਹੁਣ ਆਪਾਂ ਜਿਵੇਂ ਆਹ ਸੀਜ਼ਨ ਜਿਹੜਾ ਹੈ, ਹੁਣ ਕਹਿੰਦੇ ਜੀ ਦੱਖਣ ਵਾਲੀ ਜਿਹੜੀ ਹਵਾ ਹੈ ਉਹ ਚੱਲੀ, ਉਹਦੇ ਕਰਕੇ ਪ੍ਰੋਡਕਸ਼ਨ 50% ਘਟ ਗਈ। ਖੀਰਾ ਖਤਮ ਹੋ ਗਿਆ ਸਾਡਾ, ਖੀਰਾ ਸਾਡਾ ਪੂਰਾ ਖਤਮ ਹੋ ਗਿਆ। ਹੋਇਆ ਨਾ, ਹੋਇਆ ਹੀ ਨਹੀਂ, ਹੋਇਆ ਨਾ। ਇਹ ਚੀਜ਼ਾਂ ਸਾਨੂੰ ਨੈਗੇਟਿਵ ਇੰਪੈਕਟ ਲੈ ਕੇ ਚੱਲਣੇ ਪੈਣੇ। ਕੁਦਰਤੀ ਮਾਰ ਤਾਂ ਇਸ ਖੇਤੇ 'ਚ ਵੀ ਹੈਗੀ, ਪੈਣੀ ਹੈ, ਉਹ ਪੈਣੀ ਹੈ। ਤੇ ਉਹਨੂੰ ਆਪਾਂ ਅਗਰ ਮਲਟੀ ਕ੍ਰੋਪਿੰਗ, ਮੈਂ ਸਿਰਫ ਖੀਰਾ ਹੀ ਲਾ ਕੇ ਬੈਠਾ ਹੁੰਦਾ, ਮੈਂ ਮਰ ਗਿਆ ਸੀ। ਮੈਂ ਮਲਟੀ ਕ੍ਰੋਪਿੰਗ ਇਹਦਾ ਮਤਲਬ ਮੇਰੇ ਮੈਂਬਰਸ ਨੂੰ ਖੀਰਾ ਨਹੀਂ ਮੈਂ ਦੇ ਪਾਇਆ, ਮੈਂ ਬਾਕੀ ਚੀਜ਼ਾਂ 7-8 ਦੇ ਦਿੱਤੀਆਂ। ਸੋ ਉਹ ਇਸ ਤਰੀਕੇ ਨਾਲ ਮੈਨੇਜ ਉਹ ਕੰਪਨਸੇਟ ਕਰ ਦਿੰਦੀ ਉਹ ਸਾਰੀ ਚੀਜ਼। ਬਿਲਕੁਲ ਜੀ, ਉਦਾਂ ਹੀ ਕਰਨਾ ਪਏਗਾ। ਤੁਸੀਂ ਸਿਰਫ ਕਣਕ ਲਾ ਕੇ ਹੀ ਬਹਿ ਜਾਓ, ਉਹ ਫਿਰ ਜੇ ਕਣਕ ਖਰਾਬ ਹੋ ਗਈ। ਕਣਕ ਦੀ ਵੀ ਤੁਸੀਂ ਗੱਲ ਕਰਦੇ ਪਏ ਸੀ, ਅੱਛੀ ਗੱਲ ਤੁਸੀਂ ਯਾਦ ਕਰਵਾਤੀ। ਕਣਕ ਵਾਲਾ ਕਿੱਸਾ ਦੱਸਿਓ ਥੋੜਾ ਜਿਹਾ, ਕਿਉਂਕਿ ਹੁਣ ਆਪਾਂ ਬਸ ਵਾਈਂਡ ਅਪ ਕਰ ਦੇਣਾ ਸ਼ੋਅ ਨੂੰ। ਕਣਕ ਵਾਲਾ ਕਿੱਸਾ ਦੱਸੋ। ਅਸੀਂ ਉਹ ਕਿਤੇ ਨਾ ਸਬਜ਼ੀਆਂ ਲਾਉਣਾ ਸ਼ੁਰੂ ਕੀਤੀਆਂ ਸੀ, ਹਨਾ। ਬੈਗ ਤਾਂ ਫਿਰ ਜ਼ਿਲ੍ਹਾ ਬਠਿੰਡਾ ਵੀ ਆ ਤੇ ਖੇਤੀ ਨਾਲ ਸੰਬੰਧਿਤ ਹੈ। ਮੈਂ ਸਾਡਾ ਜਿਹੜਾ ਤੀਸਰਾ ਮੈਂਬਰ ਹੈ ਵਰਿੰਦਰ ਚੌਧਰੀ, ਉਹ ਸਾਨੂੰ ਅੱਧਾ ਕਿਲੋ ਕਣਕ ਦੇ ਕੇ ਬੰਸੀ ਦੇਸੀ, ਮੈਨੂੰ ਪਤਾ ਨਹੀਂ ਉਹਦੇ ਬਾਰੇ। ਉਹ ਕਹਿੰਦੇ ਬਹੁਤ ਵਧੀਆ ਕਣਕ ਹੁੰਦੀ ਆ, ਅਸੀਂ 65 ਰੁਪਏ ਕਿਲੋ ਵੇਚਦੇ ਹਾਂ, ਹੋਰ ਕਹਿੰਦੇ ਮੈਨੂੰ ਕੋਈ ਪਤਾ। ਮੈਂ ਕਿਹਾ ਆਪਾਂ 2 ਬੈਡ ਵੇਚ ਲਈਏ, ਇਹ ਕਹਿੰਦੇ ਕਾਹਨੂੰ ਪੰਗਾ ਰਹਿਣਾ, ਆਪਾਂ ਤਾਂ ਸਬਜ਼ੀਆਂ ਕਰਨੀਆਂ। ਇਹ ਆਈਟੀ ਵਾਲੇ ਯਾਰ, ਇਹ ਕੀ ਹੋ ਗਈ ਕਣਕ? ਮੈਂ ਕਿਹਾ ਕੁਝ ਨਹੀਂ ਹੁੰਦਾ। ਮੈਂ ਨਾ 2 ਬੈਡ ਦੇ ਉੱਤੇ ਜਾਨੀ ਕਿ ਇੱਕ ਲਾਈਨ ਦੇ ਵਿੱਚ 160 ਦਾਣਾ, ਬੈਡ ਦੇ ਇੱਕੋ ਬੈਡ ਦੇ ਦੂਸਰੇ ਲਾਈਨ, ਆ 2 ਬੈਡਾਂ ਤੇ 4 ਲਾਈਨਾਂ, 640 ਦਾਣੇ ਲਾ ਦੇ ਗਿਣ ਕੇ। 18 ਦਸੰਬਰ ਨੂੰ, ਤੇ 18 ਦਸੰਬਰ ਨੂੰ ਵੱਢਣ ਤੱਕ 3 ਪਾਣੀ ਲੱਗੇ, ਇੱਕ ਲਾਸਟ ਹੋਰ ਪਾਣੀ ਲੱਗਾ, 4 ਪਾਣੀ ਲੱਗੇ। ਤੇ ਜੇ ਲੇਬਰ ਲੱਗੀ ਹੋਇਆ ਯਾਰ, ਹੁਣ ਤੁਸੀਂ ਕਣਕ ਪੱਕ ਕੇ ਕੱਟੋ, ਕੋਈ ਪੈਸਟੀਸਾਈਡ ਨਹੀਂ ਪਾਇਆ, ਕੋਈ ਡਾਈ ਨਹੀਂ, ਯੂਰੀਆ ਕੁਝ ਨਹੀਂ ਕਰਿਆ, ਪਿਓਰਲੀ ਆਰਗੈਨਿਕ। ਬਿਲਕੁਲ। ਉਧਰ ਮੈਂ ਦਾਣੇ ਵੀ ਦਿਖਾਉਣਾ ਕਣਕ ਦੇ ਗੱਡੀ 'ਚ। ਉਹ ਦਾਣਾ ਮੋਟਾ ਵੀ ਹੋਊਗਾ ਫਿਰ, ਦਾਣਾ ਬਰੀਕ। ਜਾਨੀ ਤੁਸੀਂ ਨੋਟ ਕਰੇ ਵੀ ਆਪਾਂ ਨਾ ਜਿਹੜੀ ਹੁੰਦੀ ਹੈ ਡਾਈ ਯੂਰੀਆ ਪਈ, ਉਹ ਦਾਣੇ ਬਾਜ ਆਪਣੇ ਜੀਰੇ ਵਰਗੇ ਹੁੰਦੇ ਆ ਕਈ ਵਾਰੀ ਕਣਕ, ਇਹਦਾ ਸਾਰਾ ਦਾਣਾ ਇੱਕੋ ਜਿਹਾ। ਅੱਛਾ। ਉਹ ਮੈਂ ਪਿਆ ਵੀ ਲਿਆਇਆ ਜੀ, 18 ਕਿਲੋ ਮੈਂ ਪਿਆ ਲਿਆ। 23.5 ਕਿਲੋ 2 ਬੈਡ ਚੋਂ, 2 ਬੈਡ ਦੇ ਵਿੱਚ 640 ਦਿਨਾਂ ਦੇ ਵਿੱਚੋਂ 23.5 ਕਿਲੋ ਕਣਕ, 640 ਦਾਣੇ। ਮਤਲਬ ਇੱਕ ਬੰਦਾ ਖਾਣ ਜੋਗਾ ਹੈ, ਨੰਬਰ ਜੋਗੀ ਹੋ ਜਾਂਦੀ ਹੈ ਆਰਾਮ ਨਾਲ। ਨਹੀਂ, ਅਗਰ ਆਪਾਂ ਇਹਨੂੰ ਏਕੜ ਚ ਕਨਵਰਟ ਕਰੋ, 15 ਤੋਂ 16-17 ਏਕੜ ਆਰਾਮ ਨਾਲ। ਗਿਆ ਸੀ ਉਹਨਾਂ ਕੋਲ ਚੱਕੀਆਂ ਲੱਗੀਆਂ ਹੋਈਆਂ ਸਲੋ ਚੱਕਰਾਂ ਦੀਆਂ, ਘਰਾਟਾਂ ਵਾਲੇ ਚੱਕਰ। ਘਰਾਟ, ਹਾਂ ਪੁਰਾਣੇ ਘਰਾਟ ਹੁੰਦੇ ਸੀਗੇ। ਹਾਂ, ਤੋ ਸਲੋ ਚੱਕਰਾਂ ਵਾਲੇ ਚੱਕੇ ਬਹੁਤ ਵਸਾ ਵੀ ਲਿਆ। ਇੰਨਾ ਸੋਹਣਾ ਆਟਾ ਨਹੀਂ, ਆਟਾ ਸਿੰਘ ਦਿਖਾ ਦਿੰਦੇ ਪੈ ਗੱਡੀ 'ਚ ਪਿਆ ਵੀ ਆਟਾ। ਅੱਛਾ, ਬਹੁਤ ਸੋਹਣਾ ਆਟਾ ਜੀ। ਤੇ 5 ਕਿਲੋ ਮੈਂ ਰੱਖੇ, ਮੈਂ ਆਉਂਦੀ ਵਾਰੀ ਵੇਚਾਂਗੇ ਆਪ ਵੀ, ਕਿੱਲਾ ਦੁੱਧ ਦਾ ਕਹਿੰਦਾ ਸਾਨੂੰ ਵਿਜਵਾ ਕੇ ਦੇਖਾਂਗੇ ਵੀ ਇਹ ਕਿਵੇਂ। ਪਰੰਤੂ ਮੈਂ ਪਹਿਲੀ ਵਾਰੀ ਕਣਕ ਦੇਖੀ ਜ਼ਿੰਦਗੀ 'ਚ, 60 ਸਾਲ ਦੇ ਹੋ ਚੱਲੇ ਆ, ਇੰਨੀ ਵਧੀਆ ਕਣਕ ਮੈਂ ਨਹੀਂ ਦੇਖੀ। ਇਹੀ ਮੋਟੀਵੇਸ਼ਨ ਦਿੰਦਾ ਹੈ, ਖੁਸ਼ੀ ਹੋਈ ਮਨ ਨੂੰ, ਇੰਨੀ ਵਧੀਆ ਕਣਕ ਹੋਈ ਹੈ। ਆਟਾ ਬਹੁਤ ਸੋਹਣਾ ਹੋਇਆ ਤਿਆਰ ਉਹਦਾ, ਟੇਸਟ ਵਧੀਆ। ਔਰ 65 ਰੁਪਏ ਕਿਲੋ ਕਣਕ ਵਿਕਦੀ, ਮਤਲਬ 6500 ਰੁਪਏ 6500 ਰੁਪਏ ਕਣਕ। ਚਲੋ ਅਸੀਂ ਕਹਿੰਦੇ 10 ਕੁਇੰਟਲ ਸਾਡੀ ਹੋ ਗਈ ਕੋਈ ਗੱਲ, ਲੋਕ ਤਾਂ 20-25 ਕੁਇੰਟਲ ਕੱਢੀ ਜਾਂਦੇ ਨੇ, ਹਨਾ, ਜ਼ਿਆਦਾ ਪਾਉਂਦੇ ਤਾਂ 65-70 ਹਜ਼ਾਰ ਰੁਪਏ ਦੀ ਕਣਕ ਹੋ ਜਾਂਦੀ ਹੈ। ਤੇ ਨਾਲੇ ਕੋਈ ਲੇਬਰ ਨਹੀਂ, ਕੋਈ ਸਪਰੇ ਨਹੀਂ, ਉਹ ਤੇ ਤੇਲਾ ਵੀ ਪਿਆ ਤੇ ਉਹ ਖਾ ਗਈ ਜਿਹੜੀ ਸਿੰਮਾ ਜਿਹੀ ਸੁਣੀ, ਜਿਹਨੂੰ ਉੱਪਰ ਉਹ ਬੀਟਲ ਕਹਿੰਦੇ ਆ, ਬੀਟਲ, ਉਹ ਖਾ ਗਈ। ਮੈਂ ਕਿਹਾ ਸਪਰੇ ਤਾਂ ਹੀ ਕੁਝ ਕਰਨਾ ਪੈਣਾ ਆਪਾਂ ਨੂੰ, ਕੋਈ ਮੂਤਰ ਮਾਤਰ ਇਹਨੇ ਕੁਝ ਨਾ ਕਰੋ। ਉਸੇ ਮੁੰਡੇ ਨੂੰ ਕੰਸਲਟੈਂਟ ਨੂੰ ਪੁੱਛਿਆ, ਜੀਤ ਨੂੰ ਵੀ, ਉਹ ਕਹਿੰਦਾ ਕੁਝ ਨਾ ਕਰੋ। ਕਹਿੰਦਾ ਉਹ ਆ ਗਏ ਸੀਗੇ, ਆ ਗਈ ਉਹ ਤਾਂ ਖਾਣ ਵਾਸਤੇ, ਕਹਿੰਦਾ ਖਾਈ ਜਾਂਦੀ ਹੈ, ਅਸੀਂ ਖਾਈ ਜਾਂਦੇ। ਅੱਛਾ, ਮੇਨ ਭੂਮਿਕਾ ਕੰਸਲਟੈਂਟ ਦੀ ਹੋ ਗਈ, ਜਿਹੜਾ ਸਭ ਕੁਝ ਜਾਣਦਾ ਹੈ। ਉਹ ਤਾਂ ਜ਼ਰੂਰੀ ਹੈ, ਉਹ ਸਟਾਰਟਿੰਗ ਸਾਨੂੰ ਜ਼ਰੂਰੀ ਹੈ। ਜੇ ਨਹੀਂ ਤੁਹਾਨੂੰ ਪਤਾ ਤਾਂ ਤੁਹਾਨੂੰ 3 ਸਾਲ ਤਾਂ ਉਹ ਚਾਹੀਦਾ ਜੀ, ਕਿਉਂਕਿ ਫਿਰ ਆਪਾਂ ਫਿਰ ਬੰਦੇ ਨੂੰ ਆਪ ਪਤਾ ਲੱਗ ਜਾਂਦਾ। ਅਮੂਮਨ ਮਾਰਜਨਲ ਖੇਤੀ ਨੂੰ ਕੋਈ ਬਹੁਤਾ ਲਾਹੇਵੰਦ ਸੌਦਾ ਨਹੀਂ ਸਮਝਿਆ ਜਾਂਦਾ, ਪਰ ਜੇਕਰ ਗੱਲ ਕੀਤੀ ਜਾਵੇ ਇੱਥੇ 2 ਏਕੜ ਦੇ ਵਿੱਚ ਮਲਟੀਪਰਪਸ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ। ਬਹੁ ਆਯਾਮੀ ਤਰੀਕੇ ਦੇ ਨਾਲ ਇੱਥੇ ਖੇਤੀ ਨੂੰ ਇੱਕ ਨਵੇਂ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿੱਥੇ ਡੈਰੀ ਫਾਰਮਿੰਗ ਤੋਂ ਲੈ ਕੇ ਖਾਦ ਵੀ ਖੁਦ ਬਣਾਈ ਜਾ ਰਹੀ ਆ, ਮਧੂਮੱਖੀ ਪਾਲਣ ਕੀਤਾ ਜਾ ਰਿਹਾ ਹੈ। ਇੱਕ ਚੀਜ਼ ਸਾਫ਼ ਹੋ ਰਹੀ ਹੈ ਕਿ ਰਵਾਇਤੀ ਖੇਤੀ ਜਿਹੜੇ ਤਰੀਕੇ ਆ ਉਹਨਾਂ ਨੂੰ ਛੱਡ ਕੇ ਬਹੁਆਯਾਮੀ ਤਰੀਕੇ ਦੇ ਨਾਲ ਖੇਤੀ ਕਰਾਂਗੇ ਤਾਂ ਜ਼ਰੂਰ ਕਿਸਾਨ ਅਤੇ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ, ਕਿਉਂਕਿ ਕਿਸਾਨੀ ਇਸ ਵਕਤ ਬਹੁਤ ਔਖੇ ਸਮੇਂ ਦੇ ਵਿੱਚੋਂ ਨਿਕਲ ਰਹੀ ਆ। ਆਰਥਿਕ ਤੌਰ ਤੇ ਕਿਸਾਨ ਦੇ ਉੱਤੇ ਬੋਝ ਵੀ ਵੱਧਦਾ ਜਾ ਰਿਹਾ ਹੈ, ਕਿਉਂਕਿ ਰਵਾਇਤੀ ਖੇਤੀ ਦੇ ਵਿੱਚ ਜਿਹੜੀਆਂ ਫਸਲਾਂ ਲੈਂਦੇ ਆ
ਉਹਨਾਂ ਦੇ ਨਾਲ ਮੰਡੀਕਰਨ ਦੀ ਵਿਵਸਥਾ ਹੈਗੀ ਤਾਂ ਹੈ ਆ, ਲੇਕਿਨ ਉਸ ਵੱਡੇ ਪੱਧਰ ਤੇ ਜਿਹੜੀ ਆਮਦਨ ਦੀ ਜ਼ਰੂਰਤ ਹੁੰਦੀ ਹੈ ਕਿਸਾਨ ਨੂੰ, ਪੈਸੇ ਦੀ ਲੋੜ ਪੈਂਦੀ ਆ, ਉਸ ਨੂੰ ਉਹ ਪੂਰਾ ਨਹੀਂ ਕਰ ਪਾ ਰਹੀ। ਪਰ ਜੇਕਰ ਇੱਥੇ ਬਹੁਆਯਾਮੀ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਛੋਟੇ-ਛੋਟੇ ਕਨਸੈਪਟਸ ਲਗਾਏ ਗਏ ਨੇ ਇੱਥੇ, ਜਿਨ੍ਹਾਂ ਨਾਲ ਉਹਨਾਂ ਦੀ ਆਮਦਨ ਰੈਗੂਲਰ ਜਾਂ ਮਹੀਨੇਵਾਰ ਤੌਰ ਤੇ ਚਲਾਈ ਜਾ ਸਕਦੀ ਹੈ, ਭਾਵੇਂ ਕਿ ਉਹ ਡੈਰੀ ਫਾਰਮਿੰਗ ਹੋਵੇ, ਚਾਹੇ ਉਹ ਸਬਜ਼ੀਆਂ ਹੋਣ, ਜਿਹਨੂੰ ਕਹਿ ਸਕਦੇ ਆ ਵੀ ਕਾਰਪੋਰੇਟ ਕਲਚਰ ਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਇੱਥੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਇੱਕ ਵੱਡਾ ਰਿਜ਼ਲਟ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਦਾਂ ਦੇ ਤਰੀਕੇ ਹੋਰ ਵੀ ਹੋਣੇ ਚਾਹੀਦੇ ਨੇ। ਵਾਲੀ ਸਾਹਿਬ ਨੇ ਇਹ ਵੀ ਦੱਸਿਆ ਕਿ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ, ਜੇਕਰ ਉਹ ਬਾਹਰ ਜਾਣ ਦੀ ਜਗ੍ਹਾ ਇੱਥੇ ਹੀ ਉਨੀ ਮਿਹਨਤ ਕਰ ਲੈਣ ਤਾਂ ਚੰਗਾ ਮੋਟਾ ਪੈਸਾ ਕਮਾ ਸਕਦੇ ਨੇ। ਹੁਣ ਦੇਖਣਾ ਹੋਵੇਗਾ ਕਿ ਨੌਜਵਾਨਾਂ ਨੂੰ ਇਹ ਐਪੀਸੋਡ ਜਾਂ ਇਹੋ ਜਿਹੀਆਂ ਸੇਧਾਂ ਜਿਹੜੀਆਂ ਸਮਾਜ ਨੂੰ ਦੇਣ ਵਾਲੇ ਐਪੀਸੋਡ ਆ ਉਹ ਕਿੱਦਾਂ ਦੇ ਲੱਗਦੇ ਨੇ। ਬਣੇ ਰਹੋ ਸਾਡੇ ਨਾਲ ਵੌਇਸ ਆਫ ਪੰਜਾਬ ਦੇ ਉੱਤੇ। ਇੱਦਾਂ ਦੇ ਨਵੇਕਲੇ ਸ਼ੋਅ ਅਸੀਂ ਤੁਹਾਡੇ ਕੋਲ ਲਿਆਉਂਦੇ ਰਹਾਂਗੇ ਜਿਹੜੇ ਸਮਾਜ ਨੂੰ ਕਿਤੇ ਸੇਧ ਦੇਣਗੇ ਅਤੇ ਕਿਸਾਨੀ ਦੇ ਨਾਲ ਜੁੜੇ ਹੋਣਗੇ। ਮੈਨੂੰ ਦਿਓ ਇਜਾਜ਼ਤ। ਮੈਂ ਮਨਪ੍ਰੀਤ ਚਾਹਲ, ਦ ਵੌਇਸ ਆਫ ਪੰਜਾਬ ਦੇ ਲਈ।